सो देखो फिर ਆਪਾਂ ਉਹੀ ਕੁਝ ਗੱਲਾਂ ਉੱਥੇ ਹੀ ਸ਼ੁਰੂ ਕਰਨ ਜਾ ਰਹੇ ਹਾਂ ਜਿੱਥੇ ਮੈਂ ਛੱਡਿਆ ਸਾਰਾ ਕੁਝ। ਤੇ ਦੇਖੋ ਆਪਣੀ ਗੱਲ ਕੀ ਹੋਈ ਸੀ, ਆਪਣੀ ਲਾਸਟ ਜਿਹੜੀ ਗੱਲ ਖਤਮ ਹੋਈ ਸੀ ਉਹ ਕਿਸੇ ਵੈਕਟਰ ਦੀ ਨਵੀਂ ਰਿਪਰੈਜ਼ੈਂਟੇਸ਼ਨ ਨਾਲ ਖਤਮ ਹੋਈ ਸੀ। ਅਸੀਂ ਕਿਸੇ ਵੀ ਵੈਕਟਰ ਨੂੰ ਰੈਕਟੈਂਗੂਲਰ ਕੰਪੋਨੈਂਟਸ ਦੇ ਫਾਰਮ ਵਿੱਚ ਲਿਖਣਾ ਸਿੱਖਿਆ ਸੀ। ਇਹ ਸੀਗੀ ਆਪਣੀ ਨਵੀਂ ਰਿਪਰੈਜ਼ੈਂਟੇਸ਼ਨ। ਠੀਕ ਹੈ, पेन क्यों नहीं चल रहे थे? हाँ हुण ठीक है। सो आप कर रहे थे रिप्रेजेंटेशन 2। ठीक है, तो इस रिप्रेजेंटेशन 2 ਨੂੰ ਆਪਾਂ ਕੀ ਕਹਿੰਦੇ यूनिट वैक्टर ਦੀ ਫਾਰਮ 'ਚ ਲਿਖਦੇ ਆ ਜਾਂ ਫਿਰ ਆਪਾਂ ਇਹਨੂੰ ਜ਼ਿਆਦਾ ਵਧੀਆ ਇਹੀ ਗੱਲ ਕਹਿੰਦੇ ਆ ਕਿ ਰੈਕਟੈਂਗੂਲਰ ਕੰਪੋਨੈਂਟ ਦੀ ਫਾਰਮ 'ਚ ਲਿਖਦੇ ਆ। ਤੇ ਕਿਸੇ ਵੀ ਵੈਕਟਰ v ਨੂੰ ਆਪਾਂ ਇਸ ਤਰ੍ਹਾਂ ਉਹਦੇ ਤਿੰਨੋਂ ਕੰਪੋਨੈਂਟਸ ਦੀ ਫਾਰਮ 'ਚ ਕਿਸੇ ਵੀ ਸਪੇਸ 'ਚ ਵੈਕਟਰ ਹੋ ਸਕਦਾ a i कैप b j कैप एंड c k कैप ਇਸ ਤਰ੍ਹਾਂ ਲਿਖਦੇ ਆ। i कैप ਤੁਹਾਨੂੰ ਪਤਾ ਹੈ ਅਲੋਂਗ x ਐਕਸਿਸ ਹੁੰਦਾ ਹੈ, j कैप y ਐਕਸਿਸ ਤੇ k कैप ਅਲੋਂਗ z ਐਕਸਿਸ ਹੁੰਦਾ ਹੈ। ਤੇ ਕਿਸੇ ਵੀ ਵੈਕਟਰ v ਦਾ ਫਿਰ ਮੈਗਨੀਟਿਊਡ ਕਿਵੇਂ ਲਿਖਦੇ ਆ ਆਪਾਂ? ਮੈਗਨੀਟਿਊਡ ਨੂੰ ਜਾਂ ਤਾਂ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ ਜਾਂ ਫਿਰ ਇਹਦੀ ਜਗ੍ਹਾ ਤੇ ਆਪਾਂ ਜ਼ਿਆਦਾ ਬੈਟਰ ਹੁੰਦਾ ਕੱਲਾ v ਲਿਖ ਦਈਏ ਤਾਂ ਉਹ ਮੈਗਨੀਟਿਊਡ ਹੀ ਗਿਣਿਆ ਜਾਂਦਾ ਹੈ। ਮੈਗਨੀਟਿਊਡ ਆਪਣਾ ਇਸ ਤਰ੍ਹਾਂ ਆਇਆ ਸੀਗਾ ਜਿੱਥੇ ਆਪਾਂ ਇਹਦੇ ਕੋਐਫੀਸ਼ੀਐਂਟ ਆਫ i कैप ਸਕੁਅਰ, ਕੋਐਫੀਸ਼ੀਐਂਟ ਆਫ j कैप ਸਕੁਅਰ ਐਂਡ k कैप ਸਕੁਅਰ ਅੰਡਰ ਦਾ ਰੂਟ। ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀ ਜਿਹੜੀ ਇਹਦੀ ਡਾਇਰੈਕਸ਼ਨ ਹੋਏਗੀ, ਕਿਉਂਕਿ ਇੱਥੋਂ ਤੁਹਾਨੂੰ ਪਤਾ ਲੱਗਦਾ ਹੈ ਮੈਗਨੀਟਿਊਡ ਐਂਡ ਡਾਇਰੈਕਸ਼ਨ ਕਿੱਥੋਂ ਪਤਾ ਲੱਗਦੀ? v कैप, that is basically v vector by v, यानी vector over its magnitude। a i cap, b j cap, c k cap divided by its magnitude, जो भी आएगा इन्हें सॉल्व करके थे उस जगह। so this gives you the direction। so आ ਜਿਹੜੀ ਚੀਜ਼ ਹੈ ਇਹ डायरेक्शन ਦੱਸਦੀ ਹੈ ਆਪਾਂ ਨੂੰ v cap and ਇਹ ਆਪਾਂ ਨੂੰ ਦੱਸਦਾ ਮੈਗਨੀਟਿਊਡ। ਦੋਨਾਂ ਨੂੰ ਮਲਟੀਪਲਾਈ ਕਰ ਦੋ ਆਪਸ ਵਿੱਚ ਤਾਂ ਤੁਹਾਨੂੰ ਫਿਰ ਵਾਪਸ ਉਹੀ ਵੈਕਟਰ v ਮਿਲ ਜਾਏਗਾ। ਇਹ ਆਪਾਂ ਗੱਲ ਕੀਤੀ ਸੀ। ਦੂਸਰੀ ਗੱਲ ਆਪਾਂ ਕੀਤੀ ਸੀ ਐਡੀਸ਼ਨ ਆਫ ਟੂ ਵੈਕਟਰਸ ਬਾਰੇ, ਉਹ ਵੀ ਤੁਹਾਨੂੰ ਮੈਂ ਸਮਝਾਤੀ ਸੀ ਪਲੇਨ ਦੇ ਵਿੱਚ ਕਿਵੇਂ ਐਡੀਸ਼ਨ ਬਹੁਤ ਈਜ਼ੀ ਹੁੰਦੀ ਹੈ, ਸਬਟ੍ਰੈਕਸ਼ਨ ਵੀ ਬਹੁਤ ਈਜ਼ੀ ਹੁੰਦੀ ਹੈ। ਤੇ ਐਡੀਸ਼ਨ ਤੇ ਸਬਟ੍ਰੈਕਸ਼ਨ ਦੇ ਬਾਰੇ ਇੱਕ ਖਾਸ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਕਿ ਐਡੀਸ਼ਨ ਤੇ ਸਬਟ੍ਰੈਕਸ਼ਨ ਕਰਨ ਤੋਂ ਬਾਅਦ ਜੋ ਵੈਕਟਰ ਆਨਸਰ ਆਉਂਦਾ ਹੈ ਤੁਹਾਡਾ ਉਹ ਕਿੱਥੇ ਆਉਂਦਾ ਹੈ? ਦੇਖੋ ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਇਸ ਪਲੇਨ ਦੇ ਵਿੱਚ ਆ a ਵੈਕਟਰ ਹੈ, ਇਸੇ ਪਲੇਨ ਦੇ ਵਿੱਚ ਮੰਨ ਲਓ ਆ a ਵੈਕਟਰ ਹੈ ਤੇ ਇसी ਪਲੇਨ ਦੇ ਵਿੱਚ ਮੰਨ ਲਓ ਆ b ਵੈਕਟਰ ਹੈ। ਤੇ ਤੁਸੀਂ ਜਦੋਂ a ਵੈਕਟਰ ਤੇ b ਵੈਕਟਰ ਨੂੰ ਐਡ ਕਰਦੇ ਹੋ ਐਂਡ ਆਬਵੀਅਸਲੀ ਐਡ ਕਰਦੇ ਹੋ ਤਾਂ ਤੁਸੀਂ ਫਿਰ ਇਹਨੂੰ ਪੈਰਲਲੋਗ੍ਰਾਮ ਕੰਪਲੀਟ ਕਰੋਗੇ ਜਾਂ ਜੋ ਵੀ ਆਪਣਾ ਮੈਥਡ ਹੈ ਇੱਥੋਂ ਇਸ ਤਰ੍ਹਾਂ ਐਂਡ ਇੱਥੋਂ ਇਸ ਤਰ੍ਹਾਂ। देन ਤੁਹਾਡਾ ਜਿਹੜਾ ਰਿਜ਼ਲਟੈਂਟ ਆਏਗਾ ਉਹ ਆਏਗਾ ਇਹ ਆਏਗਾ a plus b। ਸੋ ਤੁਸੀਂ ਇਹਨੂੰ ਜਿਓਮੈਟ੍ਰੀਕਲੀ ਐਂ ਸਮਝ ਲੈਣਾ ਹਮੇਸ਼ਾ, ਯਾਨੀ ਕਿ ਤੁਸੀਂ ਕੀ ਸਮਝਣਾ? ਪਹਿਲੀ ਗੱਲ ਤਾਂ ਦੇਖੋ ਜਿਹੜਾ a ਵੈਕਟਰ ਹੈ ਮੈਂ ਬਾਰ-ਬਾਰ ਕਿਉਂ ਲਿਖ ਰਿਹਾ ਕਿਉਂਕਿ ਜਿਹੜਾ ਤੁਹਾਡਾ a ਵੈਕਟਰ ਹੈ ਐਂਡ ਤੁਹਾਡਾ ਜਿਹੜਾ b ਵੈਕਟਰ ਹੈ ਕੋਈ ਵੀ, ਤਾਂ ਜਿਹੜਾ ਤੁਹਾਡਾ ਆ ਵੈਕਟਰ ਹੈ a plus b ਵੈਕਟਰ, a ਵੈਕਟਰ plus b ਵੈਕਟਰ, ਇਹ ਸਾਰੇ ਸੇਮ ਪਲੇਨ 'ਚ ਨੇ। ਦੇਖੋ सो a vector and b vector वाले प्लेन विच ही है a plus b। so a vector plus b vector lies in the same plane as of a vector and b vector। so a vector जिस प्लेन विच पिया, जिस प्लेन च b vector पिया उसे प्लेन दे विच ही पिया ना पूरा पूरा a plus b vector। जे मैं vector दी फॉर्म च देखा, जे मैं ज्योमेट्रिकली फॉर्म च देखा, जिवें मैं ਤੁਹਾਡੇ ਸਾਹਮਣੇ ਹੁਣੇ ਬਣਾਇਆ ਸਕਰੀਨ ਤੇ ਬਣਾਇਆ, ਸਕਰੀਨ ਤੇ a ਬਣਾਇਆ b ਬਣਾਇਆ, a plus b ਵੀ ਇਸੇ ਸਕਰੀਨ ਦੇ ਉੱਪਰ ਹੀ ਪਿਆ ਹੈ ਨਾ, ਇਹਦੇ ਨਾਲ ਹੀ ਬਿਲਕੁਲ ਇਸੇ ਪਲੇਨ ਦੇ ਉੱਪਰ ਹੀ ਪਿਆ ਹੈ। ਜਿਵੇਂ ਜੇ a ਵੈਕਟਰ ਤੇ b ਵੈਕਟਰ ਫਲੋਰ ਦੇ ਉੱਪਰ ਦੇਖੋਗੇ ਤਾਂ ਫਲੋਰ ਦੇ ਉੱਪਰ ਹੀ ਬਣਨਗੇ, ਜੇ ਕਿਸੇ ਵਾਲ ਦੇ ਉੱਪਰ ਬਣਾਓਗੇ ਉਸ ਵਾਲ ਦੇ ਉੱਪਰ ਹੀ ਬਣੂਗਾ a plus b ਵੈਕਟਰ। ਇਸੇ ਤਰ੍ਹਾਂ ਹੀ ਜੇ ਤੁਸੀਂ a minus b ਵੈਕਟਰ ਬਣਾਉਣਾ ਹੋਵੇ
a ਮਾਈਨਸ b ਬਣਾਉਣ ਲਈ ਤੁਸੀਂ ਜਾਂ b ਮਾਈਨਸ a ਕਰਨਾ ਹੋਵੇ ਤਾਂ a ਮਾਈਨਸ b ਇੱਥੇ ਇਸ ਕੇਸ ਚ ਹੋ ਜਾਊਗਾ ਇਸ ਤਰ੍ਹਾਂ, क्योंकि b वेक्टर की जगह फिर माइनस b वेक्टर लोगे थे, आऊगा a माइनस b वेक्टर। ਤੇ ਜਦੋਂ ਤੁਸੀਂ a ਮਾਈਨਸ b ਵੈਕਟਰ ਕਰੋਗੇ ਇਹਦਾ ਇਧਰ ਨੂੰ ਪੈਰਲਲੋਗ੍ਰਾਮ ਬਣ ਜਾਊਗਾ ਇਸ ਤਰ੍ਹਾਂ। क्या बनूगा जब ਤੁਹਾਡਾ a माइनस b वेक्टर होएगा वो होएगा this will be a minus b vector। a minus b vector ਤੁਹਾਡਾ ਕਿਹਦੇ ਵਿੱਚ ਆਇਆ ਦੇਖੋ a minus b vector ਵੀ ਤੁਹਾਡਾ ਉਸੇ ਪਲੇਨ ਵਿੱਚ ਆਇਆ, ਯਾਨੀ ਕਿ ਜਿਹੜਾ a vector minus b vector ਹੈ it also lies in same plane ਤੇ ਸਾਰਾ in same plane लाई ਕਰਦਾ, ਤਾਂ ਹੀ ਤਾਂ ਮੈਂ ਬਣਾ ਪਾ ਰਿਹਾ ਨਾ ਡਾਇਗਰਾਮ ਬਹੁਤ ਵਧੀਆ ਤਰ੍ਹਾਂ ਤੁਹਾਡੇ ਸਾਹਮਣੇ ਬਣਾ ਕੇ ਦਿਖਾ ਰਿਹਾ। ਆ ਦੇਖੋ a plus b a minus b, ਇਹਦਾ ਮਤਲਬ ਕਿ a plus b ਤੇ a minus b ਯਾਨੀ ਵੈਕਟਰਸ ਨੂੰ ਐਡ ਕਰਨ ਦੇ ਨਾਲ ਤੇ ਵੈਕਟਰਸ ਨੂੰ ਸਬਟ੍ਰੈਕਟ ਕਰਨ ਦੇ ਨਾਲ ਪਲੇਨ ਚੇਂਜ ਨਹੀਂ ਹੁੰਦਾ, ਸੇਮ ਪਲੇਨ ਵਿੱਚ ਹੀ ਸਾਰਾ ਕੁਝ ਹੋ ਰਿਹਾ ਹੁੰਦਾ, ਉਸੇ ਪਲੇਨ 'ਚ ਕੰਮ ਹੋ ਰਿਹਾ ਹੁੰਦਾ। ਪਰ ਜੇ ਤੁਸੀਂ ਡਾਟ ਕਰਦੇ ਹੋ ਤਾਂ ਕੀ ਹੁੰਦਾ ਤੇ ਕ੍ਰਾਸ ਕਰਦੇ ਹੋ ਕੀ ਹੁੰਦਾ, ਦੇਖੋ ਜਦੋਂ ਤੁਸੀਂ ਕੋਈ ਦੋ ਵੈਕਟਰਸ ਦਾ ਡਾਟ ਪ੍ਰੋਡਕਟ ਕਰਦੇ ਹੋ ਤਾਂ ਫਿਰ ਤਾਂ ਕੋਈ ਪਲੇਨ ਦੀ ਗੱਲ ਹੀ ਨਹੀਂ ਰਹਿ ਜਾਂਦੀ, ਕਿਉਂਕਿ ਡਾਟ ਪ੍ਰੋਡਕਟ ਕਰਨ ਤੋਂ ਬਾਅਦ ਜੋ ਆਨਸਰ ਆਉਂਦਾ ਹੈ ਉਹਦਾ ਜਸਟ ਇੱਕ ਨੰਬਰ ਆਉਂਦਾ ਹੈ ਜਾਂ ਸਕੇਲਰ ਆਨਸਰ ਆਉਂਦਾ ਹੈ। फिर ਇਹਦੀ ਤਾਂ ਕੋਈ ਡਾਇਰੈਕਸ਼ਨ ਹੈ ਹੀ ਨਹੀਂ, ਨਾ ਹੀ ਕੋਈ ਇਹਦੀ ਗੱਲ ਕਰ ਸਕਦੇ ਹੋ ਸਪੇਸ ਚ ਹੈ ਕਿ ਪਲੇਨ ਚ ਹੈ, ਸੋ ਕੋਈ ਇਸ ਤਰ੍ਹਾਂ ਦੀ ਇਸ਼ੂ ਨਹੀਂ ਹੈਗਾ। ਪਰ ਜਦੋਂ ਤੁਸੀਂ a ਵੈਕਟਰ ਕ੍ਰਾਸ b ਵੈਕਟਰ ਕਰਦੇ ਹੋ ਤਾਂ ਤੁਹਾਨੂੰ ਮੈਂ ਸਮਝਾਇਆ ਸੀ ਜਿਹੜਾ ਇਹਦਾ ਮੈਗਨੀਟਿਊਡ ਆਉਂਦਾ ਹੈ ਉਹ ਆਉਂਦਾ ਹੈ a b ਸਾਈਨ ਆਫ ਐਂਗਲ ਬਿਟਵੀਨ them ਤੇ ਨਾਲ ਆਉਂਦਾ n ਕੈਪ। ਤਾਂ ਇਹਦੀ ਜਿਹੜੀ ਡਾਇਰੈਕਸ਼ਨ ਹੁੰਦੀ ਹੈ ਕਿੱਥੇ ਹੁੰਦੀ ਹੈ, ਇਹ a ਵੈਕਟਰ ਤੇ b ਵੈਕਟਰ ਦੋਨਾਂ ਦੇ ਪਲੇਨ ਵਿੱਚ ਨਹੀਂ ਹੁੰਦੀ, ਬਲਕਿ ਦੋਨੋਂ ਵੈਕਟਰਸ ਦੇ ਪਲੇਨ ਦੇ ਪਰਪੈਂਡੀਕੂਲਰ ਹੁੰਦੀ ਹੈ। ਜਿਵੇਂ ਜੇ ਆ a ਵੈਕਟਰ ਹੈ ਤੇ ਜੇ ਆ b ਵੈਕਟਰ ਹੈ ਤਾਂ a ਮਾਈਨਸ b ਜਿਹੜਾ a ਕ੍ਰਾਸ b ਵੈਕਟਰ ਹੋਏਗਾ, ਆ a ਵੈਕਟਰ ਹੋ ਗਿਆ, ਮੰਨ ਲਓ ਆ b ਵੈਕਟਰ ਹੋ ਗਿਆ, ਆ ਥੀਟਾ ਹੋ ਗਿਆ, ਤਾਂ a ਕ੍ਰਾਸ b ਦੀ ਡਾਇਰੈਕਸ਼ਨ ਕੀ ਹੋਏਗੀ ਦੱਸੋ, a ਕ੍ਰਾਸ b ਕਿੱਥੇ ਲਾਈ ਕਰੇਗਾ ਵੈਕਟਰ, ਉਹ ਇਸ ਪਲੇਨ 'ਚ ਲਾਈ ਕਰੇਗਾ ਜਿਸ ਪਲੇਨ 'ਚ ਮੈਂ ਇਸ ਟਾਈਮ ਬਣਾਇਆ ਹੈ ਤੁਹਾਡੇ ਸਾਹਮਣੇ। पनम पनम हाँ जी दसो ए जरा a क्रॉस b वेक्टर आएगा a क्रॉस b ਉਹ ਇਸ ਪਲੇਨ ਚ ਲਾਈ ਕਰੇਗਾ ਜਿਸ ਪਲੇਨ ਚ ਮੈਂ a ਤੇ b ਬਣਾਏ ਹੋਏ ਨੇ। गुरांश तुम कुछ हाथ खड़ा कर रहे थे। नहीं होगा सर, परपेंडिकुलर होना है ना। हाँ बिल्कुल एग्जैक्टली, देखो उधर मैं समझाया था ਤੁਹਾਨੂੰ ਜਿਹੜਾ a क्रॉस b ਹੈ ਹੁਣ ਮੈਂ ਇਸ ਪਲੇਨ ਚ ਡਰਾ ਕਰਾਂਗਾ ਤਾਂ ਗਲਤ ਹੋ ਜਾਊਗਾ, ਮੇਰੇ ਤੋਂ ਡਰਾ ਹੀ ਨਹੀਂ ਹੋਣਾ। ਪਹਿਲੀ ਗੱਲ ਤਾਂ ਤੈਨੂੰ ਸਮਝਣਾ ਪੈਣਾ ਇਸ ਚੀਜ਼ ਨੂੰ ਕਿ a क्रॉस b ਕਿਵੇਂ ਹੋਊਗਾ। ਤੁਸੀਂ ਕੀ ਕਰੋਗੇ, ਆਪਣੀ ਫਿੰਗਰਸ ਨੂੰ ਕੋਇਲ ਕਰੋਗੇ ਰਾਈਟ ਹੈਂਡ ਦੀਆਂ a ਤੋਂ b ਵਾਲੇ ਪਾਸੇ ਨੂੰ, ਤਾਂ ਫਿੰਗਰ ਕੋਇਲ ਕਰਦੇ ਜਿਹੜਾ ਇਸ ਤੋਂ ਬਾਹਰ ਨੂੰ ਇੱਥੋਂ ਜਿਹੜਾ ਆਊਟਵਰਡ ਨਾਰਮਲ ਹੋਏਗਾ ਨਾ, ਆਊਟਵਰਡ ਨਾਰਮਲ ਉਹ ਹੋਏਗੀ ਆਪਣੀ ਡਾਇਰੈਕਸ਼ਨ a क्रॉस b ਦੀ। ਸੋ a क्रॉस b ਜਿਹੜਾ ਆ ਉਹ a ਤੇ b ਵਾਲੇ ਪਲੇਨ ਚ ਲਾਈ ਨਹੀਂ ਕਰਦਾ, ਬਲਕਿ ਜੋ ਪੂਰਾ ਵੈਕਟਰ ਜੇ a क्रॉस b ਇੱਕ ਵੈਕਟਰ ਬਣਦਾ ਹੈ is perpendicular to the plane containing a vector and b vector। ਸੋ ਉਹ ਉਸ ਪਲੇਨ ਦੇ ਵਿੱਚ ਨਹੀਂ ਹੁੰਦਾ ਬਲਕਿ ਇਸ ਪਲੇਨ ਦੇ ਬਿਲਕੁਲ ਪਰਪੈਂਡੀਕੂਲਰ ਹੁੰਦਾ ਹੈ। ਜਿਵੇਂ ਇੱਥੇ a क्रॉस b ਦੀ ਡਾਇਰੈਕਸ਼ਨ ਹੋਏਗੀ ਇਸ ਤੋਂ ਬਾਹਰ ਨੂੰ ਆਊਟਵਰਡ ਨਾਰਮਲ ਤੁਹਾਡੇ ਵੱਲ ਨੂੰ ਆਏਗੀ, ਤੇ ਜੇ b क्रॉस a ਹੋ ਜਾਵੇ ਤਾਂ ਅੰਦਰ ਨੂੰ ਜਾਏਗੀ, ਪਰ ਜਾਏਗੀ ਪਰਪੈਂਡੀਕੂਲਰਲੀ, ਇਸੀलिए n ਦਾ ਮਤਲਬ ਨਾਰਮਲ ਵੈਕਟਰ ਹੁੰਦਾ ਹੈ। ਇਸ ਲਈ a क्रॉस b ਦੀ ਖਾਸ ਗੱਲ ਯਾਦ ਰੱਖਣਾ ਕਿ a ਵੈਕਟਰ ਕਿਹੜਾ ਹੁੰਦਾ ਹੈ ਤੇ a ਤੇ b ਦੋਨਾਂ ਦੇ ਹੀ ਪਰਪੈਂਡੀਕੂਲਰ ਹੁੰਦਾ ਹੈ। ਇੱਕ ਆ ਬੜੀ ਜ਼ਰੂਰੀ ਗੱਲ ਸੀ। पनम समझ लगी गल की कह रहा मैं? हाँ जी सर ठीक है, ये गल्लां दा ध्यान रखिया करो। हुण जिवें देखो मैं हुण यही तुहानूं मैं कराउण जा रहा कि हुण जे डॉट प्रोडक्ट या क्रॉस प्रोडक्ट करना होवे तां ओह किवें करोगे इस नवी नोटेशन दे विच। फॉर एग्जांपल जे तुहानूं कोई वैक्टर a गिवन होवे, a वैक्टर ओह होवे मान लो a1 टाइम्स i कैप, a2 टाइम्स j कैप, a3 टाइम्स k कैप, ਤੇ ਕੋਈ b ਵੈਕਟਰ ਹੋਵੇ ਮੰਨ ਲਓ b1 ਟਾਈਮਸ i ਕੈਪ। ਹੁਣ b1 b2 b3 ਆਬਵੀਅਸਲੀ ਕੋਈ ਨੰਬਰ ਹੋ ਸਕਦੇ ਨੇ, b2 ਟਾਈਮਸ j ਕੈਪ ਐਂਡ b3 ਟਾਈਮਸ k ਕੈਪ।
ਤਾਂ A ਵੈਕਟਰ ਡਾਟ B ਵੈਕਟਰ ਕੀ ਹੋਏਗਾ? ਕਿਉਂਕਿ ਇੰਪੋਰਟੈਂਟ ਕੁਐਸਚਨ ਇਹੀ ਹੈ ਆਪਣਾ ਬਣਦਾ ਇੱਥੇ, ਕਿਉਂਕਿ ਤੁਹਾਨੂੰ ਜੋ ਕਰਾਇਆ ਗਿਆ ਹੁਣ ਤੱਕ, ਤੁਹਾਨੂੰ A ਡਾਟ B ਕਿਵੇਂ ਕਰਾਇਆ ਗਿਆ? ਤੁਹਾਨੂੰ A ਡਾਟ B ਐ ਕਰਾਇਆ ਗਿਆ ਕਿ A ਵੈਕਟਰ ਡਾਟ B ਵੈਕਟਰ ਜੇ ਕਰਨਾ ਹੋਵੇ ਤਾਂ ਆਂਦਾ A ਦਾ ਮੈਗਨੀਟਿਊਡ, B ਦਾ ਮੈਗਨੀਟਿਊਡ ਐਂਡ cos ਆਫ ਐਂਗਲ ਬਿਟਵੀਨ them, ਆਈ ਹੁੰਦਾ ਨੰਬਰ ਆਂਦਾ ਇਹ ਆਂਸਰ। ਤੇ A ਕਰੋ, ਪਰ ਹੁਣ ਇੱਥੇ ਕੀ ਆ, A ਦਾ ਮੈਗਨੀਟਿਊਡ ਤਾਂ ਨਿਕਲ ਜਾਏਗਾ, B ਦਾ ਨਿਕਲ ਜਾਏਗਾ, ਪਰ cos ਥੀਟਾ ਤਾਂ ਤੁਹਾਨੂੰ ਪਤਾ ਹੀ ਨਹੀਂ ਹੈ ਇੱਥੇ ਕਿੰਨਾ ਆ। ਇਹਨਾਂ ਦੋਨੋਂ ਵੈਕਟਰਸ ਵਿੱਚ ਪਤਾ ਨਹੀਂ ਹਵਾ ਵਿੱਚ ਸਪੇਸ ਵਿੱਚ ਕਿੰਨੇ ਐਂਗਲ ਤੇ ਹੋਣਗੇ। ਸੋ ਇਸ ਨੂੰ ਕਰਨ ਦੇ ਲਈ ਅਸੀਂ ਆਹ ਚੀਜ਼ ਨੂੰ ਯੂਜ਼ ਕਰਾਂਗੇ, ਪਰ ਕਿਵੇਂ ਯੂਜ਼ ਕਰਾਂਗੇ ਉਹਦੇ ਲਈ ਬੜੀ ਇੰਪੋਰਟੈਂਟ ਚੀਜ਼ਾਂ ਨੇ, ਨੋਟ ਕਰ ਲਓ। ਦੇਖੋ ਪਹਿਲੀ ਗੱਲ ਤਾਂ ਇਹ ਕਿ ਜੇ ਤੁਸੀਂ ਆਈ ਕੈਪ ਨਾਲ ਹੀ ਡਾਟ ਪ੍ਰੋਡਕਟ ਕਰਨਾ ਹੋਵੇ ਤਾਂ ਕੀ ਆਵੇਗਾ? क्योंकि आई कैप क्या है, एक वेक्टर है ना यूनिट मैग्नीट्यूड दा, अलोंग एक्स एक्सिस ਤੁਹਾਨੂੰ ਪਤਾ ਹੀ ਹੈ। ਦੂਜਾ ਵੀ आई कैप है, ਇਹ ਵੀ एक्स एक्सिस ਦੇ अलोंग ਆ। ਤਾਂ A ਡਾਟ B ਦਾ ਫਾਰਮੂਲਾ ਲਾਓ ਇਹ ਤੇ, ਤਾਂ ਫਿਰ ਪਹਿਲਾਂ ਆਏਗਾ ਪਹਿਲੇ ਦਾ ਮੈਗਨੀਟਿਊਡ। आई कैप ਦਾ ਮੈਗਨੀਟਿਊਡ ਕਿੰਨਾ ਹੁੰਦਾ ਦੱਸੋ ਹੁਸਨਜੋਤ? आई कैप ਦਾ ਮੈਗਨੀਟਿਊਡ ਕਿੰਨਾ ਹੁੰਦਾ ਹੈ? ਹੁਸਨਜੋਤ ਪ੍ਰੈਜ਼ੈਂਟ ਹੈ? हुसनजोत आवाज आ रही मेरी? यस सर। हाँ जी दसो आई कैप का मैग्नीट्यूड कितना होता है? आई सर वो तो यूनिट यूनिट होता ना, वेक्टर। हाँ ਇਹਦਾ मैग्नीट्यूड कितना होता है फिर? सर 0 नहीं यूनिट 1 सर 1 ਇਹਦਾ मैग्नीट्यूड 1 ਹੁੰਦਾ ਹੈ, ਇਹਦੀ ਲੈਂਥ 1 ਹੁੰਦੀ ਹੈ ਕਿ ਨਹੀਂ? याद नहीं मैं जो एक्स एक्सिस वाई एक्सिस बनाई सी तो एक्स एक्सिस वाले पासे ਨੂੰ ਕਿੰਨੀ ਲੈਂਥ ਬਣਾਈ ਸੀ आई कैप वेक्टर ਦੀ? 1 यूनिट 1 ਬਣਾਈ ਸੀ, ਤਾਂ ਫਿਰ ਇਹਦਾ ਮੈਗਨੀਟਿਊਡ 1 ਹੁੰਦਾ ਹੈ ਬਸ, ਤੇ ਡਾਇਰੈਕਸ਼ਨ एक्स एक्सिस ਵਾਲੇ ਪਾਸੇ ਹੁੰਦੀ ਹੈ। ਸੋ ਆ आई कैप डॉट आई कैप ਇਸੇ ਫਾਰਮੂਲੇ ਨਾਲ ਕਰਨ ਜਾ ਰਿਹਾ ਮੈਂ, ਉੱਪਰਲੇ ਪਹਿਲਾਂ आई कैप डॉट आई कैप ਕਰਨ ਜਾ ਰਿਹਾ, ਕਿਉਂਕਿ ਇੱਥੇ ਜਿਹੜਾ ਵੈਕਟਰ ਆ ਉਹ ਆਪਣੇ ਆਪ ਚ ਤਿੰਨ ਕੁਆਂਟੀਟੀਜ਼ ਦਾ, ਤਿੰਨ ਰੈਕਟੈਂਗੂਲਰ ਕੰਪੋਨੈਂਟਸ ਵੰਡਿਆ ਹੋਇਆ ਵਾ। ਆਪਾਂ ਕੰਪੋਨੈਂਟ ਦਾ ਦੇਖ ਲਈਏ ਪਹਿਲਾਂ ਪ੍ਰੋਡਕਟ ਕੀ ਹੁੰਦਾ। आई कैप डॉट आई कैप ਕੀ ਹੋਗਾ? ਪਹਿਲਾ आई कैप ਇਹਦਾ ਮੈਗਨੀਟਿਊਡ ਕਿੰਨਾ ਹੋਗਾ? 1, ਤੇ ਦੂਜਾ आई कैप ਆ ਉਹ ਵੀ आई कैप, ਉਹਦਾ ਮੈਗਨੀਟਿਊਡ ਕਿੰਨਾ ਹੋਗਾ? 1, ਤੇ cos ਐਂਗਲ ਬਿਟਵੀਨ them आई कैप ਤੇ आई कैप ਚ ਐਂਗਲ ਕਿੰਨਾ ਹੁੰਦਾ? 0 ਡਿਗਰੀ, ਤੇ cos 0 ਡਿਗਰੀ ਕਿੰਨਾ ਹੁੰਦਾ? 1, cos 0 डिग्री 1 होता है। 1 into 1 into 1 आंसर क्या होगा? 1। तो आई कैप डॉट आई कैप ਹੁੰਦਾ ਹੈ 1, ਬਹੁਤ ਸੌਖਾ ਹੈ। ਤੇ ਜੇ ਤੁਸੀਂ आई कैप ਦਾ ਡਾਟ j कैप ਨਾਲ ਕਰੋਗੇ ਤਾਂ ਇੱਥੇ ਫੇਰ 1 ਆਏਗਾ, j कैप ਦਾ ਮੈਗਨੀਟਿਊਡ 1 ਆਏਗਾ, ਪਰ cos ਐਂਗਲ ਕਿੰਨਾ ਆ ਜਾਏਗਾ? 90 डिग्री। आई कैप ਤੇ j कैप ਚ 90 डिग्री ਦਾ ਐਂਗਲ ਹੁੰਦਾ, i x ਵਾਲੇ ਹੁੰਦਾ, ਉਹ y ਵਾਲੇ ਪਾਸੇ ਨੂੰ ਹੁੰਦਾ, ਤਾਂ 90 डिग्री ਐਂਗਲ ਹੋ ਗਿਆ। cos 90 डिग्री 0 ਦਾ 1 into 1 into 0 ਆਂਸਰ ਕੀ ਹੋਗਾ? 0 ਨੰਬਰ ਆਈ ਜਾਣਗੇ। ਤਾਂ ਤੇ ਜੇ आई कैप ਦਾ ਡਾਟ j कैप ਨਾਲ ਕਰੂੰਗਾ ਤਾਂ ਦੱਸੋ ਆਂਸਰ ਕਿੰਨਾ ਹੋਗਾ? 0। ਆ ਹੋ ਗਿਆ आई कैप ਦਾ ਤਿੰਨਾਂ ਨਾਲ। ਹੁਣ ਇਸੇ ਤਰ੍ਹਾਂ ਜੇ ਮੈਂ j कैप ਦਾ ਡਾਟ आई कैप ਨਾ ਕਰਾਂ ਪਹਿਲਾਂ ਤਾਂ ਆਂਸਰ ਕਿੰਨਾ ਹੋਗਾ? 0। कैप ਦਾ ਡਾਟ j कैप ਨਾਲ ਹੀ ਕਰਾਂ ਤਾਂ ਆਂਸਰ ਕਿੰਨਾ ਹੋਗਾ? 1। ਡਾਟ k कैप ਨਾ ਕਰੂੰਗਾ ਆਂਸਰ ਕਿੰਨਾ ਹੋਗਾ? 0। ਹੁਣ j ਦੇ ਵੀ ਸਾਰਿਆਂ ਨਾਲ ਹੋ ਗਿਆ। ਹੁਣ k ਦਾ ਦੇਖਦੇ ਹਾਂ। k कैप ਦਾ ਡਾਟ I कैप ਨਾ ਕਰੂੰਗਾ ਆਂਸਰ ਕਿੰਨਾ ਹੋਗਾ? 0। k कैप ਦਾ ਡਾਟ j कैप ਨਾ ਕਰੂੰਗਾ ਆਂਸਰ ਕਿੰਨਾ ਹੋਗਾ? 0। k कैप ਦਾ ਡਾਟ k कैप ਨਾ ਕਰੂੰਗਾ ਆਂਸਰ ਕਿੰਨਾ ਹੋਗਾ? 1। ਦੇਖੋ ਕਿੰਨਾ ਵਧੀਆ ਬਣ ਗਿਆ, ਸਾਰਿਆਂ ਦਾ ਪਤਾ ਲੱਗ ਗਿਆ ਆਪਾਂ ਨੂੰ ਕਿਵੇਂ ਕਿਵੇਂ ਆਇਆ। ਤੇ ਇਹਦੇ ਲਈ ਆਈ ਫਾਰਮੂਲਾ ਪਤਾ ਆਪਾਂ ਜਿਹੜਾ ਪਹਿਲਾਂ ਸਿੱਖਿਆ ਹੋਇਆ ਆ ਉੱਪਰ ਜਿਹੜਾ ਮੈਂ ਲਿਖਿਆ ਉੱਪਰ ਦੇਖੋ, ਕੋਈ ਨਵੀਂ ਚੀਜ਼ ਥੋੜੀ ਕੀਤੀ ਆ। ਇਹਦਾ ਮਤਲਬ ਮੈਨੂੰ ਪਤਾ ਲੱਗ ਗਿਆ i ਦਾ i ਦੇ ਨਾਲ ਪ੍ਰੋਡਕਟ 1 ਆਂਦਾ ਆ, ਬਾਕੀ ਸਾਰਿਆਂ ਨਾਲ 0। 1 ਨਾਲ ਪ੍ਰੋਡਕਟ 1 ਆਂਦਾ, ਬਾਕੀ ਸਾਰਿਆਂ ਨਾਲ 0। k ਦਾ k ਦੇ ਨਾਲ ਪ੍ਰੋਡਕਟ 1 ਆਂਦਾ, ਬਾਕੀ ਸਾਰਿਆਂ ਨਾਲ 0। ਸਮਝ ਲੱਗੀ ਗੱਲ? ਕਲੀਅਰ ਹੈ ਸਾਰਿਆਂ ਨੂੰ? ਹਾਂਜੀ ਸਰ। ਹਾਂਜੀ ਸਰ। a ਡਾਟ b ਨੂੰ ਖੋਲ ਕੇ ਜੇ ਮੈਂ ਕਰਨ ਦੀ ਕੋਸ਼ਿਸ਼ ਕਰਾਂ a ਡਾਟ b ਵੈਕਟਰ, ਤਾਂ ਮੈਂ ਲਿਖਾਂਗਾ ਇੱਥੇ ਪਹਿਲਾਂ ਤਾਂ a1 ਟਾਈਮਸ i कैप प्लस a2 टाइम्स j कैप
प्लस A3 टाइम्स K कैप ਤੇ ਇੱਥੇ ਪਤਾ ਕੀ ਇੱਥੇ ਡਿਸਟ੍ਰੀਬਿਊਟਿਵ ਪ੍ਰੋਪਰਟੀ ਉਵੇਂ ਲੱਗਦੀ ਹੈ ਜਿਵੇਂ ਆਪਣਾ ਨਾਰਮਲੀ ਪ੍ਰੋਡਕਟ ਕਰਦੇ ਹੁੰਦੇ ਸੀ ਨਾ ਤੁਸੀਂ ਇਹ ਕਿਵੇਂ ਕਰਦੇ ਸੀ ਜਦੋਂ ਤੁਸੀਂ A plus B ਨੂੰ C plus D ਨਾਲ ਕਰਦੇ ਸੀ ਤੁਸੀਂ ਕੀ ਕਰਦੇ ਪਹਿਲਾਂ A ਨੂੰ C ਨਾਲ AC ਫਿਰ A ਨੂੰ D ਨਾਲ AD ਫਿਰ B ਨੂੰ C ਨਾਲ BC ਆ ਕਰਦੇ ਸੀ ਨਾ ਸਾਰਾ ਕੁਝ ਇਹੀ ਸਾਰਾ ਕੁਝ ਹੈਗਾ ਵਾ ਪਰ ਹੁਣ ਇਹਦੇ ਚ ਕੀ ਆ ਇੱਕ ਚੀਜ਼ ਦੀ ਉਹ ਹੈਗੀ ਕਿਉਂਕਿ ਇੱਥੇ ਨਾਲ ਡਾਟ ਪ੍ਰੋਡਕਟ ਨੇ ਇੱਥੇ ਇਕੱਲੇ ਪ੍ਰੋਡਕਟ ਨਹੀਂ ਹੈਗੇ ਸੋ ਇੱਥੇ ਡਾਟ ਦਾ ਖਿਆਲ ਰੱਖਣਾ ਕਿ ਡਾਟ ਹੈ ਸੋ ਡਾਟ ਪ੍ਰੋਡਕਟ ਇੱਥੇ ਡਾਟ ਪਾਇਆ ਦੇਖੋ ਮੈਂ ਵਿੱਚ ਤੇ ਇੱਥੇ ਆਏਗਾ B1 I cap B2 J cap B3 K cap ਹੁਣ ਦੇਖੋ ਜੇ ਤੁਸੀਂ ਇਹਨੂੰ ਕਰਦੇ ਹੋ ਪਹਿਲਾਂ ਪਹਿਲੇ ਵਾਲੇ ਨੂੰ ਪਹਿਲੇ ਨਾ ਕਰੋਗੇ ਪਰ ਪਹਿਲੇ ਨਾਲ ਦੇਖੋ ਨੰਬਰ ਜਿਹੜਾ ਮੈਗਨੀਟਿਊਡ ਦਾ ਨਾਲ ਲੱਗਿਆ A1 ਤੇ B1 ਤਾਂ ਨਾਲ ਹੀ ਆ ਜਾਣਗੇ A1 B1 ਪਰ I cap ਡਾਟ I cap ਕਰਨਾ ਪਏਗਾ ਨਾਲ ਤੁਹਾਨੂੰ ਆ ਡਾਟ ਹੈ ਨਾ ਵਿੱਚ I ਡਾਟ I ਕਿੰਨਾ ਹੁੰਦਾ ਹੈ 1 ਫਿਰ ਅੱਗੇ ਆਊਗਾ ਜਦੋਂ A1 ਤੇ ਫਿਰ ਇਹਦਾ ਇਸ ਟਰਮ ਨੂੰ ਕਰੋਗੇ ਇਹਦੇ ਨਾਲ ਤਾਂ ਉਹ ਆਏਗਾ A1 B2 ਫਿਰ I ਡਾਟ J ਨਾਲ ਆਊਗਾ 0 ਇਸ ਤਰ੍ਹਾਂ ਹੀ A1 B3 ਕਰੋਗੇ ਤੇ ਆਨਸਰ ਕਿੰਨਾ ਆਊਗਾ 0 ਫਿਰ ਅਗਲਾ A2 ਦਾ ਕਰੋਗੇ ਤਾਂ ਦੇਖੋ ਤੁਹਾਨੂੰ ਪਤਾ ਸਾਰੇ 0 ਆ ਜਾਣਗੇ ਸਿਰਫ A2 ਦਾ ਇਹਦੇ ਨਾਲ ਸਰਵਾਈਵ ਕਰੇਗਾ A2 B2 ਫਿਰ ਅਗਲਾ 0 ਆ ਜਾਏਗਾ ਇਸ ਤਰ੍ਹਾਂ ਹੀ ਫਿਰ ਅਗਲੇ 2 0 ਆਣਗੇ ਤੇ ਲਾਸਟ ਵਿੱਚ ਸਰਵਾਈਵ ਕਰੇਗਾ A3 B3 ਸਮਝ ਲੱਗੀ ਗੱਲ ਸਾਰਿਆਂ ਨੂੰ ਹਾਂਜੀ ਸਰ ਇਹਦਾ ਮਤਲਬ ਇਹਦਾ ਆਨਸਰ ਕੀ ਬਣਿਆ ਸਿੱਧਾ ਹੀ I ਵਾਲੇ ਨੂੰ I ਨਾਲ ਗੁਣਾ ਕਰਕੇ ਇੱਥੇ ਲਿਖ ਦਿੰਦੇ ਆਪਾਂ A1 B1 J ਨੂੰ J ਨਾਲ ਕਰ ਦੋ A2 B2 K ਨੂੰ K ਵਾਲੇ ਨਾਲ ਕਰ ਦੋ A3 B3 ਤੇ ਕੋਈ ਨਾਲ I J K ਨਹੀਂ ਆਂਦਾ ਸਾਰਾ ਇਹ ਆਨਸਰ ਇੱਕ ਨੰਬਰ ਆ ਜਾਊਗਾ A ਡਾਟ B ਕਰਕੇ ਦੱਸੋ ਗੱਲ ਸਮਝ ਲੱਗੀ A ਡਾਟ B ਕਰਨ ਦਾ ਤਰੀਕਾ ਕਿਵੇਂ ਆਇਆ ਹਾਂਜੀ ਸਰ ਇਹ ਤਰੀਕਾ ਇੱਥੋਂ ਹੀ ਆਇਆ ਦੇਖੋ ਆਹੀ ਵਾਲੇ ਤਰ੍ਹਾਂ ਪੁਰਾਣੇ ਤਰੀਕੇ ਨਾਲ ਆਇਆ ਆਈਆਂ ਦਾ ਜੇ ਨਾਲ ਕੇ ਨਾਲ ਸਾਰਿਆਂ ਨਾਲ ਕਰਕੇ ਦੇਖ ਲਿਆ ਉਹਨਾਂ ਨੂੰ ਫਿਰ ਵਾਪਸ ਇੱਥੇ ਆਮ ਮਲਟੀਪਲੀਕੇਸ਼ਨ ਕਰਕੇ ਦੇਖੀ ਸਾਨੂੰ ਆ ਤਿੰਨ ਟਰਮਾਂ ਮਿਲ ਗਈਆਂ ਬਾਕੀ ਖਤਮ ਹੋ ਗਈਆਂ ਇਹ ਆਪਣਾ ਹੁੰਦਾ ਆ A ਵੈਕਟਰ ਡਾਟ B ਵੈਕਟਰ ਕਰਨ ਦਾ ਤਰੀਕਾ ਠੀਕ ਹੈ ਗੱਲ ਹੁਣ ਇਸੇ ਤਰ੍ਹਾਂ ਜੇ ਮੰਨ ਲਓ ਮੈਨੂੰ ਕੋਈ ਕਹਿ ਦੇਵੇ ਕੁਐਸਚਨ ਫॉर ਐਗਜ਼ਾਮਪਲ ਮੈਨੂੰ ਕੋਈ ਕਹਿ ਦੇਵੇ ਆ ਜਿਹੜਾ A ਵੈਕਟਰ ਹੈਗਾ ਆ ਉਹ ਹੈਗਾ ਮੰਨ ਲਓ 2I cap -J cap plus 3K cap ਤੇ ਨਾਲ ਹੀ ਮੈਨੂੰ ਕੋਈ ਕਹੇ B ਵੈਕਟਰ ਹੈਗਾ ਤੁਹਾਡਾ 3I cap plus 2J cap plus K cap ਤਾਂ A ਵੈਕਟਰ ਡਾਟ B ਵੈਕਟਰ ਕਿੰਨਾ ਆਊਗਾ ਦੇਖੋ ਸਿੱਧਾ ਹੀ ਕਰੋ 2 3 6 -1 ਗੁਣਾ 2 -2 ਤੇ 3 ਗੁਣਾ 1 3 ਤਾਂ ਕਿੰਨਾ ਹੋਗਾ 6 ਤੇ 9 -2 7 ਆ ਗਿਆ 7 ਬਸ ਹੋ ਗਿਆ ਕੰਮ 7 ਸਮਝ ਲੱਗੀ ਗੱਲ ਹਾਂਜੀ ਸਰ ਸਿੱਧਾ ਹੀ ਕੰਮ ਹੋਇਆ ਕਰੇਗਾ ਇਹ ਅੱਛਾ ਦੇਖੋ ਹੁਣ ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਸਿਖਾਈ ਹੈ ਇੱਥੇ ਦੇਖੋ ਮੈਂ ਇੱਥੇ ਸਿਖਾਣਾ ਮੈਂ ਤੁਹਾਨੂੰ ਪਹਿਲਾਂ ਸਿਖਾਈ ਹੈ ਕਿ ਜੇ ਕੋਈ ਦੋ ਵੈਕਟਰ A ਵੈਕਟਰ ਤੇ B ਵੈਕਟਰ ਇਸ ਤਰ੍ਹਾਂ ਹੋ ਜਾਣ ਕਿ ਦੋਨੋਂ ਪਰਪੈਂਡੀਕੂਲਰ ਹੋ ਜਾਣ ਜੇ ਮੰਨ ਲਓ ਆ A ਵੈਕਟਰ ਹੈ ਤੇ ਮੰਨ ਲਓ ਆ B ਵੈਕਟਰ ਹੈ ਤੇ ਇਹਨਾਂ ਦਾ ਡਾਟ ਪ੍ਰੋਡਕਟ ਕਿੰਨਾ ਆਉਂਦਾ ਦੱਸੋ ਮੈਨੂੰ ਜੇ ਆ A ਵੈਕਟਰ ਹੈ ਆ B ਵੈਕਟਰ ਹੈ ਤੇ ਡਾਟ ਪ੍ਰੋਡਕਟ ਕਿੰਨਾ ਆਉਂਦਾ ਹੈ 0 ਤੇ ਜੇ ਡਾਟ ਪ੍ਰੋਡਕਟ 0 ਹੈ ਇਹਦਾ ਮਤਲਬ ਕੀ ਹੋਊਗਾ ਪਰਪੈਂਡੀਕੂਲਰ ਨੇ ਜੇ ਦੋਨੋਂ ਨਾਨ ਜ਼ੀਰੋ ਵੈਕਟਰ ਨੇ ਤਾਂ ਹੁਣ ਮੰਨ ਲਓ ਕੁਐਸਚਨ ਉਹਨਾਂ ਨੇ ਕਿਸੇ ਨੇ ਕਹਿਤਾ ਮੈਨੂੰ prove that A vector which is equal to 2I cap plus 3J cap minus K cap and B vector is equal to 3I cap plus J cap plus 9K cap are perpendicular to each other ਹੁਣ ਤੁਸੀਂ ਇਹ ਦੋਨੋਂ ਵੈਕਟਰ ਜਿਹੜੇ ਇਹਨਾਂ ਨੂੰ ਪ੍ਰੂਵ ਕਰਨਾ ਹੈ ਕਿ ਪਰਪੈਂਡੀਕੂਲਰ ਨੇ ਤਾਂ ਕੀ ਕਰੀਏ ਆਪਾਂ ਡਾਟ ਪ੍ਰੋਡਕਟ ਦੇਖ ਲੈਣਾ ਕਿੰਨਾ ਆਇਆ ਵਾ ਡਾਟ ਪ੍ਰੋਡਕਟ ਕਰ ਲਓ ਦੇਖੋ ਕਿਹੜਾ ਹੋਗਾ 2 3 6 3 ਕਮ 3 -9 ਤੇ 9 -9 0 this implies ਕਿਉਂਕਿ ਡਾਟ ਪ੍ਰੋਡਕਟ 0 ਆਏਗਾ therefore ਤੁਸੀਂ ਕਹਿ ਸਕਦੇ A vector is perpendicular to B vector तो कितना सौखा होता देखो कितना सौखा प्रोडक्ट करना ਇਹ ਚ cos थीटा cos थीटा कुछ आया ही नहीं लोड ही नहीं पई डॉट प्रोडक्ट सीधा ही हो जाता है सो आ प्रेजेंटेशन अपनी रिप्रेजेंटेशन ज्यादा सौखी है इस तरह समझ लग गई सारे ਨੂੰ ਗੱਲ ਕੋਈ प्रॉब्लम ਹੋਵੇ ਤਾਂ ਪੁੱਛ ਲਓ ठीक है जी ਅੱਗੇ ਕਰਾਂ ਫਿਰ ਮੈਂ ਸੋ ਇਸੇ ਤਰ੍ਹਾਂ ਜੇ ਕ੍ਰਾਸ ਪ੍ਰੋਡਕਟ ਕਰਨਾ ਹੋਵੇ ਤਾਂ ਕੀ ਕਰਾਂਗੇ ਫਿਰ ਉਹੀ ਗੱਲ ਹੈ
फिर मेरे को एक सवाल हैगा ए वेक्टर, फिर उमें हैगा A1 I कैप, A2 J कैप, A3 K कैप। उस तो बाद मेरे को हैगा B वेक्टर इज इक्वल टू B1 I कैप, B2 J कैप, B3 K कैप। ਹੁਣ ਮੈਨੂੰ ਕਹਿ ਰਹੇ ਨੇ ਕਿ ਕ੍ਰਾਸ ਪ੍ਰੋਡਕਟ ਕਰਨਾ ਹੋਵੇ ਤਾਂ ਕਿਵੇਂ ਕਰੋਗੇ? ਡਾਟ ਤਾਂ ਤੁਸੀਂ ਕਰ ਲਿਆ ਸੀ, ਤੇ ਕ੍ਰਾਸ ਕਰਨ ਦੇ ਲਈ ਆਪਣੇ ਕੋਲ ਮੈਥਡ ਚਾਹੀਦਾ ਆਪਾਂ ਨੂੰ ਕਿ ਆਪਾਂ ਕਿਵੇਂ ਲਿਖਾਂਗੇ ਕ੍ਰਾਸ ਪ੍ਰੋਡਕਟ ਨੂੰ। ਤਾਂ ਕ੍ਰਾਸ ਪ੍ਰੋਡਕਟ ਨੂੰ ਲਿਖਣ ਲਈ ਫਿਰ ਆਪਾਂ ਨੂੰ ਇਹ ਕੰਮ ਕਰਨਾ ਪੈਣਾ, ਸਾਰਿਆਂ 'ਚ ਕ੍ਰਾਸ ਕਰਨਾ ਪੈਣਾ ਆਪਾਂ ਨੂੰ, ਕਿਉਂਕਿ ਜਦੋਂ ਤੁਸੀਂ A ਕ੍ਰਾਸ B ਇੱਥੇ ਲਿਖੋਗੇ, A ਵੈਕਟਰ ਕ੍ਰਾਸ B ਵੈਕਟਰ, ਤਾਂ ਤੁਸੀਂ ਪਹਿਲਾ ਵੈਕਟਰ ਲਿਖ ਦੋਗੇ। ਮੈਂ ਤੁਹਾਨੂੰ ਬਾਅਦ 'ਚ ਇਹਦਾ ਸ਼ਾਰਟਕਟ ਮੈਥਡ ਦੱਸੂਗਾ। ਡਾਟ ਤਾਂ ਵੈਸੇ ਹੀ ਸ਼ਾਰਟ ਮੈਥਡ, ਇਹ ਵਾਲਾ ਮੈਂ ਤੁਹਾਨੂੰ ਪਹਿਲਾਂ ਹੁਣ ਬਹੁਤ ਇੱਕਦਮ ਬਿਲਕੁਲ ਬੇਸਿਕ ਮੈਥਡ ਨਾਲ ਲੈ ਕੇ ਜਾ ਰਿਹਾ ਕ੍ਰਾਸ ਕਰਨਾ ਦਾ, ਵਿੱਚ ਕ੍ਰਾਸ ਪਾਤਾ ਮੈਂ, ਤੇ ਬਾਅਦ ਵਿੱਚ ਤੁਹਾਨੂੰ ਮੈਂ ਇਹਦਾ ਸ਼ਾਰਟਕਟ ਮੈਥਡ ਦੱਸੂਗਾ ਕਿ ਸ਼ਾਰਟ 'ਚ ਹੀ ਹੋ ਜਾਂਦਾ, ਕੋਈ ਏਡਾ ਵੱਡਾ ਮਸਲਾ ਨਹੀਂ ਹੁੰਦਾ ਜਿੰਨਾ ਵੱਡਾ ਇੱਥੇ ਦਿਖ ਰਿਹਾ ਹੁੰਦਾ ਕਿ ਬਹੁਤ ਲੰਬਾ ਚਲਾ ਜਾਂਦਾ ਇਹ 'ਚ ਕੰਮ। ਉਹ ਪਤਾ ਕਿਉਂ ਸੌਖਾ ਹੋ ਜਾਂਦਾ? ਕਿਉਂਕਿ ਜਿੱਥੇ ਕੋਲ ਟੋਟਲ 9 ਜੋੜੇ ਬਣਦੇ ਆ I J K ਦੇ ਆਪਸ 'ਚ, 9 ਜੋੜਿਆਂ 'ਚ 6 ਜੋੜਿਆਂ ਦੇ ਤਾਂ ਡਾਟ ਪ੍ਰੋਡਕਟ 0 ਹੋ ਜਾਂਦਾ ਵਾ, 3 ਹੀ ਬਚਦੇ ਨੇ, 3 ਨੂੰ ਆਪਾਂ ਇੱਥੇ ਲਿਖ ਦਿੱਤਾ ਸੀ। ਪਰ ਹੁਣ ਕ੍ਰਾਸ ਪ੍ਰੋਡਕਟ ਕਰਨਾ ਹੈ, ਤੇ ਕ੍ਰਾਸ ਪ੍ਰੋਡਕਟ ਦਾ ਫਾਰਮੂਲਾ ਜਿਹੜਾ ਤੁਹਾਨੂੰ ਪਤਾ ਹੈ ਕਿ ਕੋਈ ਵੀ A ਵੈਕਟਰ ਕ੍ਰਾਸ B ਵੈਕਟਰ ਕੀ ਹੁੰਦਾ ਵਾ, ਪਹਿਲਾਂ A ਦਾ ਮੈਗਨੀਟਿਊਡ, ਫਿਰ B ਦਾ ਮੈਗਨੀਟਿਊਡ, ਫਿਰ ਸਾਈਨ ਆਫ ਐਂਗਲ ਬਿਟਵੀਨ them, ਤੇ ਨਾਲ ਆਂਦਾ n ਕੈਪ, ਤੇ n ਕੈਪ ਕਿਵੇਂ ਆਂਦਾ? A ਨੂੰ B ਵਾਲੇ ਪਾਸੇ ਫਿੰਗਰ ਕ੍ਰਾਸ ਕਰਕੇ ਆਂਦਾ ਹੈ। ਸੋ ਆ ਆਪਣਾ ਇਸ ਤਰ੍ਹਾਂ ਆਂਦਾ ਹੈ। ਹੁਣ ਇਹਨੂੰ ਯੂਜ਼ ਕਰਕੇ ਦੇਖੋ I ਕੈਪ ਕ੍ਰਾਸ I ਕੈਪ ਕੀ ਆਏਗਾ? ਪਹਿਲਾ ਹੋਊਗਾ ਪਹਿਲੇ ਦਾ ਮੈਗਨੀਟਿਊਡ 1, ਦੂਜੇ ਦਾ ਮੈਗਨੀਟਿਊਡ 1, ਸਾਈਨ ਆਫ ਐਂਗਲ ਬਿਟਵੀਨ them ਕਿੰਨਾ ਹੁੰਦਾ? 0 ਡਿਗਰੀ। ਸੋ n ਕੈਪ ਦੀ ਕੋਈ ਲੋੜ ਹੀ ਨਹੀਂ, I ਕ੍ਰਾਸ ਮਤਲਬ ਅੱਗੇ n ਕੈਪ ਜੋ ਵੀ ਆਊਗਾ बेसिकली 0 ही आ जाऊगा अपना आंसर इतने ना, तो अपन आई कैप इतने एन कैप की लोड ही नहीं, एन कैप नो एन कैप लिख दो जाए, साइन 0 0 हो गया ना, आंसर कितना होगा? 0 वेक्टर। क्रॉस आई 0 वेक्टर ਹੁੰਦਾ है। इस तरह जे ਤੁਸੀਂ I क्रॉस J ਕਰਦੇ ਹੋ ਤਾਂ ਆਏਗਾ 1 1 sin 90 डिग्री होने 0 नहीं होना, ਤੇ n कैप ਦੀ ਜਗ੍ਹਾ ਕੀ ਆਏਗਾ? ਹੁਣ ਤੁਸੀਂ ਮੈਨੂੰ ਦੱਸੋ, ਆਪ ਸੋਚ ਕੇ ਦੱਸੋ कि जे ਤੁਹਾਡੇ ਕੋਲ I कैप है, तो ਤੁਹਾਨੂੰ ਸਾਰਾ ਕੁਝ ਪਤਾ ਹੋਣਾ ਹੈ ਕਿ I कैप ਕਿੱਧਰ ਨੂੰ, I कैप ਇੱਧਰ ਨੂੰ ਆ, ਮੰਨ ਲਓ I x axis ਵਾਲੇ ਪਾਸੇ ਇਹ I कैप ਆ, ਤੇ ਮੰਨ ਲਓ ਕਿ ਆ ਆਪਣਾ J कैप ਆ, ਠੀਕ ਹੈ। ਹੁਣ n कैप ਜਿਹੜਾ ਹੁੰਦਾ ਯੂਨਿਟ ਵੈਕਟਰ ਹੁੰਦਾ ਇਨ ਦਾ ਡਾਇਰੈਕਸ਼ਨ ਆਫ ਦਿਸ, ਕਿ ਮੰਨ ਲਓ I कैप ਆ J कैप ਆ, ਦੋਨਾਂ 'ਚ ਐਂਗਲ ਥੀਟਾ ਵਾ, ਥੀਟਾ ਮੰਨ ਲਓ 90 ਡਿਗਰੀ ਥੇ। ਹੁਣ ਦੱਸੋ I क्रॉस J ਕਰੋਗੇ ਤਾਂ ਫਿੰਗਰ ਨੂੰ I ਤੋਂ J ਵਾਲੇ ਪਾਸੇ ਕੋਇਲ ਕਰੋਗੇ ਤਾਂ ਥੰਬ अंगूठा केड़े वाले पासे नु आएगा? सर बाहर नु आएगा ना। हाँ जी सर। ते जे आ x एक्सिस आ ते आ y एक्सिस आ ता फिर बाहर नु हुंदी केड़ी एक्सिस? z एक्सिस। Z एक्सिस। z एक्सिस वाले पासे नु केड़ा n कैप हुंदा? n कैप उत्ते k कैप हुंदा है। k कैप हुंदा है। ठीक है गल? इसलिए थोड़ा आंसर क्या आएगा? 1 into k कैप 1 ही हो गया into i k कैप आंसर आएगा कल्ला k कैप। तो I क्रॉस J का आंसर क्या आएगा? K कैप। अच्छा जब पुट्ठा कर दिए ना, सोचो मैंने पहले दस दो, J क्रॉस I कर दिए तो आंसर क्या होगा? क्योंकि जब J क्रॉस I करोगे तो अंगूठा अंदर नु जाऊगा, यानी माइनस Z एक्सिस वाले पासे नु जाऊगा ना। समझ लग रही सारे नु गल? हाँ जी सर। तो इस तरह के बहुत सारे, ये तो 9 नहीं, ये तो टोटल 18 बन जाने हैं जोड़े, क्योंकि चलो I क्रॉस I तो सेम ही रहूगा 0, पर J क्रॉस I ਵੱਖਰਾ ਤੇ I क्रॉस J ਵੱਖਰਾ। ਸੋ ਇਸ ਚੀਜ਼ ਨੂੰ, ਇਹ ਸਾਰੀ ਚੀਜ਼ ਨੂੰ ਤੁਸੀਂ ਕਰ ਵੀ ਸਕਦੇ ਹੋ, ਪਰ ਇਹਦੇ ਬਜਾਏ ਮੈਂ ਤੁਹਾਨੂੰ ਸ਼ਾਰਟਕਟ ਮੈਥਡ ਦੱਸਦਾ ਕਿਵੇਂ ਕਰਨਾ। ਇੱਥੇ I कैप ਲਿਖ ਦਿਓ, ਇੱਥੇ J कैप ਲਿਖ ਦਿਓ, ਤੇ ਇੱਥੇ K कैप ਲਿਖ ਦਿਓ, ਤੇ ਇਸ ਤਰ੍ਹਾਂ ਇਹਦਾ ਇੱਕ ਕਲੌਕਵਾਈਜ਼ ਡਾਇਰੈਕਸ਼ਨ ਚ ਬਣਾ ਲਓ। I J K ਜਿਵੇਂ ਹੈਗਾ ਇਹਦਾ ਪੈਟਰਨ I J K ਇਹ ਹੁੰਦਾ ਨਾ I J K। ਸੋ ਜਦੋਂ ਤੁਸੀਂ ਇਸ ਤਰ੍ਹਾਂ ਚੱਲੋਗੇ ਜਿਵੇਂ ਮੈਂ ਐਰੋ ਬਣਾਏ ਨੇ, I क्रॉस J ਦਾ ਆਨਸਰ ਆਊਗਾ K, ਦੇਖੋ ਇੱਧਰ, ਤੇ J क्रॉस K ਦਾ ਆਨਸਰ ਆਊਗਾ I, ठीक है। K क्रॉस I का आंसर क्या होगा? J। तो जो पुट्ठा चलोगे तो जिਵੇਂ J क्रॉस I करोगे तो आंसर होगा माइनस K, I क्रॉस K करोगे आंसर होगा माइनस J। सो जे तुसी इस एरो की डायरेक्शन चलोगे, समझ रहे हो ना मेरी गल? जी मान लो K क्रॉस J करना, मान लो हुन K क्रॉस J करोगे तो K क्रॉस J तो पुट्ठा जा रहे हो तुसी, तो माइनस I कैप आएगा, पर जे तुसी J क्रॉस K करोगे एकदम सेम डायरेक्शन च तो I कैप आएगा। समझ लग रही सारे गल? हाँ जी सर। आ तरीका है अपना याद रखने का, किस तो की आएगा। सो आप इस याद रखे तरीके नाल ही काम करते हैं अपना, ठीक है। सो हुण आप इस तरीके नाल इत्थे अप्लाई करते हैं काम। देखो सीधा सीधा ही काम करते हैं हुण।
पहला होगा देखो a1 इंटू b1 ਤਾਂ ਸਿੱਧਾ ਹੀ ਲਿਖ ਲਓ ਕਿਉਂਕਿ ਉਹ ਤਾਂ ਆਈ ਜਾਣਾ ਵਾ a1 ਇੰਟੂ b1 ਪਰ i ਕ੍ਰੋਸ i ਕੀ ਆ ਜਾਣਾ 0 ਹਨਾ ਮੈਗਨੀਟਿਊਡ 0 ਆਣਾ ਹੁੰਦਾ ਤਾਂ ਫਿਰ ਡਾਇਰੈਕਸ਼ਨ ਤੇ ਕੋਈ ਮਤਲਬ ਸੈਂਸ ਨਹੀਂ ਬਣ ਜਾਂਦੀ 0 ਵੈਕਟਰ ਬਣ ਜੂਗਾ ਇਹ ਤਾਂ ਠੀਕ ਆ ਤੇ ਫਿਰ ਅਗਲਾ ਹੋਗਾ a1 ਤੇ b2 ਜਦੋਂ a1 ਦੇ ਨਾਲ b2 ਆਊਗਾ ਤਾਂ ਦੋਸਤੋ i ਕ੍ਰੋਸ j ਕੀ ਬਣੂਗਾ ठीक है K कैप कैप फिर अगला इधर करोगे तो क्या होगा a1 b3 ते i क्रॉस k इधर देख के देखो i क्रॉस k उठा रहे हैं अपन माइनस j यस माइनस j आ गया फिर उस तो बाद अगला की बनूगा आ वाला चक लो हुण आ वाला a2 ਨੂੰ b1 ਨਾਲ ਜਦੋਂ a2 ਨੂੰ b1 ਨਾਲ ਕੀਤਾ ਤਾਂ ਆਊਗਾ j क्रॉस i देखो j क्रॉस i ਤੇ ਕੀ ਆਊਗਾ -k यस -k ਸੋ ਪਤਾ ਲੱਗ ਜਾਂਦਾ ਹੁਣ ਆਪਾਂ ਨੂੰ ਉਹ ਆਪਾਂ ਮੈਥਡ ਹੀ ਲਗਾ ਰਹੇ ਹਾਂ ਫਿਰ a2 ਨੂੰ b2 ਨਾਲ ਨਾ ਹੀ ਕਰੋ ਹਨਾ j क्रॉस j 0 ਹੋ ਜਾਣਾ ਤੁਹਾਨੂੰ ਪਤਾ ਹੀ ਹੈ ਸੋ ਸਿੱਧਾ ਹੀ ਆਪਾਂ a2 ਨੂੰ b3 ਨਾਲ ਕਰਦੇ ਹਾਂ ਟਾਈਮ ਬਚਾਉਂਦੇ ਹਾਂ a2 ਨੂੰ b3 ਨਾਲ ਕਰਾਂਗੇ ਕੀ ਆਊਗਾ j क्रॉस k माइनस i है ना फिर a3 ਨੂੰ b1 ਨਾਲ ਕਰੋ a3 b1 ਨਾਲ ਕੀ ਆਉ k क्रॉस i ਕੀ ਆंसर ਆਊਗਾ k क्रॉस i j ਆਊਗਾ ਨਾ j ਆਊਗਾ ਤੇ ਫਿਰ a3 b2 ਨਾਲ ਕਰੋਗੇ ਤਾਂ k क्रॉस j ਕੀ ਆਊਗਾ माइनस i यस कितने कोई गलती होगी लगती है A2 into A2 cross B3 उरे माइनस I कैप नहीं आना हाँ a2 into एक 3 करोगे तो j क्रॉस k है ਉਹਦਾ हाँ i प्लस कल I कैप आऊगा ठीक है वेरी गुड कौन है ये बच्चा कौन बोल रहे सुनी सर हरमनदीप हाँ हरमनदीप वेरी गुड ठीक है सो देखो ਹੁਣ ਆਪਾਂ ਕੀ ਕਰਨਾ ਆਪਾਂ ਇੱਥੇ ਕੀ ਕਰੀਏ ਹੁਣ ਦੇਖੋ ਇਹ ਇੰਨੇ ਸਾਰੇ i j k ਇਕੱਠੇ ਇਹ ਤਾਂ ਛੱਡ ਹੀ ਦਿਓ ਇਹ ਤਾਂ 0 ਹੀ ਆ ਤੁਸੀਂ i ਵਾਲੇ ਇਕੱਠੇ ਕਰ ਲਓ i ਵਾਲੇ ਕਿਹੜੇ ਕਿਹੜੇ ਆ ਇੱਕ ਆ ਵਾ ਤਾਂ ਤੁਸੀਂ ਇਹ ਚ ਕੀ ਕਰਿਆ i ਕੈਪ ਨੂੰ ਬਾਹਰ ਰੱਖ ਲਓ ਪਹਿਲਾਂ ਤੇ ਇਹਦੇ ਅੰਦਰ ਦੇਖੋ ਇਹਦੇ ਨਾਲ ਕੌਣ ਆਊਗਾ ਇੱਕ ਤਾਂ ਆਊਗਾ a2 b3 ਮਾਈਨਸ a3 b2 ਫਿਰ ਤੁਸੀਂ ਕੀ ਕਰੋਗੇ j ਕੈਪ ਰੱਖ ਲਓ ਨਾਲ j ਕੈਪ ਨਾਲ ਕੌਣ ਕੌਣ ਆਊਗਾ ਇੱਕ ਤਾਂ ਆਇਆ a3 b1 माइनस a1 b3 फिर आऊगा k कैप नाल की आऊगा a1 b2 माइनस a2 b1 ਆ ਫਾਰਮੂਲਾ ਆਊਗਾ ਹੁਣ ਦੇਖੋ ਜਦੋਂ ਮੈਂ ਪਹਿਲੀ ਵਾਰ ਇਹ ਕੀਤਾ ਸੀ ਜਦੋਂ ਮੈਂ 11ਵੀਂ ਚ ਹੁੰਦਾ ਸੀ ਮੈਂ ਕਿਹਾ ਤਾਂ ਬੜਾ ਪੰਗਾ ਵਾ ਮਤਲਬ ਇਹ ਤਾਂ ਇੰਨਾ ਕੁਝ ਕਰਨਾ ਪੈਣਾ ਇਹ ਸਭ ਯਾਦ ਥੋੜੀ ਰੱਖਿਆ ਜਾ ਸਕਦਾ ਵਾ ਜਿਹੜਾ ਡਾਟ ਪ੍ਰੋਡਕਟ ਆ ਉਹ ਤਾਂ ਯਾਦ ਰਹਿ ਜਾਂਦਾ ਕਿ i ਵਾਲੇ ਨੂੰ ਚੱਕ ਕੇ i ਨਾਲ ਗੁਣਾ ਕਰੋ j ਨੂੰ j ਨਾਲ k ਨੂੰ k ਨਾਲ ਸਿੱਧੇ ਜੋੜ ਦੋ ਤੇ ਨਾ ਤਾਂ ਕੋਈ ਉਹ ਚ i ਪੈਣਾ ਨਾ j ਪੈਣਾ ਨਾ k ਪੈਣਾ ਪਰ ਇੱਥੇ ਤਾਂ ਵੈਕਟਰ ਪ੍ਰੋਡਕਟ ਕਰ ਰਹੇ ਹਾਂ ਇੱਥੇ ਤਾਂ ਆਨਸਰ ਵੈਕਟਰ ਚ ਆਨਸਰ ਆ ਰਿਹਾ ਆਪਣਾ ਤਾਂ ਇੱਥੇ ਤਾਂ ਆਪਾਂ ਨੂੰ ਇਹ ਯਾਦ ਰੱਖਣਾ ਪੈਣਾ ਨਹੀਂ ਤੁਸੀਂ ਇਹ ਵੀ ਯਾਦ ਨਹੀਂ ਰੱਖਣਾ ਕਿਸੇ ਨੇ ਵੀ ਇਹ ਯਾਦ ਨਹੀਂ ਰੱਖਣਾ ਇਹ ਯਾਦ ਰੱਖਣ ਦੀ ਕੋਈ ਲੋੜ ਨਹੀਂ ਹੈ ਤੁਹਾਨੂੰ ਆਹ ਪ੍ਰੋਸੀਜਰ ਸਾਰਾ ਆ ਵੀ ਨਹੀਂ ਕਰਨਾ ਪੈਣਾ ਇਹਨੂੰ ਇਹਦੇ ਨਾਲ ਕਰੋ ਫਿਰ ਇਹਨੂੰ ਇਹਦੇ ਨਾਲ ਕਰੋ ਆ ਵੀ ਨਹੀਂ ਕਰਨਾ ਪੈਣਾ ਇਹ ਤਾਂ ਤੁਹਾਨੂੰ ਮੈਂ ਸਿਖਾ ਰਿਹਾ ਸੀ ਕਨਵਿੰਸ ਕਰ ਰਿਹਾ ਸੀ ਬਸ ਕ੍ਰਾਸ ਪ੍ਰੋਡਕਟ ਕਰਨ ਦੇ ਲਈ ਆਪਣੇ ਕੋਲ ਇੱਕ ਬਹੁਤ ਵਧੀਆ ਮੈਥਡ ਆ ਸ਼ਾਰਟਕਟ ਮੈਥਡ ਆ ਜਾਂ ਇੱਕ ਟੈਕਨੀਕਲ ਮੈਥਡ ਆ ਜਿਹਦੇ ਨਾਲ ਕਿ ਆਪਾਂ ਨੂੰ ਪ੍ਰੋਡਕਟ ਕਰਨ ਲੱਗੇ ਬਹੁਤ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਇਸ ਤਰ੍ਹਾਂ ਦੀ ਕਿਵੇਂ ਕਰਾਂਗੇ ਆਪਾਂ ਦੇਖੋ ਨਵੇਂ ਮੈਥਡ ਨਾਲ ਕਿਵੇਂ ਕਰਦੇ ਹਾਂ ਕੰਮ ਆਪਾਂ ਤੁਸੀਂ ਕੁਝ ਚੀਜ਼ਾਂ ਯਾਦ ਰੱਖਣੀਆਂ ਨੇ ਬਸ ਉਹ ਕਰਦੇ ਕਰਦੇ ਤੁਹਾਨੂੰ ਯਾਦ ਹੋ ਜਾਣਾ ਸਾਰਿਆਂ ਨੂੰ ਆਪਣੇ ਆਪ ਦੇਖੋ ਜਦੋਂ a ਕ੍ਰਾਸ b ਕਰਨਾ ਆ ਤੁਸੀਂ a ਕ੍ਰਾਸ b ਕਰਨਾ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਇਸ ਤਰ੍ਹਾਂ ਦਾ ਇੱਕ ਡਿਟਰਮੀਨੈਂਟ ਡਰਾ ਕਰ ਲੈਣਾ ਡਿਟਰਮੀਨੈਂਟ ਕਹਿੰਦੇ ਆ ਇਹਨੂੰ ਬਾਅਦ ਚ ਦੱਸੂਗਾ ਮੈਂ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਦੋ ਲਾਈਨਾਂ ਮਾਰਨੀਆਂ ਨੇ ਇੱਥੇ ਸਭ ਤੋਂ ਪਹਿਲਾਂ ਕਾਲਮ ਜਿਹਾ ਬਣਾਉਣਾ ਜਿਵੇਂ ਆਪਾਂ ਉਹ ਨਹੀਂ ਬਣਾਉਂਦੇ ਕੈਲੰਡਰ ਜਿਵੇਂ i ਕੈਪ j ਕੈਪ k ਕੈਪ ਫਿਰ ਸਭ ਤੋਂ ਪਹਿਲਾਂ ਕਿਹੜਾ ਵੈਕਟਰ ਲਿਖਿਆ ਹੈ a ਵੈਕਟਰ ਲਿਖਿਆ ਨਾ ਤਾਂ a ਵੈਕਟਰ ਦੇ ਜਿਹੜੇ ਕੰਪੋਨੈਂਟਸ ਨੇ a1 a2 a3 ਇਹ ਨੰਬਰ ਚੱਕ ਕੇ ਇੱਥੇ ਲਿਖਦੇ ਨੇ a1 a2 a3 ਫਿਰ b ਦੇ ਕੰਪੋਨੈਂਟ b1 b2 b3 ਇੱਥੇ ਲਿਖ ਦੇਣੇ ਚੱਕ ਕੇ ਉਸ ਤੋਂ ਬਾਅਦ ਕੀ ਕਰਨਾ ਹੁੰਦਾ ਦੇਖੋ ਸਭ ਤੋਂ ਬਹੁਤ ਸਿੰਪਲ ਜੀ ਗੱਲ ਹੁੰਦੀ ਹੈ ਕਿ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਦੇਖੋ ਆ ਯਾਦ ਰੱਖਣਾ ਕਿ ਇੱਥੋਂ ਪੋਜ਼ਿਟਿਵ ਤੋਂ ਸ਼ੁਰੂ ਹੁੰਦਾ ਕੰਮ ਜਿਵੇਂ i ਕੈਪ ਨੂੰ ਲੈਣਾ ਪੋਜ਼ਿਟਿਵ ਫਿਰ ਅਗਲਾ ਨੈਗੇਟਿਵ ਫਿਰ ਅਗਲਾ ਪੋਜ਼ਿਟਿਵ ਠੀਕ ਹੈ ਸੋ ਆ ਹੁਣੇ ਮੈਂ ਤੁਹਾਨੂੰ ਉਸ ਮੈਥਮੈਟੀਕਲ ਉਸ ਫਾਰਮ ਚ ਲਿਆ ਰਿਹਾ ਸਿੱਧਾ ਹੀ ਕਰਾ ਰਿਹਾ i ਕੈਪ ਪਹਿਲਾਂ ਪੋਜ਼ਿਟਿਵ ਲੈਣਾ ਤਾਂ i ਕੈਪ ਨੂੰ i ਕੈਪ ਹੀ ਲਿਖ ਦਿਓ ਇੱਥੇ ਠੀਕ ਹੈ i ਕੈਪ ਦੇ ਨਾਲ ਕੀ ਕਰਨਾ ਫਿਰ
आई कैप जिस रो च हैगा आ रो ਨੂੰ ਛੱਡ ਦੋ ਤੇ ਜਿਹੜੇ ਕਾਲਮ ਚ ਹੈਗਾ ਆ ਕਾਲਮ ਨੂੰ ਵੀ ਛੱਡ ਦੋ ਤੇ ਤੁਹਾਡੇ ਕੋਲ 2 ਨੰਬਰ ਬਚੇ ਆ ਆਹੀ 2 ਨੰਬਰ ਬਚ ਗਏ ਨਾ ਇਹਨਾਂ ਨੂੰ ਕਿਵੇਂ ਸੋਲਵ ਕਰਨਾ a2 b3 ਕ੍ਰਾਸ ਮਲਟੀਪਲੀਕੇਸ਼ਨ ਜਿਵੇਂ ਪਹਿਲਾਂ ਤੁਸੀਂ ਕਰਦੇ ਸੀ a2 b3 minus a2 b3 minus a3 b2 देखो आ वाला नंबर नीचे देखो आई आ रहा है ना आंसर नीचे भी फिर ਜਦੋਂ ਤੁਸੀਂ j ਕੈਪ ਕਰਨਾ ਹੈ ਯਾਦ ਰੱਖਣਾ ਕਿ ਪੋਜ਼ਿਟਿਵ ਇਹਨੂੰ ਲੈਣਾ j ਕੈਪ ਨੂੰ 네ਗੇਟਿਵ ਲੈ ਲੈਣਾ -j ਕੈਪ ਇੱਥੇ ਪੋਜ਼ਿਟਿਵ ਸਾਈਨ ਨਹੀਂ ਲੈਣਾ ਫਿਰ j ਕੈਪ ਨਾਲ ਵੀ ਉਹੀ ਕਰਨਾ ਤੁਸੀਂ ਦੇਖੋ ਕਿਵੇਂ ਇਹਨੂੰ ਛੱਡ ਦਿਓ ਹੁਣ ਇਹੀ ਕੰਮ ਤੁਸੀਂ j ਕੈਪ ਲਈ ਕਰਨਾ ਹੈ ਤਾਂ ਦੇਖੋ j ਕੈਪ ਲਈ ਕਿਵੇਂ ਕਰੋਗੇ j ਕੈਪ ਲਈ ਤੁਸੀਂ ਇਹਨੂੰ j ਕੈਪ ਜਿਹੜੇ ਰੋ ਚ ਹੈਗਾ ਇਹਨੂੰ ਤਾਂ ਛੱਡ ਹੀ ਦਿਓ ਫਿਰ j ਕੈਪ ਜਿਹੜੇ ਕਾਲਮ ਚ ਹੈਗਾ ਇਹਨੂੰ ਵੀ ਛੱਡ ਦਿਓ ਹੁਣ ਤੁਹਾਡੇ ਕੋਲ ਆ 4 ਨੰਬਰ ਫਿਰ ਬਚ ਗਏ a1 ਨੂੰ ਕਰੋਗੇ b3 ਨਾਲ ਇਹ ਆਊਗਾ a1 b3 ਮਾਈਨਸ ਫਿਰ ਉਹੀ ਕੰਮ a1 ਨੂੰ ਪਹਿਲਾਂ ਦੇਖੋ ਇੱਥੇ ਹੀ ਕਰਨਾ ਫਿਰ a3 b1 ਇਹਦੇ ਵਿੱਚ ਕੋਈ ਚੇਂजेस ਨਹੀਂ ਲੈ ਕੇ ਆਣੇ ਤਾਂ ਹੀ ਮੈਂ ਤੁਹਾਨੂੰ ਕਿਹਾ ਪਹਿਲਾਂ ਇੱਥੇ j ਨੂੰ 네ਗੇਟਿਵ ਲੈਣਾ ਤੇ ਉਸ ਤੋਂ ਬਾਅਦ k ਨੂੰ ਫਿਰ ਪੋਜ਼ਿਟਿਵ ਲੈਣਾ ਆ ਵੀ ਹੋ ਗਿਆ ਇਹਨੂੰ ਛੱਡ ਦਿਓ ਇਸ ਤੋਂ ਬਾਅਦ ਕਿਹੜਾ ਬਚਿਆ k ਕੈਪ ਨੂੰ ਕੀ ਲੈਣਾ ਪੋਜ਼ਿਟਿਵ ਕਿ 네ਗੇਟਿਵ k ਕੈਪ ਨੂੰ ਲੈਣਾ ਪੋਜ਼ਿਟਿਵ ਤੇ k ਕੈਪ ਦੇ ਨਾਲ ਫਿਰ ਕਿਹਨੂੰ ਛੱਡੋਗੇ ਇਹਨੂੰ ਤਾਂ ਛੱਡੋਗੇ ਹੀ ਇਹਨੂੰ ਵੀ ਛੱਡ ਦੋਗੇ ਕੌਣ ਕੌਣ ਬਚੇਗਾ ਫਿਰ a2 A2 B1 ਹੁਣ ਦੇਖੋ ਇਹ ਚ ਆਨਸਰ ਚ ਸਿਰਫ ਇੱਕ ਫਰਕ ਆ ਰਿਹਾ ਇੱਥੇ ਆਪਣਾ ਪੁੱਠਾ ਆ ਰਿਹਾ a1 b3 ਇਧਰ ਆਣਾ ਚਾਹੀਦਾ ਨਾ ਉਹ ਆ ਹੀ ਜਾਊਗਾ ਦੇਖੋ ਆ 네ਗੇਟਿਵ ਨੂੰ ਜਦੋਂ ਤੁਸੀਂ ਕਰੋਗੇ ਆ 네ਗੇਟਿਵ ਨੂੰ -j ਕੈਪ ਨੂੰ ਇੰਟਰੋਡਿਊਸ ਕਰੋਗੇ ਅੰਦਰ ਆਵਲਾ ਤਾਂ ਸੇਮ ਹੀ ਆਇਆ ਇਹਨੂੰ ਪਲੱਸ ਕਰ ਦੋ ਆ 네ਗੇਟਿਵ ਨੂੰ ਅੰਦਰ ਲੈ ਲੋਗੇ ਤਾਂ a3 b1 ਅੱਗੇ ਆ ਜਾਊਗਾ ਤੇ a1 b3 ਉਧਰ ਆ ਜਾਊਗਾ ਬਾਕੀ k ਕੈਪ ਵਾਲਾ ਵੀ ਸੇਮ ਹੀ ਹੈ ਜੋ ਸੋ ਦੇਖੋ ਆਨਸਰ ਆਪਣਾ ਸਾਰਾ ਮੈਚ ਕਰ ਰਿਹਾ ਇਹਦੇ ਨਾਲ ਨੀਚੇ ਵਾਲੇ ਨਾਲ ਸੋ ਇਸ ਤਰ੍ਹਾਂ ਹੀ ਆਪਾਂ ਪ੍ਰੋਡਕਟ ਕਰਿਆ ਕਰਾਂਗੇ ਜਦੋਂ ਵੀ ਕਰਿਆ ਕਰਾਂਗੇ ਸਮਝ ਲੱਗੀ ਸਾਰਿਆਂ ਨੂੰ ਗੱਲ ਹਾਂਜੀ ਸਰ ਇੱਥੇ ਮੈਂ ਫਾਰਮੂਲਾ ਨਹੀਂ ਲਿਖ ਰਿਹਾ ਮੈਂ ਤਾਂ ਤੁਹਾਨੂੰ ਕਰਨਾ ਸਿਖਾ ਰਿਹਾ ਸੀ ਬਸ ਹੁਣ ਆਪਾਂ ਦੇਖੋ ਇਸੇ ਮੈਥਡ ਨਾਲ ਕਰਕੇ ਦੇਖਦੇ ਹਾਂ ਮੈਂ ਕਰਕੇ ਦਿਖਾਣਾ ਤੁਹਾਨੂੰ ਕੁਝ ਕੁਐਸਚਨਸ ਜਿਵੇਂ ਫॉर एग्जांपल ਮੈਨੂੰ ਕੋਈ ਕੁਐਸਚਨ ਕਹਿ ਰਿਹਾ कि a vector is equal to 2i cap minus j cap plus 3k cap इस तरह कुछ भी लिखता b vector is i cap plus 2j cap plus k cap कुछ भी हो सकता प्लस माइनस कुछ भी आ सकते चलो जी हुण सॉल्यूशन करना आपा की करना फाइंड a vector cross b vector तो किवें करांगे a vector cross b vector a vector cross b vector लिखोगे फिर तुसी इतने लिखोगे आई कैप जे कैप के कैप फिर आई कैप 2 - 1 3 आएगा 2 - 1 3 ए दे ਲਈ b ਦੇ ਲਈ ਕੀ ਆਣਾ ਫਿਰ b ਬਾਅਦ ਚ ਨਾ 1 2 1 ਫਿਰ ਇੱਥੇ ਇਹਨੂੰ ਸੋਲਵ ਕਰ ਲਓ आई कैप लिख दो ਪਹਿਲਾਂ आई कैप ਲਈ ਇਹਨੂੰ ਤੁਹਾਨੂੰ ਪਤਾ ਕੀ ਛੱਡਾਂਗੇ ਆ ਛੱਡ ਦਾਂਗੇ ਇਹ ਆਊਗਾ -1 * -1 ਫਿਰ ਮਾਈਨਸ ਸਾਈਨ ਵਿੱਚ ਆਂਦਾ 2 3 6 है ना एक माइनस तो आंदा ही है ना मल्टीप्लाई करने बाद फिर जे कैप नु लोगे नेगेटिव फिर एनु छाड़ दोगे यार 2 आंदा 2 - 3 आंदा 3 फिर प्लस के कैप ना कौन आएगा एनु छाड़ दो 2 दूनी 4 -1 * -1 सो -1 आऊगा इथे फिर वो बाद प्लस बन जाऊगा किने बन जाऊगा -7 आई कैप ए बनूगा 2 - 3 -1 ते माइनस बाहर भी पे सो प्लस जे कैप plus 5 times k cap this is the answer हो गया समय लगी सारा नु गल हाँ जी सर ये औखा की सौखा ਸੌਖਾ ਹੈ ਸਰ ਹੁਣ ਅੱਛਾ ਦੇਖੋ ਹੁਣੀ ਮੈਂ ਪੁੱਛ ਰਿਹਾ ਸੀ ਅਨਮ ਤੂੰ ਹੁਣ ਦੱਸ ਮੈਨੂੰ ਆ ਜਿਹੜਾ a cross b ਆ ਇਹ ਇਹਨਾਂ ਦੋਨਾਂ ਵੈਕਟਰਸ ਦੇ ਪੈਰਲਲ ਹੋਊਗਾ ਕਿ ਪਰਪੈਂਡੀਕੂਲਰ ਹੋਊਗਾ सर परपेंडिकुलर ऑब्वियसली ਹੁਣੇ ਆਪਾਂ ਕੀਤਾ ਤਾਂ ਹੈ a cross b ਪਰਪੈਂਡੀਕੂਲਰ ਨਹੀਂ ਹੈ ਇਹਨਾਂ ਦੋਨੋਂ ਵੈਕਟਰਸ ਦੇ ਜਿਹੜੇ ਵੀ ਵੈਕਟਰ ਹੋਣ ਜਿਹੜੇ ਹੋਣ ਹੈਨਾ ਤੇ ਸਰ ਜੇ ਦੋ ਵੈਕਟਰਸ ਹੈ ਹੁਣ ਜੇ ਵੈਲਿਊਜ਼ ਗਿਵਨ ਨੇ ਆਪਾਂ ਨੇ ਇਹਨਾਂ ਚ ਐਂਗਲ ਫਾਈਂਡ ਕਰਨਾ ਹੋਵੇ ਹਾਂ ਮੈਂ ਉਹ ਦੱਸਦਾ ਅਗਲਾ ਟੌਪਿਕ ਆਪਣਾ ਉਹੀ ਆ ਮੈਂ ਅੱਜ ਉਹੀ ਕਰਾਣਾ ਹੈ ਤੁਹਾਨੂੰ ਸਾਰਾ ਕੁਝ ਮੈਂ ਪਹਿਲਾਂ ਇਹ ਸਮਝਾ ਰਿਹਾ ਸਿਰਫ ਤੁਹਾਨੂੰ ਐਂਗਲ ਤਾਂ ਇੱਥੇ ਸਾਨੂੰ ਲੋੜ ਹੀ ਨਹੀਂ ਪਈ ਨਾ ਇੱਥੇ ਤਾਂ ਆਪਾਂ ਬਿਨਾਂ ਐਂਗਲ ਦੀ ਪ੍ਰੋਡਕਟ ਕਰਦਾ ਦੇਖੋ ਨਾ ਸਾਈਨ ਥੀਟਾ ਲੋੜ ਹੀ ਨਹੀਂ ਪਈ ਹਾਂਜੀ ਪਰ ਮੈਂ ਇਹ ਕਹਿ ਰਿਹਾ ਕਿ ਇਹ ਜਿਹੜਾ ਵੈਕਟਰ ਆਇਆ ਇਹ ਇਹਨਾਂ ਦੋਨਾਂ ਤੇ ਪਰਪੈਂਡੀਕੂਲਰ ਆ ਇਸੇ ਲਈ ਹੋਣਾ ਤਾਂ ਇਹ ਚਾਹੀਦਾ ਕਿ ਜੇ ਇਹ ਵੈਕਟਰ ਵੀ ਪਰਪੈਂਡੀਕੂਲਰ ਆ ਇਹਦੇ
ਤੇ b ਵੈਕਟਰ v ਪਰਪੈਂਡੀਕੂਲਰ ਹੀ ਹੈ ਇਹਦੇ, ਤਾਂ ਇਹਦਾ ਮਤਲਬ ਹੋਣਾ ਕੀ ਚਾਹੀਦਾ ਕਿ a ਵੈਕਟਰ ਦੀ ਇਹਦੇ ਨਾਲ ਡਾਟ ਪ੍ਰੋਡਕਟ ਕੀ ਹੋਣੀ ਚਾਹੀਦੀ ਹੈ, ਕੀ ਹੋਣਾ ਚਾਹੀਦਾ ਡਾਟ ਪ੍ਰੋਡਕਟ 0 0 ਹੋਣਾ ਚਾਹੀਦਾ ਆ। ਕਰਕੇ ਦੇਖੀਏ, ਕਿਉਂਕਿ ਆਪਣੇ ਕੋਲ ਆ ਵੈਕਟਰ ਵੀ ਪਿਆ, ਉਹ ਵੈਕਟਰ ਵੀ ਪਿਆ। ਆ ਦੇਖੋ 2 ਗੁਣਾ ਕੀ ਕਰੋਗੇ, ਪਹਿਲਾਂ -7 ਕੀ ਆਊਗਾ -14, ਫਿਰ -1 ਤੇ ਇੱਥੇ 1 ਹੈਗਾ -1, ਫਿਰ 3 5 15, ਆਨਸਰ ਕੀ ਆ ਗਿਆ 0। ਵੈਰੀ ਗੁੱਡ, ਹੋ ਗਿਆ। ਤੇ ਜੇ b ਵੈਕਟਰ ਨੂੰ ਕਰਕੇ ਦੇਖਾਂ, b ਵੈਕਟਰ ਲਈ 1 ਹੈਗਾ, ਇੱਥੇ ਹੈਗਾ -7, ਕੀ ਆਊਗਾ -7, ਫਿਰ 2 ਹੈਗਾ, ਇੱਥੇ ਕੀ ਹੈਗਾ 1 ਜਮਾ 2, ਉੱਥੇ 1 ਹੈਗਾ, ਇੱਥੇ 5 ਹੈਗਾ 5, ਕਿੰਨਾ ਆ ਗਿਆ -7 ਜਮਾ 7 0। ਉਹ ਆਈ ਜਾਣਾ ਵਾ, ਤੁਹਾਨੂੰ ਜਿਓਮੈਟਰੀ ਪਤਾ ਹੀ ਹੈ ਇਹਦੀ, ਸਮਝ ਲੱਗੀ ਗੱਲ। सर 0 ना आया फिर ਹੈ ਜੇ 0 ਨਾ ਆਇਆ, ਜੇ 0 ਨਾ ਆਇਆ ਮਤਲਬ ਤੁਸੀਂ ਗਲਤੀ ਕਰ ਚੁੱਕੇ ਹੋ, ਪਰ ਕ੍ਰਾਸ ਪ੍ਰੋਡਕਟ ਦਾ 0 ਆਊਗਾ ਹੀ ਆਊਗਾ a ਨਾਲ b ਨਾਲ, ਕਿਉਂਕਿ a ਤੇ b ਦੇ ਪਰਪੈਂਡੀਕੂਲਰ ਹੀ ਹੁੰਦਾ ਹੈ ਕ੍ਰਾਸ ਪ੍ਰੋਡਕਟ, ਸਾਰਾ ਰੂਲ ਆਪਣਾ ਹੀ ਹੈ। ਸੋ ਜੇ ਆਇਆ ਨਾ 0 ਤਾਂ ਇਹਦਾ ਮਤਲਬ ਸਮਝ ਲਿਓ ਉੱਪਰ ਪੰਗਾ ਪੈ ਗਿਆ, ਕਿਤੇ ਪਲੱਸ ਮਾਈਨਸ ਦੀ ਗਲਤੀ ਕਰਕੇ ਹੋਵੋਗੇ। ਸਮਝ ਲੱਗੀ ਗੱਲ। ਤੇ ਯੋਗੇਸ਼ ਚੈਟ ਵਿੱਚ ਕੀ ਅਸੀਂ ਮਤਲਬ ਡਾਟ ਪ੍ਰੋਡਕਟ ਤੇ ਕ੍ਰਾਸ ਪ੍ਰੋਡਕਟ ਦਾ ਯੂਜ਼ ਕੀਤਾ, ਤੇ ਤੁਹਾਨੂੰ ਕੱਲ ਜਦੋਂ ਜਾਂ ਪਰਸੋਂ ਵਾਲੇ ਲੈਕਚਰ 'ਚ ਮੈਂ ਆਹੀ ਯੂਜ਼ ਸਹੀ ਦੱਸ ਰਿਹਾ ਸੀ ਕਿ ਵਰਕ ਡਨ ਨੂੰ ਕਿਵੇਂ ਡਿਫਾਈਨ ਕੀਤਾ ਸੀ ਆਪਾਂ, f ਡਾਟ s, ਟਾਰਕ ਨੂੰ ਕਿਵੇਂ ਡਿਫਾਈਨ ਕੀਤਾ ਸੀ r ਕ੍ਰਾਸ f। ਸੋ ਹੁਣ ਤੁਹਾਨੂੰ ਆਹ ਵੈਕਟਰ ਜਿਹੜੇ ਨੇ ਇਸ ਫਾਰਮ 'ਚ ਵੀ ਦਿੱਤੇ ਹੋ ਸਕਦੇ ਨੇ, ਹੁਣ ਤੱਕ ਥੋੜੀ ਤੁਸੀਂ ਇਹ ਸਵਾਲ ਕਰ ਸਕਦੇ ਸੀ, ਹੁਣ ਕਰ ਸਕਦੇ ਹੋ। ਜਿਵੇਂ ਹੁਣ ਤੁਹਾਨੂੰ ਕੋਈ ਕਹਿ ਦੇਵੇ, ਕੁਐਸਚਨ ਕਹਿ ਦੇਵੇ ਫਾਈਂਡ work done by a force 2i cap plus 3j cap plus k cap if body is displaced by displacement 3i cap plus j cap। मान लो ਹੁਣ ਆ ਕੁਐਸਚਨ ਆ ਗਿਆ, ਹੁਣ ਆਹ ਸਵਾਲ ਦਾ ਜਵਾਬ 9ਵੀਂ ਕਲਾਸ 'ਚ ਥੋੜੀ ਦੇ ਸਕਦੇ ਤੁਸੀਂ 9ਵੀਂ 'ਚ ਕਹਿਣਾ ਲੈ ਉਹ ਤਾਂ ਫੋਰਸ ਵਰਕ ਤਾਂ ਹੁੰਦਾ ਹੈ ਫੋਰਸ ਇਨਟੂ ਡਿਸਪਲੇਸਮੈਂਟ। ਹੁਣ ਕਿਹੜਾ ਫੋਰਸ ਕਿਹੜੀ ਡਿਸਪਲੇਸਮੈਂਟ ਕਿੱਥੋਂ ਲੈ ਕੇ ਆਈਏ, ਪਰ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਤੁਹਾਨੂੰ ਮੈਂ ਸਮਝਾਇਆ ਕਿ ਵਰਕ ਡਨ ਹੁਣ f ਡਾਟ s ਹੁੰਦਾ ਆ, ਤੇ ਕਿਉਂ ਹੁੰਦਾ ਵੀ ਦੱਸਿਆ ਸੀ ਤੁਹਾਨੂੰ। ਹੁਣ f ਤੁਹਾਡੇ ਕੋਲ ਹੈਗਾ ਹੀ ਆ, s ਵੀ ਹੈਗਾ ਤੁਹਾਡੇ ਕੋਲ, ਦੱਸੋ ਫਿਰ ਕੀ ਆਂਸਰ ਆਊਗਾ। डॉट करना दसो सर 9i plus 3j plus k cap। ਉਹ ਨਹੀਂ i j k ਨਹੀਂ ਨਾ ਆਂਦਾ, ਇਹ ਚ ਤਾਂ ਨੰਬਰ ਆਂਦੇ ਨੇ, ਸਕੇਲਰ ਪ੍ਰੋਡਕਟ ਆ। ਦੇਖ ਇਸ ਤੋਂ ਪਹਿਲਾਂ ਆਪਾਂ ਨੰਬਰ ਥੋੜੀ ਲਿਖ ਰਹੇ ਸੀ, ਸਾਰਾ ਕੁਝ ਸਕੇਲਰ ਪ੍ਰੋਡਕਟ ਆ। 3 2 ਦਾ सर 9 i ਨਹੀਂ ਆਊਗਾ ਨਾਲ, 9 ਉਹਦਾ 3 ਆਊਗਾ ਕੱਲਾ, ਤਾਂ ਇਹ k ਹੈ ਹੀ ਨਹੀਂ, ਤਾਂ ਮਤਲਬ 0 k ਆ ਸਮਝ ਲਓ। ਤਾਂ ਫਿਰ ਉਹਦੇ ਦਾ k ਪ੍ਰੋਡਕਟ 0 ਹੋ ਗਿਆ, ਤਾਂ 6 3 सर 9 जूल आंसर, बस हो गया। कितना सौखा हो गया काम। ਹੁਣ ਇਹ ਤੁਹਾਨੂੰ 4th ਯੂਨਿਟ ਚ ਆਣਾ ਜਾ ਕੇ, ਪਰ ਹੁਣ ਦੇਖੋ ਡਾਟ ਪ੍ਰੋਡਕਟ ਤੁਹਾਨੂੰ ਕਰਨੇ ਆਉਂਦੇ ਨੇ, ਇਸ ਲਈ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿ ਜੇ ਇਸ ਤਰ੍ਹਾਂ ਦੇ ਵੈਕਟਰ ਫਾਰਮ ਚ ਦਿੱਤੇ ਹੋਣ ਫੋਰਸ ਤੇ ਡਿਸਪਲੇਸਮੈਂਟ, ਤੁਸੀਂ ਤਾਂ ਵੀ ਵਰਕ ਡਨ ਪਤਾ ਕਰ ਸਕਦੇ ਹੋ ਬਿਨਾ ਉਹਨਾਂ ਵਿੱਚ ਐਂਗਲ ਲੱਭੇ ਹੀ, ਬਿਨਾ ਉਹਨਾਂ ਵਿੱਚ ਐਂਗਲ ਲਏ ਹੀ। ਕਿੰਨਾ ਸੌਖਾ ਕੰਮ ਹੋ ਗਿਆ। ਕਲੀਅਰ ਹੈ ਗੱਲ ਸਾਰਿਆਂ ਨੂੰ ਇਹ? यस सर यस ਹੋਰ ਸਵਾਲ बड़े इंपॉर्टेंट सवाल होंगे ने, होएगा टू फाइंड एंगल बिटवीन टू गिवन वेक्टर्स। कोई 2 गिवन वेक्टर्स ने, उन्हां च एंगल पता करना होवे, क्योंकि ये एंगल की तो लोड़ ही नहीं पैंदी। तुहाडा देखो a वेक्टर ते b वेक्टर जे गिवन होण इस फॉर्म च i j k फॉर्म च, तो a plus b भी सीधा ही हो जांदा वा, लोड़ नहीं पई एंगल दी। a माइनस b भी सीधा ही हो जाता वा, a डॉट b भी सीधा ही हो गया, a क्रॉस b भी सीधा ही हो गया, किते एंगल की लोड़ ही नहीं पई। यू आर एबल टू परफॉर्म ऑल दीज ऑपरेशंस, है ना। पर हुण इन्हां ऑपरेशंस दे इस्तेमाल नाल आपां एंगल पता कर सकते हैं। इत्थे एंगल की लोड़ तां नहीं पैंदी, पर एंगल पता किया जा सकता है। जिवें कि तुहानूं पता है कि कोई a वैक्टर होवे ते b वैक्टर होवे, तो फर्स्ट ऑफ ऑल आपां जे कोसाइन ऑफ एंगल पता करना है जी, ज्यादातर कोसाइन ऑफ एंगल ही पता करते, एंगल का कोसाइन पता करना होता, cos थीटा तुहानूं पता डॉट b जो होंदा वा।
ਸੋ A ਵੈਕਟਰ ਡਾਟ B ਵੈਕਟਰ ਕੀ ਹੁੰਦਾ ਆ? A ਦਾ ਮੈਗਨੀਟਿਊਡ, B ਦਾ ਮੈਗਨੀਟਿਊਡ ਤੇ cos ਐਂਗਲ ਬਿਟਵੀਨ them। ਫਿਰ ਦੱਸੋ cos ਥੀਟਾ ਕਿਹਦੇ ਬਰਾਬਰ ਆਊਗਾ? A ਦਾ ਮੈਗਨੀਟਿਊਡ, B ਦਾ ਮੈਗਨੀਟਿਊਡ ਤੇ ਥੀਟਾ ਕਿਹਦੇ ਬਰਾਬਰ ਆਊਗਾ? A ਡਾਟ B ਓਵਰ A ਦਾ ਮੈਗਨੀਟਿਊਡ, B ਦਾ ਮੈਗਨੀਟਿਊਡ। ਤੇ ਇੱਥੇ ਦੇਖੋ ਜੀ ਡਾਟ ਨਹੀਂ ਹੈ, ਮੈਗਨੀਟਿਊਡਸ ਨੇ ਬਸ ਮਲਟੀਪਲਾਈ ਕੀਤੇ ਨੇ, ਸਿਰਫ ਉੱਪਰ ਡਾਟ ਪ੍ਰੋਡਕਟ ਹੈ। ਤੇ ਇਹ ਇੱਥੋਂ ਹੀ ਆਇਆ, A ਤੇ B ਦਾ ਮੈਗਨੀਟਿਊਡ ਤੁਹਾਨੂੰ ਪਤਾ ਨਾ ਮੈਗਨੀਟਿਊਡ ਕੀ ਹੁੰਦਾ, ਕੱਲ ਸਮਝਾਇਆ ਸੀ ਮੈਗਨੀਟਿਊਡ ਕੀ ਹੁੰਦਾ, ਅੱਜ ਵੀ ਹੁਣ ਸਟਾਰਟ ਹੀ ਇੱਥੋਂ ਕੀਤਾ ਲੈਕਚਰ ਆਪਾਂ। This is the way to calculate the angle between the two vectors। ਅੱਛਾ ਜੇ ਕੋਈ ਕਹਿੰਦੇ ਨੇ ਸਾइन ऑफ एंगल पता करो, साइन ऑफ एंगल ਕਿਵੇਂ ਪਤਾ ਕਰਾਂਗੇ? A क्रॉस B ਤੋਂ, ਪਰ A क्रॉस B ਦਾ ਮੈਗਨੀਟਿਊਡ ਲੈਣਾ ਪੈਣਾ, n ਕੈਪ ਦੀ ਲੋੜ ਨਹੀਂ ਸਾਨੂੰ ਇੱਥੇ। ਮੈਗਨੀਟਿਊਡ ਕੀ ਹੁੰਦਾ? AB sin थीटा, ਨਾਲ n ਕੈਪ ਨਹੀਂ ਆਏਗਾ ਕਿਉਂਕਿ ਮੈਂ ਮੈਗਨੀਟਿਊਡ ਲੈ ਲਿਆ। ਤਾਂ sin थीटा ਕਿਹਦੇ ਬਰਾਬਰ ਆਏਗਾ? A क्रॉस B ਦਾ ਮੈਗਨੀਟਿਊਡ बटा A ਦਾ मैग्नीट्यूड, B ਦਾ मैग्नीट्यूड। दिस इंप्लाइज थीटा किहदे बराबर आएगा? A क्रॉस B ਦਾ मैग्नीट्यूड ओवर A ਦਾ मैग्नीट्यूड, B ਦਾ मैग्नीट्यूड। ਹੁਣ ਆਏ ਨੂੰ ਕਰਕੇ ਦਿਖਾਣਾ ਮੈਂ ਤੁਹਾਨੂੰ ਬੇਸਿਕਲੀ ਸਵਾਲ ਕਿਵੇਂ ਦਾ ਆਊਗਾ। ਆ ਤਾਂ ਤੁਹਾਡਾ ਇਹਦਾ ਸਕਰੀਨਸ਼ਾਟ ਲੈਣਾ ਤਾਂ ਲੈ ਲਓ ਜੇ ਕਿਸੇ ਨੇ ਲੈਣਾ, ਵੈਸੇ ਤਾਂ ਮੈਂ ਬਾਅਦ ਚ ਰਿਕਾਰਡਿੰਗ ਭੇਜ ਦੂੰਗਾ। ਚਲੋ ਕਰਦੇ ਹਾਂ। ਦੇਖੋ ਮੈਨੂੰ ਕੁਐਸਚਨ ਆ ਗਿਆ, ਉਹ ਕਹਿੰਦਾ ਫਾਈਂਡ ਦਾ एंगल between vectors 2i cap plus j cap plus 4k cap and 3i cap plus 2j cap minus k cap। ठीक है, सॉल्यूशन। सो आप की मान लांगे let a वैक्टर नु मान लो तुसी आया पहला वाले दा नाम a रख दो। हालांकि इन्ना ये नाम रख नहीं बैठते, आप सीधे ही काम कर दें जो आप ऑब्जेक्टिव करते हैं। चलो हम आप नाम रख रहे हैं बड़ा सवार के आप, क्योंकि सब्जेक्टिवली भी थोड़ा लिखना आना चाहिए। ये आ गया। सो मान लो आप मान लेट थीटा इज एंगल बिटवीन ए वेक्टर एंड बी वेक्टर, देयरफॉर फिर cos थीटा के बराबर आता है ए वेक्टर डॉट बी वेक्टर बटा ए दा मैग्नीट्यूड, बी दा मैग्नीट्यूड। ਹੁਣ A ਡਾਟ ਵੀ ਸਿੱਧਾ ਹੀ ਨਹੀਂ ਕਰ ਸਕਦੇ ਤੁਸੀਂ, ਇਹਦਾ ਦੇਖੋ ਕਰ ਦੋ ਸਿੱਧੇ ਉੱਪਰ A ਡਾਟ ਵੀ ਕੀ ਹੋਗਾ? ਅਰੇ ਪਤਾ ਕਿਵੇਂ ਲੱਗੂਗਾ cos ਫਾਈਂਡ ਕਰਨਾ sin? ਨਹੀਂ, ਜਦੋਂ ਤੁਹਾਨੂੰ ਸਿਰਫ ਐਂਗਲ ਫਾਈਂਡ ਕਰਨ ਨੂੰ ਕਿਹਾ, ਮੋਸਟਲੀ ਆਪਾਂ cos ਫਾਈਂਡ ਕਰਦੇ ਹਾਂ ਕਿਉਂਕਿ ਡਾਟ ਪ੍ਰੋਡਕਟ ਈਜ਼ੀ ਹੁੰਦਾ ਹੈ, ਕੰਮ ਫਾਸਟ ਹੋ ਜਾਂਦਾ। ਜੇ ਇਹਨਾਂ ਨੇ ਨਹੀਂ ਕਿ ਜੇ ਸਾਈਨ ਕਰਨ ਨੂੰ ਕਿਹਾ ਫਿਰ ਆਪਾਂ ਕਰਾਂਗੇ ਕ੍ਰਾਸ ਵਾਲਾ, ਨਹੀਂ ਤਾਂ ਮਰਜ਼ੀ। ਹਾਂ ਹੁਣ ਆ ਗਿਆ 3 ਆ ਦੇ 2 3 6 1 ਗੁਣਾ 2 ਜੇ ਤਾਂ ਜੇ ਨਾਲ ਦੇਖੋ 2 ਇਹਦੇ ਨਾਲ i j k ਨਹੀਂ ਲਾ ਰਿਹਾ ਮੈਂ, ਨੰਬਰ ਆਏ -4। ਹੁਣ A ਦਾ ਮੈਗਨੀਟਿਊਡ ਕਿਵੇਂ ਆਊਗਾ? A ਦਾ ਮੈਗਨੀਟਿਊਡ ਕਿੰਨਾ ਤੁਹਾਨੂੰ ਆਉਂਦਾ ਹੀ ਹੈ, 2 ਦੂਣੀ 4 1 1 1 4 ਚੌਕੇ 16 ਅੰਡਰ ਦਾ ਰੂਟ। ਮੈਗਨੀਟਿਊਡ ਤਾਂ ਹੀ ਹੁੰਦਾ ਵਾ ਇਹਦਾ। ਤੇ B ਦਾ ਮੈਗਨੀਟਿਊਡ ਵੀ ਤੁਹਾਨੂੰ ਪਤਾ 3 3 9 2 ਦੂਣੀ 4 1 1 1 ਆ -1 ਦਾ ਸਕੁਅਰ ਤੇ 1 ਹੀ ਆਊਗਾ, ਪੋਜ਼ਿਟਿਵ ਹੀ ਹੁੰਦਾ ਕਿਉਂਕਿ ਮੈਗਨੀਟਿਊਡ ਤਾਂ 1 ਪੋਜ਼ਿਟਿਵ ਹੁੰਦਾ। ਠੀਕ ਆ, ਆ ਕਿੰਨਾ ਆ ਗਿਆ 6 ਤੇ 2 8 4 4 ਇਹ 16 ਤੇ 4 20 ਤੇ 21 ਦਾ ਰੂਟ। ਇਹ ਆਗਾ 9 ਤੇ 10 14 ਦਾ ਰੂਟ। ਇਹਨੂੰ ਚਾਹੇ ਅੰਦਰ ਵਾਲੇ ਇਹਨੂੰ ਕਰਕੇ ਦੇਖ ਲਓ, ਇਹਨੂੰ ਸੌ ਮੇਖਿਆ ਨਾ ਹੋਈ ਗਿਆ। ਦੇਖੋ 4 ਬਟਾ 21 ਆ ਜਾਊਗਾ 7 ਗੁਣਾ 3 ਤੇ ਰੂਟ ਦੇ ਅੰਦਰ ਦੂਜਾ ਵੀ ਵਿੱਚ ਗੁਣਾ ਕਰ ਦੋ 2 ਗੁਣਾ 7 ਤੇ ਇਹ ਆ ਜਾਊਗਾ 4 ਬਟਾ 7 12 ਆ ਜਾਊਗਾ, ਰੂਟ ਦੇ ਅੰਦਰ 3 ਦੂਣੀ 6 ਰਹਿ ਜਾਊਗਾ। ਸੋ ਕਈ ਵਾਰ ਆਨਸਰ ਹੈ ਗਿਵਨ ਹੁੰਦਾ ਨਾ, ਥੀਟਾ ਕਿਹਦੇ ਬਰਾਬਰ ਗਿਵਨ ਹੋਊਗਾ cos ਇਨਵਰਸ 4 ਬਟਾ 7 ਰੂਟ 6 ਤੇ ਕਈ ਵਾਰ ਰੂਟ 6 ਨੂੰ ਉੱਪਰ ਐਡਜਸਟ ਕਰਨਾ ਹੋਵੇ ਤਾਂ ਉੱਪਰ ਕਰ ਦਿੰਦੇ ਨੇ, ਤਾਂ 4 ਰੂਟ 6 ਉੱਪਰ ਆ ਜਾਂਦਾ, ਨੀਚੇ 7 ਗੁਣਾ 6 ਹੋ ਜਾਂਦਾ ਕਿਉਂਕਿ ਰੈਸ਼ਨਲਾਈਜ਼ ਕਰ ਦਿੰਦੇ ਆ। ਤਾਂ ਇਹਨੂੰ 2 ਇੱਥੇ ਆ ਜਾਂਦਾ, ਇੱਥੇ 3 ਆ ਜਾਂਦਾ, ਫਿਰ 2 ਰੂਟ 6 ਬਟਾ 21 ਵੀ ਆ ਜਾਂਦਾ ਇਹਦੀ ਜਗ੍ਹਾ। ਸੋ ਉਹ ਡਿਪੈਂਡ ਕਰਦਾ ਨਾ, ਕਈ ਵਾਰ ਤੁਹਾਡੇ ਆਪਸ਼ਨਸ ਜਿਹੜੇ ਗਿਵਨ ਹੁੰਦੇ ਨੇ ਉਹਨੂੰ ਰੈਸ਼ਨਲਾਈਜ਼ ਕੀਤਾ ਕਿ ਨਹੀਂ ਕੀਤਾ। ਸੋ ਤੁਸੀਂ ਦੇਖ ਲੈਣਾ ਆਨਸਰ ਇਹ ਆਊਗਾ ਜਾਂ ਇਹ ਆਊਗਾ, ਜੋ ਮਰਜ਼ੀ ਕਰ ਸਕਦੇ। ਰੈਸ਼ਨਲਾਈਜ਼ ਕੀਤਾ ਇਹਨੂੰ ਮੈਂ, ਇਹਨੂੰ ਮੈਂ ਰੂਟ 6 ਨਾਲ ਗੁਣਾ ਕਰਤਾ, ਰੂਟ 6 ਨਾਲ ਡਿਵਾਈਡ ਕਰਤਾ ਕਿ ਨੀਚੇ ਵਾਲਾ ਰੂਟ ਖਤਮ ਹੋ ਜਾਏ ਬਸ। ਸਮਝ ਲੱਗੀ ਸਾਰਿਆਂ ਨੂੰ ਗੱਲ? तो जे मैंने ਇਹਦੇ ਵਿੱਚ साइन एंगल पता करना होवे, आता cos पता किया सी, ਤਾਂ ਇਹਦੇ ਵਿੱਚ ਮੈਂ ਕਰਕੇ ਦਿਖਾ ਦੇਣਾ ਤੁਹਾਨੂੰ ਇਹਦਾ ਹੀ एंगल ਕਿਵੇਂ ਪਤਾ ਕਰੋਗੇ साइन एंगल। फिर ਉਹਦੇ ਵਿੱਚ ਕੀ ਹੋਊਗਾ, ਨੀਚੇ ਵਾਲਾ ਤਾਂ ਸੇਮ ਹੀ ਰਹੂਗਾ, ਉੱਪਰ ਆਊਗਾ a क्रॉस b ਦਾ मैग्नीट्यूड है ना। तो a क्रॉस b ਦਾ मैग्नीट्यूड ਕਿਵੇਂ ਹੈ, ਪਹਿਲਾਂ a क्रॉस b ਪਤਾ ਕਰ ਲਾਂਗੇ, ਫਿਰ ਬਾਅਦ ਚ मैग्नीट्यूड ਦਾ ਕੱਢਣਾ ਤੁਹਾਨੂੰ ਆਉਂਦਾ ਹੀ ਆ।
मान लो क्वेश्चन ही है पूछ लिया उन्होंने, वो कह रहे हैं फाइंड द साइन ऑफ एंगल बिटवीन द वेक्टर, साइन ऑफ, सो साइन क्या था उन्होंने। सो ਤੁਸੀਂ ਪਹਿਲਾਂ ਕੀ ਕਰੋਗੇ, ए क्रॉस भी पता करोगे, देखो थोड़ी प्रैक्टिस भी हो जाएगी। ਲਓ ਜੀ आई जे के, आई ਦੇ ਨੀਚੇ 2 1 4, ਉਹਦਾ ਕੀ ਆ 3 2 -1। ਹੁਣ ਮੂੰਹ ਜ਼ਬਾਨੀ ਕਰਾਂਗੇ ਆਪਾਂ, आई ਕੈਪ ਦੇ ਨੀਚੇ ਕੌਣ ਆਊਗਾ, ਇਹਨੂੰ ਛੱਡੋ ਇਹਨੂੰ ਛੱਡੋ, -1 -4 दूनी 8, देखो समझ लगी। हाँ जी। फिर -j कैप रखो, ये बात कर लांगे, इन्हें छोड़ो इन्हें छोड़ो, -2 प्लस k कैप कर दो, ये वाला नेगेटिव कर देना, सब पापा की पॉजिटिव होंगे, 2 दूनी 4 3 कितना आ गया -9 i कैप, ये -14 प्लस 14 j कैप प्लस k कैप आ गया एक क्रॉस b, है ना। तो फिर a क्रॉस b ਦਾ मैग्नीट्यूड भी तो आ जाऊगा, फिर वो होगा नाम 81 14 ਨੂੰ 14 ਨਾਲ 196 1, ठीक है जी। ये कितना होगा 8 7 278 आई होगा, तो 278 रूट, सो देयरफॉर sin थीटा के बराबर आऊगा a क्रॉस b ਦਾ मैग्नीट्यूड बटा a ਦਾ मैग्नीट्यूड b ਦਾ मैग्नीट्यूड, ਤੇ ऊपर आ गया फिर 278 ਦਾ रूट, नीचे आ गया मैं क्या ਹੁਣੀ ਕਿੱਥੇ ਸੀਗਾ 16 ਤੇ 4 20 ਤੇ 21 ਦਾ रूट, ਉਹ ਸੀਗਾ 14 ਦਾ रूट। सो बेसिकली रूट ਦੇ ਅੰਦਰ ਹੀ ਹੈ ਸਾਰਾ ਕੁਝ, 278 बटा 21 गुणा 14, देख लो जे कटे ਇਹਦਾ ਕੁਝ ਕੱਟ ਦੋ ਕੈਂਸਲ ਕਰ ਦੋ, ਨਹੀਂ ਤਾਂ ਇਹ ਫਿਰ ਸਾइन ਇਨਵਰਸ ਆਫ ਦੈਟ ਆਨਸਰ ਦੇ ਦੋ। ਦੱਸੋ ਸਮਝ ਲੱਗੀ ਸਾਰਿਆਂ ਨੂੰ ਗੱਲ। ਹਾਂਜੀ ਸਰ। ਸੋ ਐਂਗਲ ਵੈਕਟਰਸ ਫਾਈਂਡ ਕਰਨਾ, ਜੇ ਸਾइन ਕਿਹਾ ਤਾਂ ਐ ਕਰਾਂਗੇ क्रॉस ਤੋਂ, नहीं तो डॉट तो। क्रॉस का मैग्नीट्यूड देखो, मैग्नीट्यूड बड़ा सौखा होता है, कैलकुलेट कर लेना होता, मैग्नीट्यूड का बड़ी इंपॉर्टेंट गल होती है, बच्चे भुल जाते कहते मैग्नीट्यूड किवें होगा, कई बच्चे की करते जोड़ ले लिया 4 ते 1 5 ते 2 7, है नहीं करना। मैग्नीट्यूड थोड़ा मैं कल समझाया सी किवें करना होंदा, वो पाइथागोरस थ्योरम ला के मैग्नीट्यूड पता करते हैं आप, समझ लगी सारे नु गल। हाँ जी सर। आह बड़ी जरूरी चीज सी। अच्छा हुण एक बड़ी इंपॉर्टेंट गल होर करनी है आपां, जिवें तुसीं किसी भी नंबर का स्केयर करते हो, जिवें x का स्केयर करते हो, तो x का स्केयर का मतलब होंदा x गुणा x, है ना। क्यों? क्योंकि x नाल गुणा करना होंदा 2 बार, जिवें 4 दी स्केयर आ, ते 4 दी स्केयर मतलब 4 गुणा 4, सोना आंसर। पर जदों तुसीं वैक्टर्स विच काम करदे हो, वैक्टर्स च की मतलब होंदा, जिवें फॉर एग्जांपल हुण a वैक्टर, तो कोई मैंने कहे ए स्केयर लिखा हुआ है, ए स्केयर का की मतलब, पहली गल तो तुम्हें दिखना चाहिए कि ये पर वेक्टर साइन पाए नहीं होया। सो ए स्केयर का मतलब ये है कि जे वेक्टर नु वेक्टर नाल गुणा किया भी है तो किहदे नाल करोगे, डॉट नाल की क्रॉस नाल, बड़ी इंपॉर्टेंट चीज है, क्योंकि वैक्टर्स दे विच या डॉट या क्रॉस दे बिना तो गुणा हो नहीं सकते, तो इत्थे किहदे नाल करदे आपां, डॉट नाल करदे हैं, क्योंकि किसी भी वैक्टर नु अपने आप नाल क्रॉस करोगे तो आंसर क्या होगा, हमें 0 ही आऊगा, क्योंकि उन्हें एंगल 0 हो जाएगा, साइन 0 0 होता है, फिर गल खत्म हो जाएगी। पर जो डॉट करोगे तो क्या आऊगा, देखो इन भूल जाओ थोड़ी देर लिए, ए डॉट ए की होंदा, पहला ए दा मैग्नीट्यूड, फिर ओदा अपने आप फिर मैग्नीट्यूड, ते कॉस ऑफ एंगल बिटवीन देम, ते नाल कोई डायरेक्शन भी नहीं आती, ते कॉस 0 डिग्री कितना होंदा 1 होंदा, ए दे मैग्नीट्यूड दा स्केयर आ गया सीधे। इसलिए जो भी किसी वैक्टर का स्केयर लिखा जाऊगा, ओदा मतलब उस वैक्टर का अपने आप नाल केड़ा प्रोडक्ट होया करूगा, डॉट प्रोडक्ट। तो जे किसी जगह ते मैं a वैक्टर प्लस b वैक्टर दा भी स्केयर लिख दवां, ठीक है, मैग्नीट्यूड का स्केयर होंदा वैसे ये, पर तुहानू इहदा मतलब की समझाना चाहिए कि a वैक्टर प्लस b वैक्टर दा डॉट अपने आप दे नाल क्रॉस नहीं हैगा। क्लियर है गल। ते वैक्टर्स नू आपस विच कीता जा सकदा वा डिस्ट्रीब्यूटिवली, जिवें आपां डिस्ट्रीब्यूट करदे आ, आ देखो किवें, जे मान लो मैं किते लिख दवां a वैक्टर प्लस b वैक्टर, ते ओनू मैं डॉट करां c वैक्टर दे नाल, तां इहनू डिस्ट्रीब्यूट कर सकदे हो जिवें नॉर्मली करदे हो, a वैक्टर डॉट c वैक्टर प्लस की होगा
ठीक है ना गल। ਇਹਨੂੰ ਇੱਧਰ ਵੀ ਕਰ ਸਕਦੇ ਜੇ ਇੱਧਰ A ਵੈਕਟਰ ਹੋਵੇ ਤੇ ਇੱਧਰ B ਤੇ C ਹੋਣ ਵਿੱਚ ਡਾਟ ਹੋਣਾ ਚਾਹੀਦਾ, ਡਾਟ ਜਾਂ ਕ੍ਰਾਸ ਹੋਣਾ ਚਾਹੀਦਾ ਪੱਕਾ। ਡਾਟ ਹੋਗਾ ਕੀ ਕਰਾਂਗੇ ਇਹਨੂੰ A ਵੈਕਟਰ ਡਾਟ B ਵੈਕਟਰ ਡਾਟ C ਵੈਕਟਰ। ਠੀਕ ਹੈ ਗੱਲ। ਇਸ ਤਰ੍ਹਾਂ ਐਵੇਂ ਕਰ ਸਕਦੇ ਹਾਂ ਜੇ ਮੰਨ ਲਓ A ਵੈਕਟਰ ਪਲੱਸ B ਵੈਕਟਰ ਹੈਗਾ ਆ, ਉਹਦੇ ਨਾਲ ਡਾਟ ਕਰ ਰਹੇ ਆਪਾਂ C ਵੈਕਟਰ ਪਲੱਸ D ਵੈਕਟਰ, ਤਾਂ ਇਹ ਵੀ ਡਿਸਟ੍ਰੀਬਿਊਟ ਹੋ ਜਾਊਗਾ, ਚਾਰ ਪ੍ਰੋਡਕਟ ਬਣ ਜਾਣਗੇ ਇਹਦੇ A ਵੈਕਟਰ ਡਾਟ C ਵੈਕਟਰ, A ਵੈਕਟਰ ਡਾਟ D ਵੈਕਟਰ। ਦੇਖੋ ਡਾਟ ਚੱਲਦਾ ਵਾ ਨਾਲ ਕਿਉਂਕਿ ਡਾਟ ਵਿੱਚ ਹੈਗਾ D ਵੈਕਟਰ। ਤੇ ਜੇ ਇੱਥੇ ਇਸ ਜਗ੍ਹਾ ਤੇ ਕ੍ਰਾਸ ਹੁੰਦਾ ਤਾਂ ਇਸ ਜਗ੍ਹਾ ਤੇ ਵੀ ਕ੍ਰਾਸ ਹੋਣਾ ਸੀ, ਫਿਰ ਇਸ ਜਗ੍ਹਾ ਤੇ ਵੀ ਕ੍ਰਾਸ ਆ ਜਾਣਾ ਸੀ, ਇਸ ਜਗ੍ਹਾ ਤੇ ਵੀ ਕ੍ਰਾਸ ਆ ਜਾਣਾ ਸੀ, ਇਸ ਜਗ੍ਹਾ ਤੇ ਵੀ ਕ੍ਰਾਸ ਆ ਜਾਣੀ। ਪਤਾ ਲੱਗ ਰਹੀ ਗੱਲ ਸਾਰਿਆਂ ਨੂੰ? ਹਾਂਜੀ ਸਰ। ਠੀਕ ਹੈ ਜੀ। ਸੋ ਜੇ ਮੈਨੂੰ ਕੋਈ ਕੁਐਸਚਨ ਇਸ ਤਰ੍ਹਾਂ ਦਾ ਪੁੱਛ ਲਵੇ, ਹੁਣ ਜਿਵੇਂ ਦੇਖੋ ਹੁਣ ਮੈਂ ਕਾਮਨ ਸੈਂਸ ਵੀ ਆਪਣੀ ਲਗਾਣੀ ਹੈ ਜਿਹੜੀ ਚੀਜ਼ਾਂ ਤੁਸੀਂ ਸਿੱਖੀਆਂ ਨੇ ਹੁਣ ਤੱਕ। ਮੰਨ ਲਓ ਮੈਨੂੰ ਕੋਈ ਕਹਿ ਰਿਹਾ ਬੰਦਾ ਕੁਐਸਚਨ, ਦੇਖੋ ਦੋ ਕੁਐਸਚਨ ਬੜੇ ਇੰਪੋਰਟੈਂਟ ਨੇ, ਅਕਸਰ ਪੁੱਛੇ ਜਾਂਦੇ ਨੇ, ਜਾਂ ਇਸ ਤਰ੍ਹਾਂ ਦੀ ਆਪਣੀ ਨੌਲੇਜ ਚੈੱਕ ਹੁੰਦੀ ਹੈ ਇਹਦੇ ਨਾਲ ਕਿ ਆਪਾਂ ਕੁਝ ਸਿੱਖੇ ਵੀ ਆ ਕਿ ਨਹੀਂ। ਕੁਐਸਚਨ ਹੈਗਾ ਫਾਈਂਡ a vector of magnitude 10 in the direction of 3 I cap plus j cap minus 2 k cap। ਸੋ ਦੇਖੋ ਕੋਈ ਵੀ ਵੈਕਟਰ ਯੂਨਿਟ ਹੋਵੇ ਇਹ ਜ਼ਰੂਰੀ ਨਹੀਂ ਹੁੰਦਾ। ਹੁਣ ਆ ਵੈਕਟਰ ਆ, ਹੁਣ ਮੈਨੂੰ ਪਤਾ ਨਹੀਂ ਇਹ ਵੈਕਟਰ ਯੂਨਿਟ ਹੈਗਾ ਵੀ ਹੈ ਕਿ ਨਹੀਂ ਹੈਗਾ, ਪਰ ਉਹ ਕਹਿੰਦੇ ਇਸ ਵੈਕਟਰ ਦੀ ਡਾਇਰੈਕਸ਼ਨ ਦੇ ਵਿੱਚ ਤੁਸੀਂ ਇੱਕ ਵੈਕਟਰ ਪਤਾ ਕਰੋ, ਪਰ ਉਹਦਾ ਮੈਗਨੀਟਿਊਡ ਕਿੰਨਾ ਹੋਣਾ ਚਾਹੀਦਾ? 10। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਆਹ ਗੱਲ ਸਮਝੋ ਕਿ ਜੇ ਮੰਨ ਲਓ ਆ ਜਿਹੜਾ ਵੈਕਟਰ ਹੈ, ਆ ਜਿਹੜਾ 3i + j - 4k, ਮੰਨ ਲਓ ਆ ਵੈਕਟਰ ਹੈ, ਹੁਣ ਪਤਾ ਨਹੀਂ ਕਿੰਨਾ ਵੱਡਾ ਹੈ, ਇਹਦੀ ਕੋਈ ਲੈਂਥ ਤਾਂ ਮੈਨੂੰ ਪਤਾ ਨਹੀਂ ਫਿਲਹਾਲ, ਹੈ ਨਾ। ਤਾਂ ਸਭ ਤੋਂ ਪਹਿਲਾਂ ਮੈਨੂੰ ਇਹਦੀ ਡਾਇਰੈਕਸ਼ਨ 'ਚ ਜੇ ਵੈਕਟਰ ਪਤਾ ਕਰਨਾ ਹੈ ਨਾ, ਤਾਂ ਪਤਾ ਕੀ ਕਰਨਾ ਚਾਹੀਦਾ ਮੈਨੂੰ? ਸਭ ਤੋਂ ਪਹਿਲਾਂ ਮੈਨੂੰ ਇਹਦੀ ਡਾਇਰੈਕਸ਼ਨ ਦੇ ਵਿੱਚ ਇੱਕ ਯੂਨਿਟ ਵੈਕਟਰ ਪਤਾ ਕਰਨਾ ਚਾਹੀਦਾ ਹੈ ਕਿ ਯੂਨਿਟ ਵੈਕਟਰ ਕਿੰਨਾ ਹੈ। ਸਮਝ ਲੱਗ ਰਹੀ ਗੱਲ? ਜਿਵੇਂ ਕਿ ਹੁਣ ਆਹ ਵੈਕਟਰ ਦਾ ਨਾਮ ਜੇ A ਵੈਕਟਰ ਹੈ, ਤਾਂ ਆਹ ਪੂਰਾ ਬਲੂ ਵਾਲਾ ਵੈਕਟਰ ਜਿਹੜਾ ਮੇਰਾ ਬੇਸਿਕਲੀ ਆ A ਵੈਕਟਰ ਹੈ ਪੂਰਾ, ਤਾਂ ਪਿੰਕ ਵਾਲੇ ਵੈਕਟਰ ਨੂੰ ਮੈਂ ਕੀ ਕਹਿ ਸਕਦਾ? ਬੇਸਿਕਲੀ ਕੀ ਹੈ? A ਕੈਪ ਨਹੀਂ ਹੈ, ਹੈ ਨਾ? ਹਾਂਜੀ ਸਰ। ਕਿਉਂਕਿ A ਕੈਪ ਆ, ਉਹਦੀ ਡਾਇਰੈਕਸ਼ਨ ਯੂਨਿਟ ਵੈਕਟਰ, ਤੇ ਜੇ ਮੈਂ ਉਸ ਯੂਨਿਟ ਵੈਕਟਰ ਨੂੰ ਕੱਢ ਕੇ 10 ਨਾਲ ਗੁਣਾ ਹੀ ਕਰ ਦਵਾਂ, 10 ਟਾਈਮਸ A ਕੈਪ, ਤਾਂ ਮੇਰਾ ਆਨਸਰ ਆ ਨਹੀਂ ਗਿਆ। ਆਹੀ ਤਾਂ ਪੁੱਛਿਆ ਉਹਨਾਂ ਨੇ। ਦੇਖੋ ਕਿਉਂਕਿ ਮੈਗਨੀਟਿਊਡ 10 ਹੈਗਾ ਤੇ ਯੂਨਿਟ ਵੈਕਟਰ ਦੀ ਡਾਇਰੈਕਸ਼ਨ 'ਚ A ਕੈਪ ਪਤਾ ਕਰ ਲੂੰਗਾ ਮੈਂ, ਤੇ ਉਹਨੂੰ ਗੁਣਾ ਕਰ ਦੂੰਗਾ ਤਾਂ ਆਨਸਰ ਆ ਜਾਊਗਾ, ਹੈ ਕਿ ਨਹੀਂ? ਸੋ ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਕਿਹਾ ਜਾਂਦਾ ਕਿ ਫਾਈਂਡ ਅ ਵੈਕਟਰ ਆਫ ਮੈਗਨੀਟਿਊਡ ਇਨ ਦ ਡਾਇਰੈਕਸ਼ਨ ਆਫ ਦਿਸ, ਜਿਹਦੀ ਡਾਇਰੈਕਸ਼ਨ 'ਚ ਪਤਾ ਕਰਨ ਨੂੰ ਕਿਹਾ, ਪਹਿਲਾਂ ਉਹਦੀ ਡਾਇਰੈਕਸ਼ਨ 'ਚ ਯੂਨਿਟ ਵੈਕਟਰ ਪਤਾ ਕਰਨਾ ਚਾਹੁੰਦਾ। ਸੋ ਆਪਾਂ ਮੰਨ ਲੈਂਦੇ ਹਾਂ ਕਿ ਲੈਟ ਜਿਹੜਾ A ਵੈਕਟਰ ਹੈ ਉਹ ਹੈਗਾ ਆਪਣਾ 3i cap plus j cap minus 2 times k cap। ਤੇ ਪਹਿਲਾਂ ਤਾਂ A cap ਪਤਾ ਕਰੋ। A cap ਪਤਾ ਕਰ ਲਈ, ਤੁਹਾਨੂੰ A ਮੈਗਨੀਟਿਊਡ ਪਤਾ ਕਰਨਾ ਪਏਗਾ। ਪਹਿਲਾਂ ਤਾਂ A ਹੀ ਪਤਾ ਕਰ ਲਓ। ਪਹਿਲਾਂ ਕੀ ਹੋਗਾ? 3 3 9 1 4 ਅੰਡਰ ਦਾ ਰੂਟ, ਜਿਵੇਂ ਪਹਿਲਾਂ ਕਰ ਚੁੱਕੇ ਆਪਾਂ। ਕਿੰਨਾ ਆ ਗਿਆ? ਰੂਟ 14। ਦੇਅਰਫੋਰ ਜਿਹੜਾ ਤੁਹਾਡਾ A cap ਹੋਏਗਾ, A cap ਕੀ ਹੁੰਦਾ? A ਵੈਕਟਰ ਬਟਾ ਉਹਦਾ ਮੈਗਨੀਟਿਊਡ। ਹੁਣ ਕਰਾਇਆ ਤਾਂ ਸੀ ਕੱਲ ਵੀ, ਹੈ ਨਾ। A ਵੈਕਟਰ ਕੀ ਹੈ ਆਪਣਾ 3i, ਜਿਹੜਾ ਅੱਜ ਵੀ ਆਪਣੇ ਲੈਕਚਰ ਇੱਥੇ ਸ਼ੁਰੂ ਹੋਇਆ V ਵੈਕਟਰ ਤੋਂ। V cap ਕਿਵੇਂ ਪਤਾ ਕਰਦੇ ਸੀ? ਬਟਾ ਰੂਟ 14। ਤੇ ਬੇਸਿਕਲੀ ਇਹਨੂੰ ਲਿਖਣਾ ਐਂ ਲਿਖਿਆ ਰਹਿਣ ਦੋ, ਭਾਵੇਂ ਇਹਨੂੰ ਅਲੱਗ-ਅਲੱਗ ਕਰ ਦੋ। ਇੰਨੇ i cap, ਇੰਨੇ j cap, ਇੰਨੇ k cap। ਪਰ ਤੁਹਾਨੂੰ A cap ਥੋੜੀ ਪੁੱਛਿਆ ਉਹਨਾਂ ਨੇ, ਤੁਹਾਨੂੰ ਕੀ ਪੁੱਛਿਆ? ਇਸ ਦੀ ਡਾਇਰੈਕਸ਼ਨ 'ਚ ਪਤਾ ਕਰੋ, ਪਰ ਕਿੰਨੇ ਯੂਨਿਟ ਦਾ, ਕਿੰਨੇ ਮੈਗਨੀਟਿਊਡ ਦਾ? 10। ਦੇਅਰਫੋਰ ਜੋ ਤੁਹਾਡਾ ਰਿਕੁਆਇਰਡ ਵੈਕਟਰ ਹੋਏਗਾ ਉਹ ਕੀ ਹੋਏਗਾ? 10 ਟਾਈਮਸ A cap। ਸੋ ਤੁਸੀਂ ਕੀ ਕਰੋਗੇ? 10 ਟਾਈਮਸ ਇਹਨੂੰ ਕਰ ਦੋ ਗੁਣਾ। 10 ਟਾਈਮਸ ਕਰ ਦੋਗੇ ਤਾਂ ਕੀ ਹੋਏਗਾ? 30/√14 i cap plus 10/√14 j cap
-20 by √14 k कैप। बस ए वैक्टर अपना आंसर पूछा गया भाई, अपने ऑप्शन चुना है। दसो किसी ਨੂੰ नहीं समझ आई तो आ सवाल पूछ लो, बहुत सिंपल है, बहुत सौखा है, पर ਇਹਦਾ ਆਈਡੀਆ ਇੰਨਾ ਇੰਪੋਰਟੈਂਟ ਹੈ ਕਿ ਤੁਸੀਂ ਇਹਨੂੰ ਇੱਥੇ ਥੋੜਾ ਜਿਹਾ ਵੀ ਜੇ ਸਕਿਪ ਕਰਦਾ ਜਾਂ ਸਮਝੇ ਨਹੀਂ ਅੱਗੇ ਨਿਕਲ ਗਏ ਫਿਰ ਦੇਖੋ ਤੁਹਾਨੂੰ ਪ੍ਰੋਬਲਮ ਆਊਗੀ। ਪੁੱਛ ਲਓ ਮੈਨੂੰ ਹੁਣੇ, ਮੈਂ ਜਿੰਨੀ ਮਰਜ਼ੀ ਵਾਰ ਪੁੱਛ ਲਓ, ਹੁਣੇ ਦੱਸ ਦਿੰਦਾ। ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ? ਕਰਨਵੀਰ ਸਿੰਘ, करणवीर सिंह, मेरी आवाज आ रही? करणवीर सिंह, सर एक मिनट की वाटर ब्रेक ले। हाँ जी हाँ जी, ब्रेक ले लो, कोई गल नहीं। चाह पानी, सॉरी चाह नहीं, सच पानी पुनी पीना पी लो, चाह ना बना दे। करणवीर सिंह तू कितने चला गया ऑनलाइन होके? हर्षप्रीत कौर, हर्षप्रीत कौर, स्मृति, स्मृति, ਇਹ ਤਾਂ ਬਈ ਬੜੀ ਅਜੀਬ ਗੱਲ ਆ ਵੀ ਤੁਹਾਡੇ ਵਿੱਚੋਂ ਕੋਈ ਵੀ ਮਤਲਬ ਕਿਸੇ ਦਾ ਵੀ ਜਵਾਬ ਨਹੀਂ ਆ ਰਿਹਾ, ਤਾਂ ਮਤਲਬ ਕਿ ਯਾਨੀ ਤੁਸੀਂ ਆਨਲਾਈਨ ਹੋ ਕੇ ਤੁਸੀਂ ਇਥੋਂ ਗਾਇਬ ਤਾਂ ਨਹੀਂ ਹੋਏ ਕਿ ਮੈਂ ਵੀ ਪੜਾਈ ਕਰ ਰਿਹਾ नो सर। नो सर। सर बैठे ਆਪਾਂ सर। ਜਵਾਬ ਮੈਨੂੰ ਦੇ ਨਹੀਂ ਰਿਹਾ ਕੋਈ ਵੀ, ਬੜੀ ਅਜੀਬ ਗੱਲ ਆ। ਕਰਨਵੀਰ, ਕਰਨਵੀਰ ਸਿੰਘ, हाँ गुरांश, ਸਰ ਡਾਊਟ ਸੀ ਇੱਕ। हाँ पूछ लो। ਸਰ ਜਿੱਦਾਂ ਆਪਾਂ ਸਟਾਰਟਿੰਗ ਵਿੱਚ ਹੀ ਕੀਤਾ ਸੀ, ਜਿਹੜਾ ਪਲੇਨ ਮਤਲਬ ਜਿਹੜੇ ਵੈਕਟਰਸ ਹੁੰਦੇ ਸੇਮ ਪਲੇਨ ਤੇ ਲਾਈ ਕਰਦੇ ਆ, ਨਾਲੇ ਕ੍ਰਾਸ ਪ੍ਰੋਡਕਟ ਏਦਾਂ ਨਹੀਂ ਹੁੰਦਾ ਹੈਗਾ, हाँ ਬਟ ਸਰ ਪਲੇਨ ਦਾ ਸਿਗਨੀਫੀਕੈਂਸ ਕੀ ਹੈ, ਪਲੇਨ ਦੀ ਲੋੜ ਕੀ ਹੈ ਮਤਲਬ ਤੁਹਾਨੂੰ? ਜਿਵੇਂ ਪਲੇਨ ਦੀ ਲੋੜ ਮੈਂ ਹੁਣੇ ਦੱਸਦਾ ਤੁਹਾਨੂੰ, ਮੈਂ ਵੀਡੀਓ ਔਨ ਕਰਕੇ ਨਾ ਉੱਥੇ ਸਮਝਾਣਾ ਤੈਨੂੰ। ਓਕੇ ਸਰ। ਨਾਲੇ ਸਰ ਜਿੱਦਾਂ ਆਪਾਂ ਹਾਂ ਜਿਵੇਂ ਦੇਖਣਾ ਇਹ ਇੰਨਾ ਇੰਪੋਰਟੈਂਸ ਹੈ ਨਾ ਕਿ ਜਿਵੇਂ ਕਈ ਚੀਜ਼ਾਂ ਵੀ 3 ਡਾਇਮੈਂਸ਼ਨਲ ਜਿਓਮੈਟਰੀ ਵੀ ਵੈਕਟਰਸ ਦੇ ਫਾਰਮ ਦੇ ਵਿੱਚ ਅਸੀਂ ਕਰਦੇ ਹਾਂ, ਤੇ ਮਤਲਬ ਉਹ ਬਹੁਤ ਈਜ਼ੀਲੀ ਬੱਚੇ ਕਰ ਲੈਂਦੇ ਨੇ, ਤੇ ਬਹੁਤ ਵੱਡੀਆਂ ਪ੍ਰੋਬਲਮ ਸਪੇਸ ਦੀਆਂ ਵੀ ਸਮਝ ਆ ਜਾਂਦੀਆਂ ਨੇ ਪਲੇਨ ਦੀ ਪਤਾ ਹੋਣ ਕਰਕੇ। ਜਿਵੇਂ ਮੈਂ ਤੁਹਾਨੂੰ ਹੁਣੀ ਕਰਵਾਉਣ ਲੱਗਾ ਵਾਂ ਕੋਪਲੇਨਰ ਵੈਕਟਰ ਕਿਹੜੇ ਹੁੰਦੇ, ਫਿਰ ਤੈਨੂੰ ਪਤਾ ਲੱਗ ਜਾਊਗਾ ਪਲੇਨ ਦੀ ਸਿਗਨੀਫੀਕੈਂਸ ਵੀ ਪਤਾ ਲੱਗ ਜਾਊਗੀ। ਓਕੇ ਸਰ। ਸਰ ਜਿੱਦਾਂ ਆਪਾਂ ਹੁਣ ਫਾਈਂਡ ਕਰਦੇ ਆ IJK ਦੇ ਵਿੱਚ ਕਿਸੇ ਵੀ ਰਿਜ਼ਲਟੈਂਟ ਦੇ ਕੰਪੋਨੈਂਟਸ ਆ ਉਸ ਰਿਜ਼ਲਟੈਂਟ ਦੇ ਵੈਕਟਰ ਦੇ 3 ਡਾਇਮੈਂਸ਼ਨ ਦੇ ਵਿੱਚ, ਸਰ ਆਪਾਂ ਇਸ ਤੋਂ ਫਾਈਂਡ ਕਰ ਸਕਦੇ ਮਤਲਬ ਜਿਹੜਾ ਰਿਜ਼ਲਟੈਂਟ ਵੈਕਟਰ ਐਕਚੁਅਲੀ ਫਾਈਂਡ ਕਰ ਸਕਦੇ ਕਿਹੜੀ ਡਾਇਰੈਕਸ਼ਨ ਵਿੱਚ, ਨਾਲੇ ਕੀ ਸਾਰਾ ਕੁਝ ਮੈਂ ਹੁਣੇ ਤੁਹਾਨੂੰ ਸਾਰਾ ਕੁਝ ਕਰਕੇ ਦੱਸ ਦਿੰਦਾ। ਕਰਨਵੀਰ ਸਿੰਘ, यस सर। ਕਿੱਥੇ ਸੀਗਾ ਤੂੰ? ਉਹ ਸਰ ਨੈਟਵਰਕ ਕਨੈਕਟ ਡਿਸਕਨੈਕਟ ਹੋ ਰਿਹਾ ਜੀ। ਤੂੰ ਇੱਥੇ ਤਾਂ ਕਨੈਕਟਡ ਆ ਰਿਹਾ ਸੀ ਮੈਨੂੰ। ਉਹ ਬਾ ਇਦਾਂ ਨਹੀਂ, ਵਿੱਚ ਉਹਦੀ ਕਨੈਕਟਡ ਤਾਂ ਰਹਿੰਦਾ ਹੀ, ਨੈਟਵਰਕ ਪ੍ਰੋਬਲਮ ਕਰਕੇ ਸੁਣਾਈ ਦੇਣੋਂ ਹਟ ਜਾਂਦਾ। ਅੱਛਾ ਤੇ ਤੈਨੂੰ ਮੇਰਾ ਲੈਕਚਰ ਸਾਰਾ ਸੁਣਿਆ ਤੂੰ ਅੱਜ? ਅੱਜ ਨੈਟਵਰਕ ਕਰਕੇ ਸਰ ਥੋੜਾ ਮੋਟਾ ਰਹਿ ਗਿਆ, ਬਾਅਦ ਚ ਦੁਬਾਰੇ ਦੇਖੂੰ ਵੀਡੀਓ। ਹਾਂ ਜਦੋਂ ਵੀ ਕੋਈ ਇਦਾਂ ਦੀ ਸਮੱਸਿਆ ਆਉਂਦੀ ਨਾ ਤੁਸੀਂ ਮੇਰੇ ਤੋਂ ਵੀਡੀਓ ਮੰਗ ਲੈਣਾ ਵਾ, ਠੀਕ ਹੈ ਨਾ? ਓਕੇ ਸਰ। ਤੇ ਕੋਈ ਵੀ ਲੈਕਚਰ ਮਿਸ ਨਹੀਂ ਕਰਨਾ, ਇੱਕ ਵੀ ਆ ਨਹੀਂ ਕਿ ਅੱਜ ਦਾ ਮਿਸ ਕਰ ਦੋ, 2 ਦਿਨ ਦਾ ਮਿਸ ਕਰ ਦੋ, ਤੀਜੇ ਦਿਨ ਦਾ ਸਿੱਧੇ ਦੇਖ ਲਓ, ਐ ਨਹੀਂ ਕਰਨਾ, ਪੂਰੀ ਸੀਕੁਐਂਸ ਦੇਖਣਾ। ਤੁਹਾਨੂੰ ਤੁਸੀਂ ਆਪ ਜਦੋਂ ਕਦੀ ਪੜੋਗੇ ਕਿਤਾਬਾਂ ਕਦੋਂ ਤੁਹਾਨੂੰ ਪਤਾ ਲੱਗੂਗਾ ਕਿ ਮੈਂ ਤੁਹਾਨੂੰ ਕਿਸ ਨੇ ਉਸ ਸਹੀ ਸੀਕੁਐਂਸ ਵਿੱਚ ਲੈ ਕੇ ਗਿਆ ਵਾਂ, ਤੇ ਮੈਂ ਇੰਨੀ ਮਿਹਨਤ ਇਸ ਲਈ ਕੀਤੀ ਹੈ ਕਿ ਤੁਹਾਨੂੰ ਸਾਰਿਆਂ ਸਭ ਕੁਝ ਸਮਝ ਆਵੇ। ਸੋ ਧਿਆਨ ਰੱਖਿਆ ਕਰੋ ਜਦੋਂ ਮੈਂ ਚਲੋ ਅੱਜ ਨੈਟਵਰਕ ਦੀ ਪ੍ਰੋਬਲਮ ਹੈ ਤਾਂ ਮੈਂ ਉਹ 'ਚ ਕੁਝ ਨਹੀਂ ਕਰ ਸਕਦਾ, ਪਰ ਮਿਹਨਤ ਆਪਣੀ ਪੂਰੀ ਨਾਲ ਉਹ ਵੀ ਰੱਖਣੀ ਹੈ। ਹਰਸ਼ਦੀਪ ਕੌਰ, ਹਰਸ਼ਦੀਪ ਨਹੀਂ, ਹਰਸ਼ਪ੍ਰੀਤ ਕੌਰ।
हेलो। हाँ जी, आ रही आवाज? हाँ जी सर। हाँ जी सर। पहला आवाज नहीं आई सी, पहला मैं बुलाया सी तैनूं? नहीं सर, जैसे हर्षदीप क्या सी। अच्छा, फिर मैं कोई गलती नाल बोल गया हूँ। हाँ जी। ते स्मृति, यस सर। ਤੁਹਾਨੂੰ ਆਵਾਜ਼ ਨਹੀਂ ਆ ਰਹੀ ਸੀ ਪਹਿਲਾਂ? ਸਰ ਬਫਰ ਕਰ ਰਹੀ ਸੀ। ਅੱਛਾ ਅੱਛਾ, ਚਲੋ ਕੋਈ ਨਹੀਂ, ਇਸ਼ੂਜ਼ ਤਾਂ ਹੁੰਦੇ ਨੇ, ਪਰ ਤੁਸੀਂ ਦੇਖੋ ਮੈਂ ਇੰਨਾ ਤੁਹਾਡੇ ਪੂਰੇ ਬੈਚ ਨੂੰ ਸ਼ੁਰੂ ਤੋਂ ਮੈਂ ਜਿਵੇਂ ਲੈ ਕੇ ਚੱਲਿਆ, ਮੈਨੂੰ ਹੈਗਾ ਕਿ ਤੁਸੀਂ ਪੂਰੀ ਉਹਦੇ ਨਾਲ ਮਿਹਨਤ ਨਾਲ ਕਰੋ ਸਾਰਾ ਕੰਮ। ਪੁਰਾਣੇ ਸਾਰੇ ਲੈਕਚਰਸ ਭਾਵੇਂ ਦੇਖ ਲਓ, ਵੀਡੀਓਜ਼ ਜੇ ਕੋਈ ਮਿਸ ਹੋ ਜਾਂਦਾ ਤੁਹਾਡਾ ਕੰਮ, ਮੇਰੇ ਤੋਂ ਵੀਡੀਓਜ਼ ਮੰਗ ਲਿਆ ਕਰੋ, ਉਹ ਦੇਖ ਲਓ, ਪਰ ਕੁਝ ਵੀ ਮਿਸ ਕਰਕੇ ਨਾ ਚੱਲਿਓ। ਦੇਖੋ ਫਿਜ਼ਿਕਸ ਦੇ ਵਿੱਚ ਆਪਾਂ ਇੰਨਾ ਵਧੀਆ ਨੀਟ ਐਂਡ ਕਲੀਨ ਰੱਖਣਾ ਨਾ ਸਭ ਕੁਝ, ਕਿ ਆਪਾਂ 3 ਮਹੀਨੇ ਬਾਅਦ ਆਪਣਾ ਸਭ ਤੋਂ ਸਟਰੋਂਗੈਸਟ ਸਬਜੈਕਟ ਫਿਜ਼ਿਕਸ ਬਣਾ ਦੇਣੀ ਹੈ, ਜਿਹੜਾ ਕਿ ਮੈਡੀਕਲ ਸਟੂਡੈਂਟ ਦਾ ਵੀਕੈਸਟ ਸਬਜੈਕਟ ਮੋਸਟਲੀ ਕਿਹਾ ਜਾਂਦਾ ਵਾ, ਆਪਾਂ ਇਹਨੂੰ ਸਟਰੋਂਗੈਸਟ ਬਣਾ ਦੇਣਾ ਵਾ। ਉਹਦੇ ਲਈ ਮੈਂ ਦੇਖੋ ਅਲੱਗ ਤੋਂ ਕਲਾਸ ਲਾਉਣ ਲਈ ਵੀ ਰੈਡੀ ਹਾਂ, ਤੁਹਾਡੀ ਅਲੱਗ ਤੋਂ ਡਾਊਟ ਸੈਸ਼ਨ ਲੈਣ ਲਈ ਵੀ ਰੈਡੀ ਹਾਂ, ਕਿਸੇ ਵੀ ਕੁਝ ਵੀ ਕਰਨ ਲਈ ਰੈਡੀ ਹਾਂ, ਪਰ ਤੁਸੀਂ ਨਾਲ ਮਿਹਨਤ ਕਰਨੀ ਸਾਰਿਆਂ ਨੇ। ਕੋਈ ਵੀ ਉਹ ਨਾ ਕਰਿਓ ਕਿ ਮਤਲਬ ਕੋਈ ਆਪਾਂ ਉਹਦੇ ਕਰਕੇ ਸੁਸਤੀ ਪਾ ਦਈਏ ਤੇ ਆਪਣਾ ਕੰਮ ਰਹਿ ਜਾਵੇ ਤੇ ਆਪਾਂ ਸੋਚੀ ਚਲੋ ਬਾਅਦ ਚ ਦੇਖ ਲੂਗਾ, ਇਕੱਠੇ ਦੇਖ ਲਾਂਗੇ 4 ਲੈਕਚਰ। ਨਾਲ ਦੇ ਨਾਲ ਹੀ ਕੰਮ ਕਰਿਓ। ਜੇ ਅੱਜ ਦਾ ਲੈਕਚਰ ਮਿਸ ਹੋ ਗਿਆ, ਮੇਰੇ ਤੋਂ ਵੀਡੀਓ ਰਿਕਾਰਡਿੰਗ ਮੰਗੋ, ਜਦੋਂ ਵੀ ਤੁਹਾਡਾ ਨੈਟਵਰਕ ਸਹੀ ਆਂਦਾ ਉਹਨੂੰ ਰਿਕਾਰਡ ਉਹਨੂੰ ਕਰੋ ਤੇ ਫਿਰ ਦੇਖੋ। ਵਾਪਸ ਆ ਗਈ ਪਰਮ? हाँ जी सर। करिए आगे कुछ? हाँ जी। चलो जी, मैंने बस ये है कि आज मैं मैक्सिमम काम थोड़ा ये वाला थ्योरेटिकल खत्म करता हूं, ताकि कल मैं ਤੁਹਾਨੂੰ ਪ੍ਰੋਬਲਮਸ ਵਗੈਰਾ ਕਰਾਉਂਦੇ ਹੋਏ ਆਹੀ ਗੱਲਾਂ ਫਿਰ ਹੋਰ ਵਧੀਆ ਸਮਝ ਆਣਗੇ ਤੁਹਾਨੂੰ। ਹੁਣ ਜਿਵੇਂ ਇੱਕ ਮੈਂ ਕਹਿ ਰਿਹਾ, ਮੰਨ ਲਓ ਕੁਐਸਚਨ ਮੈਨੂੰ ਇਦਾਂ ਦਾ ਆ ਜਾਵੇ, ਫਾਈਂਡ ਅ ਮੈਗਨੀਟਿਊਡ, ਉਹ ਨਹੀਂ ਫਾਈਂਡ ਅ ਮੈਗਨੀਟਿਊਡ ਨਹੀਂ, find a vector of magnitude 5 in a direction which is perpendicular to a vector and B vector. बस आ क्वेश्चन है। ਹੁਣ ਤੁਸੀਂ ਦੇਖੋ ਉਹ ਕਹਿ ਰਹੇ ਵੈਕਟਰ ਆਫ ਮੈਗਨੀਟਿਊਡ 5 ਪਤਾ ਕਰਨਾ। ਮੈਗਨੀਟਿਊਡ ਵਾਲਾ ਤਾਂ ਕੰਮ ਹੀ ਐਂਡ ਚ ਆਣਾ, 5 ਨਾਲ ਗੁਣਾ ਕਰ ਦਾਂਗੇ ਆਪਾਂ, ਯੂਨਿਟ ਵੈਕਟਰ ਲੱਭ ਲਈਏ। ਪਰ ਕਿਹੜੀ ਡਾਇਰੈਕਸ਼ਨ ਚ ਲੱਭਣਾ ਯੂਨਿਟ ਵੈਕਟਰ? ਇਨ ਦਾ ਡਾਇਰੈਕਸ਼ਨ ਆਫ ਵਿਚ ਇਜ਼ ਪਰਪੈਂਡੀਕੂਲਰ ਟੂ ਦਿਸ ਐਂਡ ਦਿਸ, ਵੀ ਦੋਨਾਂ ਦੇ ਪਰਪੈਂਡੀਕੂਲਰ ਹੋਵੇ। ਦੱਸੋ ਇਹਦਾ ਤਾਂ ਕਿਹੜਾ ਵੈਕਟਰ ਹੁੰਦਾ ਵਾ ਜਿਹੜਾ ਦੋਨਾਂ ਦੇ ਪਰਪੈਂਡੀਕੂਲਰ ਹੋਵੇ, A ਤੇ B ਦੇ? A ਵੈਕਟਰ ਤੇ B ਵੈਕਟਰ ਤਾਂ ਹੈਗੇ ਨੇ। ਇੱਕ ਤਾਂ ਹੁੰਦਾ ਵਾ ਦੇਖੋ A plus B, ਇੱਕ ਹੁੰਦਾ ਵਾ A minus B, ਇੱਕ ਹੁੰਦਾ ਵਾ A dot B, ਇੱਕ ਹੁੰਦਾ ਵਾ A cross B। ਇਹਨਾਂ ਦੋਨਾਂ ਦੇ ਪਰਪੈਂਡੀਕੂਲਰ ਕਿਹੜਾ ਵੈਕਟਰ ਹੁੰਦਾ ਦੱਸੋ ਇਹਨਾਂ ਚੋਂ? A cross B। ਐਗਜ਼ੈਕਟਲੀ ਆ ਹੁੰਦਾ ਆ। ਸੋ ਆਪਾਂ ਨੂੰ ਪਹਿਲਾਂ ਇਸ ਡਾਇਰੈਕਸ਼ਨ 'ਚ ਕੋਈ ਇੱਕ ਵੈਕਟਰ ਦਾ ਪਤਾ ਕਰੀਏ, A cross B, ਹੈ ਨਾ। ਬਾਅਦ 'ਚ ਉਹਨੂੰ 5 ਮੈਗਨੀਟਿਊਡ ਉਹਦਾ ਬਣਾਉਂਦੇ ਰਵਾਂਗੇ। ਪਹਿਲਾਂ A cross B ਪਤਾ ਕਰੋ ਕਿੰਨਾ ਹੈ ਟੋਟਲ। A cross B ਪਤਾ ਨਹੀਂ ਕਿੰਨਾ ਆਵੇ ਮੈਗਨੀਟਿਊਡ ਉਹਦਾ, ਉਹ ਜੋ ਵੀ ਆਊਗਾ। ਆਪਾਂ A cross B ਪਤਾ ਕਰਦੇ ਹਾਂ ਪਹਿਲਾਂ, ਠੀਕ ਹੈ। A cross B ਕੀ ਆਊਗਾ? ਲਓ I J K ਤੇ ਆਊਗਾ 3 0 1, ਇਹ ਆਊਗਾ 3 1 0। फिर थे होगा आई कैप, आई का अपना होगा 0 -1 माइनस जे कैप। लो आ कटेगा 3 into 0 0 -3 प्लस के कैप ना क्या होगा देखो 3 into 1 3 minus 0। सो बेसिकली थोड़ा की बनूंगा ये माइनस आई कैप प्लस 3 जे कैप प्लस 3 के कैप। आ बन गया अपना A cross B. Therefore, the unit vector along A vector cross B vector, ਇਹਨਾਂ ਦੇ along unit vector ਕਿਹੜਾ ਹੋਊਗਾ? ਹੋਊਗਾ A cross B, ਜੋ ਆਇਆ ਉਹਦੇ ਉੱਪਰ ਉਹਦਾ ਹੈ ਹੀ ਆ, ਨੀਚੇ ਉਹਦਾ ਹੀ ਮੈਗਨੀਟਿਊਡ ਨਾਲ ਡਿਵਾਈਡ ਕਰ ਦਿਓ। ਆਹੀ ਕਰਦੇ ਨਾ ਆਪਾਂ। ਕਿਸੇ ਵੀ ਵੈਕਟਰ ਦੇ ਅਕ੍ਰੋਸ ਤੁਸੀਂ A ਕੈਪ ਕਿਵੇਂ ਪਤਾ ਕਰਦੇ ਹੋ? A ਵੈਕਟਰ ਨੂੰ ਉਸੇ ਵੈਕਟਰ ਨਾਲ ਡਿਵਾਈਡ ਕਰਦੇ ਹੋ ਉਹਦੇ ਮੈਗਨੀਟਿਊਡ ਨਾਲ। ਤਾਂ ਇੱਥੇ A cross B ਉੱਪਰ ਹੈਗਾ ਹੀ ਆ -i कैप प्लस 3 j कैप प्लस 3 k कैप बटा ਇਹਦਾ ਮੈਗਨੀਟਿਊਡ ਕਿੰਨਾ ਹੈ?
1 3 3 9 3 3 9 ਅੰਡਰ ਦਾ ਰੂਟ ਇਹ ਆਊਗਾ 9 ਦਾ 19 ਰੂਟ 19 ਆ ਜਾਊਗਾ ਨੀਚੇ ਹੈ ਨਾ। ਤਾਂ देयरफॉर रिक्वायर्ड वेक्टर ਕੀ ਆਊਗਾ ਦੱਸੋ ਮੈਨੂੰ 5 मैग्नीट्यूड ਆ इनटू ਆ ਵਾਲਾ ਇਹਦਾ ਨਾਮ n ਕੈਪ ਰੱਖ ਦੋ इनटू आ रख दो माइनस आई कैप प्लस 3j कैप प्लस 3k कैप डिवाइडेड बाय अंडर रूट ऑफ 19 सो ਇਹਨੂੰ 5/√19 ਨੂੰ ਭਾਵੇਂ ਬਾਹਰ ਹੀ ਰਹਿਣ ਦੋ ਇਸ ਤਰ੍ਹਾਂ ਵੀ ਕਰ ਸਕਦੇ ਆਪਾਂ ਤੇ ਬਾਕੀ ਸਾਰ ਨੂੰ ਐ ਲਿਖ ਦੋ ਤਾਂ ਬੇਸਿਕਲੀ ਇਹ ਤੁਹਾਡਾ ਬਣ ਗਿਆ ਰਿਕੁਆਇਰਡ ਵੈਕਟਰ। ਦੱਸੋ ਕਿਸੇ ਨੂੰ ਨਾ ਸਮਝਾਈ ਤਾਂ ਪੁੱਛ ਲਓ। ਕੁਝ ਵੀ ਨਹੀਂ ਕੀਤਾ ਦੋਨਾਂ ਦੇ ਪਰਪੈਂਡੀਕੂਲਰ ਪਤਾ ਕਰਨਾ ਹੈ ਮੈਂ ਪਹਿਲਾਂ ਦੋਨਾਂ ਦਾ ਕ੍ਰਾਸ ਪ੍ਰੋਡਕਟ ਕੀਤਾ ਫਿਰ ਇਹਦੇ ਅਕੋਰਡਿੰਗ ਇਹਦੇ ਅਕ੍ਰੋਸ ਯੂਨਿਟ ਵੈਕਟਰ ਲਿਆ ਫਿਰ ਮੈਂ ਉਹਦੇ ਨਾਲ 5 ਨੂੰ ਗੁਣਾ ਕਰਤਾ ਕਿਉਂਕਿ 5 ਮੈਗਨੀਟਿਊਡ ਇਸ ਡਾਇਰੈਕਸ਼ਨ ਚਾਹੀਦਾ ਸੀ। ਦੱਸੋ ਕਿਸੇ ਨੂੰ ਨਾ ਸਮਝਾਈ ਹੋ ਤਾਂ ਪੁੱਛ ਲਓ ਇਹਦੇ ਬਾਰੇ ਨੂੰ। ਠੀਕ ਹੈ ਜੀ ਗੱਲ। ਹਾਂਜੀ ਸਰ ਕੌਣ ਪੁੱਛ ਰਿਹਾ ਸੀ ਮੈਨੂੰ ਆ ਪਲੇਨ ਦੀ ਸਿਗਨੀਫੀਕੈਂਸ ਸੁਣੀ? ਸਬਰਾਨ ਸਿੰਘ ਗੁਰਾਂਸ਼ ਠੀਕ ਹੈ। ਸਾਰੇ ਜਣੇ ਹੁਣ ਕੀ ਕਰੋ ਵੀਡੀਓ ਵੱਲ ਨੂੰ ਦੇਖੋ ਮੈਂ ਵੀਡੀਓ ਕਰਨ ਜਾ ਰਿਹਾ ਇਹਨੂੰ ਚਾਹੇ ਮੈਂ ਥੋੜੀ ਦੇਰ ਲਈ ਮਿਟਾ ਦਿੰਦਾ। ਦੇਖੋ ਤੁਸੀਂ ਇਹ ਮੰਨ ਲਓ ਜਿਹੜੇ ਦੋ ਪੈਨ ਨੇ ਮੇਰੇ ਕੋਲ ਦੇਖੋ ਸਾਰਿਆਂ ਨੂੰ ਦਿਖ ਰਹੇ ਨਾ ਮੈਂ ਹਾਂਜੀ ਸਰ ਆ ਦੋ ਪੈਨ A ਤੇ B ਵੈਕਟਰ ਨੇ ਸਮਝ ਲਓ ਤੇ ਮੰਨ ਲਓ ਆ ਪੈਨ ਦੀ ਜਿਹੜੀ ਨਿਬ ਹੈਗੀ ਜਿੱਧਰ ਨੂੰ ਆ ਨਿਬ ਇੱਧਰ ਨੂੰ ਆ ਨਿਬ ਆ ਆਪਣੇ ਵੈਕਟਰ ਦਾ ਐਰੋ ਆ ਸਮਝ ਲਓ ਠੀਕ ਹੈ। ਹੁਣ ਆ ਇਹ ਦੋਨੋਂ ਪੈਨ ਜ਼ਰੂਰ ਇੱਥੇ ਪਲੇਨ 'ਚ ਆਪਣੇ ਪਲੇਨ 'ਚ ਐ ਹੌਰੀਜ਼ੌਂਟਲ ਪਲੇਨ 'ਚ ਵੀ ਪਏ ਹੋ ਸਕਦੇ ਨੇ ਤਾਂ ਇਹਨਾਂ ਦੇ ਪਲੇਨ ਵਿੱਚ ਆਊਗਾ ਇਹ ਜਿਵੇਂ ਜਦੋਂ ਮੈਂ ਇਹਦਾ ਪੈਰਲਲੋਗ੍ਰਾਮ ਬਣਾਉਂਗਾ ਇਸੇ ਪਲੇਨ ਵਿੱਚ ਹੀ ਬਣੂਗਾ ਨਾ ਤੀਸਰਾ ਵੈਕਟਰ a + b ਵਾਲਾ ਜਾਂ a - b ਵਾਲਾ। ਤੇ ਜੇ ਆ ਵੈਕਟਰ ਐ ਹੋ ਰਵੇ ਇਸ ਤਰ੍ਹਾਂ ਹੋ ਰਵੇ ਤੇ ਆ ਇਸ ਤਰ੍ਹਾਂ ਰਹਿ ਰਵੇ ਤਾਂ ਦੇਖੋ ਆ ਵਾਲਾ ਪਲੇਨ ਹੈ ਜਿਹਦੇ ਵਿੱਚ ਆ ਦੋਨੋਂ ਆ ਰਹੇ ਨੇ ਆ ਦੇਖੋ ਆ ਪਲੇਨ ਹੈ ਜਿਹਦੇ ਵਿੱਚ ਆ ਦੋਨੋਂ ਨੇ ਤਾਂ ਇਸੇ ਦੇ ਵਿੱਚ ਇੱਥੇ ਬਣੂਗਾ ਫਿਰ ਆਪਣਾ ਸਪੇਸ ਦੇ ਵਿੱਚ a + b ਜਾਂ a - b। ਜੇ ਇਸ ਤਰ੍ਹਾਂ ਹੋ ਰਵੇ ਕਿ ਆ ਇਸ ਤਰ੍ਹਾਂ ਹੋ ਰਵੇ ਆ ਇਸ ਤਰ੍ਹਾਂ ਦੇਖੋ ਤਾਂ ਆ ਵਾਲਾ ਪਲੇਨ ਹੋ ਗਿਆ ਦੋਨਾਂ ਦਾ। ਕਹਿੰਦਾ ਨਾ ਤੁਸੀਂ ਕੋਈ ਦੋ ਵੈਕਟਰ ਨੂੰ ਚੱਕ ਕੇ ਜਿਹੜੇ ਮਰਜ਼ੀ ਡਾਇਰੈਕਸ਼ਨ ਬਦਲ ਕੇ ਦੇਖੋ ਉਹਨਾਂ ਦਾ ਕੋਈ ਨਾ ਕੋਈ ਪਲੇਨ ਬਣਦਾ ਆ ਤਾਂ a + b a - b ਇਹ ਸਾਰੇ ਵੈਕਟਰ ਉਹਨਾਂ ਦੇ ਪਲੇਨ ਵਿੱਚ ਹੀ ਹੁੰਦੇ ਨੇ ਤੇ ਜਿਹੜੇ ਕ੍ਰਾਸ ਵੀ ਹੁੰਦੇ ਨੇ ਕ੍ਰਾਸ ਵੀ ਇਹਨਾਂ ਦੇ ਪਲੇਨ ਤੋਂ ਪਰਪੈਂਡੀਕੂਲਰ ਹੋ ਜਾਂਦਾ ਜਿਵੇਂ ਆ ਦੋਨੋਂ ਨੇ ਦੇਖੋ ਹੁਣ ਆ ਦੋਨੋਂ ਵੈਕਟਰ ਤੁਹਾਨੂੰ ਦਿਖ ਰਹੇ ਨੇ ਤੇ ਇਹਦੇ ਜਿਹੜਾ a क्रॉस b ਹੋਊਗਾ ਨਾ a क्रॉस b ਇਸ ਤਰ੍ਹਾਂ ਹੋਊਗਾ ਇਹਨਾਂ ਦੋਨਾਂ ਦੇ ਪਰਪੈਂਡੀਕੂਲਰ ਇੱਧਰ ਨੂੰ ਆਊਗਾ ਉਹ ਪਹਿਲੇ ਵੈਕਟਰ ਦੇ ਵੀ ਪਰਪੈਂਡੀਕੂਲਰ ਹੋਊਗਾ ਦੂਜੇ ਦੇ ਵੀ ਪਰਪੈਂਡੀਕੂਲਰ ਹੋਊਗਾ ਜਾਂ ਇੱਧਰ ਨੂੰ ਵੀ ਹੋਊਗਾ ਤਾਂ ਵੀ ਪਰਪੈਂਡੀਕੂਲਰ ਆਊਗਾ ਪਰ ਇਹਨਾਂ ਦੇ ਪਲੇਨ 'ਚ ਨਹੀਂ ਆਊਗਾ ਇਹਨਾਂ ਦੇ ਪਲੇਨ ਦੇ ਪਰਪੈਂਡੀਕੂਲਰ ਆਊਗਾ ਹਮੇਸ਼ਾ। ਠੀਕ ਹੈ ਗੱਲ। ਹੁਣ ਜਿਵੇਂ ਤੁਸੀਂ ਨਵੀਂ ਰੈਪਰੈਜ਼ੈਂਟੇਸ਼ਨ ਦੇ ਵਿੱਚ ਜਿਵੇਂ ਕੀਤਾ ਜੇ ਪੁਰਾਣੀ ਤੇ ਨਵੀਂ ਦੋਨਾਂ ਦੀ ਗੱਲ ਕਰਾਂ ਮੈਂ ਇੱਕ ਵਾਰ ਸਮ ਅਪ ਕਰ ਦਵਾਂ ਮੈਂ ਥੋੜਾ ਤੁਹਾਨੂੰ ਦੇਖੋ ਜੇ ਤਾਂ ਪੁਰਾਣੀ ਰੈਪਰੈਜ਼ੈਂਟੇਸ਼ਨ ਦੀ ਤੁਸੀਂ ਗੱਲ ਕਰਨੀ ਹੈ ਪੁਰਾਣੀ ਰੈਪਰੈਜ਼ੈਂਟੇਸ਼ਨ ਦੀ ਗੱਲ ਜੇ ਕੀਤੀ ਜਾਊਗੀ ਪੁਰਾਣੀ ਰੈਪਰੈਜ਼ੈਂਟੇਸ਼ਨ ਤੁਹਾਨੂੰ ਗਿਵਨ ਕੀ ਹੁੰਦਾ ਵਾ ਤੁਹਾਨੂੰ ਉੱਥੇ ਇੱਕ a ਵੈਕਟਰ ਗਿਵਨ ਹੁੰਦਾ ਵਾ ਤੇ ਉਹਦੀ ਲੈਂਥ ਆਬਵੀਅਸਲੀ ਜਾਂ ਕਹਿ ਲਓ b ਵੈਕਟਰ ਗਿਵਨ ਹੁੰਦਾ ਆਬਵੀਅਸਲੀ ਉਹਦੀ ਲੈਂਥ ਗਿਵਨ ਹੁੰਦੀ ਹੈ ਤੇ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਐਂਗਲ ਹੁੰਦਾ ਵਾ a ਵੈਕਟਰ ਤੇ b ਵੈਕਟਰ 'ਚ ਉਹਨਾਂ 'ਚ ਥੀਟਾ ਐਂਗਲ ਗਿਵਨ ਹੁੰਦਾ ਆਹੀ ਗਿਵਨ ਹੁੰਦੀਆਂ ਜਾਣਕਾਰੀਆਂ a b ਤੇ ਥੀਟਾ ਬੇਸਿਕਲੀ। ਤਾਂ ਤੁਸੀਂ ਉੱਥੇ ਜੇ ਤੁਸੀਂ a ਵੈਕਟਰ ਤੇ b ਵੈਕਟਰ ਨੂੰ ਜੋੜਦੇ ਹੋ a ਵੈਕਟਰ + b ਵੈਕਟਰ ਤਾਂ ਉਹਦਾ ਮੈਗਨੀਟਿਊਡ ਤੁਸੀਂ ਐ ਲਿਖਦੇ ਹੋ ਉਹਨਾਂ ਦੇ ਮੈਗਨੀਟਿਊਡ ਤੋਂ that is a square plus b square plus 2ab cos theta। ਹੁਣ ਨਵੀਂ ਰੈਪਰੈਜ਼ੈਂਟੇਸ਼ਨ 'ਚ ਕੀ ਆ ਤੁਹਾਨੂੰ a ਵੈਕਟਰ ਤੇ b ਵੈਕਟਰ ਦੇ ਐਂਗਲ ਨਹੀਂ ਗਿਵਨ ਤੁਹਾਨੂੰ a ਵੈਕਟਰ ਐ ਗਿਵਨ ਆ 2i cap plus 3j cap minus k cap ਤੇ b ਵੈਕਟਰ ਤੁਹਾਨੂੰ ਗਿਵਨ ਆ ਮੰਨ ਲਓ 3i cap minus 2j cap plus 2k cap। ਹੁਣ ਗੁਰਾਂਸ਼ ਇਹ ਪੁੱਛ ਰਿਹਾ ਕਿ ਇਸ ਕੇਸ ਵੀ ਆਪਾਂ ਕਿਵੇਂ ਰਿਜ਼ਲਟੈਂਟ ਪਤਾ ਕਰ ਸਕਦੇ ਹਾਂ। ਹੁਣ a + b ਦਾ ਤੁਸੀਂ ਪਤਾ ਕਰ ਸਕਦੇ ਹੋ ਕਿ ਨਹੀਂ ਪਹਿਲਾਂ ਦੱਸੋ a + b ਦਾ ਲਿਖ ਹੀ ਸਕਦੇ ਹੋ a + b ਕੀ ਆਊਗਾ 2 ਤੇ 3 6 ਨਹੀਂ 2 ਤੇ 3 5 ਸੌਰੀ 2 ਤੇ 3 ਐਡ ਹੀ ਕਰ ਰਿਹਾ ਨਾ ਮੈਂ ਐਡ ਕਰ ਰਿਹਾ 5 ਤੇ 3 ਤੇ -2 5 i cap ਸੌਰੀ 3 ਤੇ -2 ਉਹ ਮੇਰੇ ਤਾਂ ਡਾਟ ਪ੍ਰੋਡਕਟ ਜਿਹੜਾ ਹੈ ਦਿਮਾਗ ਦੇ ਤਾਂ 6 ਹੋ ਗਿਆ plus j cap minus k plus 2k ਕੀ ਆਊਗਾ plus k cap। ਹੁਣ ਜੇ ਤੈਨੂੰ ਆਹੀ ਮੈਗਨੀਟਿਊਡ ਜਿਹੜਾ ਇੱਥੇ ਤੁਸੀਂ ਕੱਢਿਆ ਸੀ ਇਸ ਤਰ੍ਹਾਂ ਇੱਥੇ ਪੁੱਛਿਆ ਜਾਵੇ ਤਾਂ ਦੇਖ ਤੈਨੂੰ ਜਦੋਂ ਵੈਕਟਰ ਹੀ ਮਿਲ ਗਿਆ ਉਹਦਾ ਮੈਗਨੀਟਿਊਡ ਕੱਢਣਾ ਕਿੰਨਾ ਔਖਾ 5 5 25 1 1 1 1 1 25 26 27 √27
ਜਿਹਨੂੰ ਤੂੰ ਕਹਿ ਸਕਦਾ ਵਾ 3√3 ਆਨਸਰ। ਦੱਸ ਸਮਝ ਲੱਗੀ ਗੱਲ? ਹਾਂਜੀ ਸਰ। ਠੀਕ ਹੈ, ਨਵੀਂ ਗੱਲ ਹੈ ਕਿ ਉਸ ਤਰ੍ਹਾਂ ਹੋਵੇ ਤਾਂ ਆਪਾਂ ਕਿਵੇਂ ਕਰਾਂਗੇ। ਜਿਹੜੀ ਜਾਣਕਾਰੀ ਇੱਥੇ ਪਤਾ ਕਰ ਸਕਦੇ ਉੱਥੇ ਵੀ ਪਤਾ ਕਰ ਹੁੰਦਾ। a ਮਾਈਨਸ b ਆਉਣ ਵਾਲਾ ਇੱਥੇ, ਉਹਦਾ ਮੈਗਨੀਟਿਊਡ ਤੈਨੂੰ ਪਤਾ ਹੋਣਾ ਹੈ ਕਿਵੇਂ ਕਰਨਾ। ਇੱਥੇ ਕੀ ਲੋੜ ਆ, ਇੱਥੇ ਤਾਂ ਕੁਝ ਵੀ ਨਹੀਂ ਹੈਗਾ, ਤੇ a ਮਾਈਨਸ b ਕਰਨ ਲਈ ਲੋੜ ਹੀ ਨਹੀਂ ਹੈ, ਸਿੱਧਾ ਹੀ ਮਾਈਨਸ ਕਰ। 2 - 3 ਮਾਈਨਸ i ਕੈਪ, ਤੇ 3 ਮਾਈਨਸ ਮਾਈਨਸ 2 ਪਲੱਸ 5 j ਕੈਪ ਮਾਈਨਸ k ਮਾਈਨਸ 2k ਮਾਈਨਸ 3k ਕੈਪ। ਲੈ ਹੁਣ a ਵੈਕਟਰ ਮਾਈਨਸ b ਵੈਕਟਰ ਦਾ ਜਿਹੜਾ ਮੈਗਨੀਟਿਊਡ ਹੋਊਗਾ ਉਹ ਤਾਂ ਆ ਰੂ ਸਿੱਧਾ 1 - 25 - 9 √35 ਆਨਸਰ। तो कुछ भी आ सकता है। क्लियर है गल कि नहीं? ठीक, डॉट प्रोडक्ट किवें करना, हुण तैनूं इन्हां दोनों दा डॉट करना तां तैनूं आंदा ही आ। डॉट च तां कोई मैग्नीट्यूड भी नहीं लेना पैंदा, तां डॉट ही हुंदा है। डॉट क्या होगा, 2 × 3 = 6 - 3 × 6 - 2 आंसर होगा -2। ले आगे डॉट प्रोडक्ट। क्रॉस प्रोडक्ट किवें करना है, हुण मैनूं आ कराउण दी लोड़ नहीं, तुहानूं पता है इहनूं किवें करना। क्रॉस प्रोडक्ट करके i j k च आंसर आ जाऊगा। दसो गल क्लीयर होई सारिआं नूं? ते इत्थे डॉट प्रोडक्ट किवें हुंदा है, इत्थे सीधा ही हुंदा है क्योंकि इत्थे एंगल भी तां गिवन हुंदा इस जगह ते। इत्थे ए बी cos थीटा कर दिंदे आ। इत्थे क्रॉस प्रोडक्ट करना हुंदा है ਤਾਂ ਅਸੀਂ a b sin थीटा ਦੇ ਨਾਲ n ਕੈਪ ਲਾ ਦਿੰਦੇ ਆ। ਦੱਸੋ ਦੋਨੋਂ ਪਾਸਿਆਂ ਵਿੱਚੋਂ ਕਿਸੇ ਵੀ ਇੱਕ ਪਾਸੇ ਚੋਂ ਕੋਈ ਵੀ ਇੱਕ ਸਮੱਸਿਆ ਆਉਂਦੀ ਹੈ ਤਾਂ ਦੱਸੋ, ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਰਹੀ ਹੋਵੇ। ਜਤਿੰਦਰ ਤੂੰ ਨਾਮ ਬਦਲ ਲਿਆ ਆਪਣਾ? ਸਰ ਉਹ ਦੂਜੇ ਫੋਨ ਤੋਂ ਕਨੈਕਟ ਕੀਤੇ ਸਰ, ਡਿਸਕਨੈਕਟ ਹੋ ਗਈ ਸੀ ਸਰ, ਜੁਆਇਨ ਨਹੀਂ ਹੋ ਰਿਹਾ ਸੀਗਾ, ਅੱਧਾ ਘੰਟਾ ਹੋ ਗਿਆ ਸਰ ਮੱਥਾ ਮਾਰਦੇ ਨੂੰ। ਠੀਕ ਹੈ ਮੈਂ ਕਿਹਾ ਪਤਾ ਬੜਾ ਤੈਨੂੰ ਸ਼ੌਂਕ ਆ ਵੀ ਇਸ ਚ ਨਾਮ ਬਦਲਿਆ ਹੋਣੀ, ਕਲਾਸ ਤੇ ਚੱਲਦੀ ਨੇ। ਚਲੋ ਠੀਕ ਹੈ, ਕੋਈ ਗੱਲ ਨਹੀਂ, ਨੈਟਵਰਕ ਦੇ ਕਰਕੇ ਤੁਸੀਂ। ਸੋ ਆ ਆਪਣੀ ਹੈਗੀ ਆ ਸਾਰੀ ਡਾਟ ਐਂਡ ਕ੍ਰਾਸ ਦੀ, ਤੇ ਇਹਦੀ ਜਿਓਮੈਟ੍ਰਿਕ ਇੰਟਰਪ੍ਰੀਟੇਸ਼ਨ ਤੁਹਾਨੂੰ ਮੈਂ ਦੱਸ ਹੀ ਚੁੱਕਾ ਵਾਂ। ਹੁਣ ਦੱਸੋ ਇਹਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਆਈ ਹੋਵੇ ਤਾਂ। ਅੱਛਾ ਹੁਣ ਦੇਖਦੇ ਹਾਂ ਤੁਹਾਨੂੰ ਜੇ ਕਿੰਨਾ ਕੁ ਸਮਝ ਆਇਆ। ਕੋਈ ਵੀ ਦੋ ਵੈਕਟਰ ਹੈਗੇ ਨੇ, a ਵੈਕਟਰ ਤੇ ਇੱਕ ਹੈਗਾ ਵਾ b ਵੈਕਟਰ। ਦੇਖਦੇ ਹਾਂ ਕੋਈ ਆਨਸਰ ਮੂੰਹ ਜ਼ਬਾਨੀ ਦੇ ਸਕਦੇ ਹੋ ਤੁਸੀਂ ਕਿ ਨਹੀਂ, ਆਪਣੇ ਆਪ ਜਿਓਮੈਟ੍ਰਿਕਲੀ ਸੋਚਿਓ। ਦੱਸੋ ਇਹਦਾ ਆਨਸਰ ਕੀ ਆਊਗਾ? ਸੌਰੀ ਹਾਂ ਹੁਣ ਦੱਸੋ, ਸਿੱਧਾ ਜਵਾਬ ਦੇ ਸਕਦਾ ਕੋਈ? ਇਹਦਾ ਜਵਾਬ ਸਿੱਧਾ ਲਿਖਿਆ ਜਾ ਸਕਦਾ, ਸਿੱਧਾ ਹੀ, ਜੇ ਬੰਦੇ ਨੂੰ ਸਮਝ ਆ ਗਈ ਸਾਰੀ ਗੱਲ। ਦੇਖੋ ਆ ਦੇਖੋ b.ab 0 ਸਰ। ਕੌਣ ਆ 0? ਕਿਹਨੇ ਦੱਸਿਆ? ਸਰ ਸਿਮਰਨ। ਵੈਰੀ ਗੁੱਡ, ਬਸ ਆਹੀ ਮਤਲਬ ਬੇਸਿਕ ਆਈਡੀਆ ਸੀ। ਹੁਣ ਸਿਮਰਨ ਤੂੰ ਹੀ ਦੱਸ ਦੇ ਫਿਰ 0 ਕਿਵੇਂ ਆਇਆ। ਆਨਸਰ ਤਾਂ ਤੇਰਾ ਠੀਕ ਹੀ ਆ। ਠੀਕ ਹੈ ਸਰ। ਸਰ a ਵੈਕਟਰ ਤੇ b ਵੈਕਟਰ ਸੇਮ ਪਲੇਨ 'ਚ ਨੇ, ਫਿਰ ਉਹਨਾਂ ਦਾ ਜਿਹੜਾ ਸਮ ਹੈ ਰਿਜ਼ਲਟੈਂਟ ਹੈ ਉਹ ਵੀ ਸੇਮ ਪਲੇਨ 'ਚ ਹੋਊਗਾ, ਤੇ a ਕ੍ਰੋਸ b ਉਹਨੇ ਪਰਪੈਂਡੀਕੂਲਰ ਹੋਊਗਾ। ਐਗਜ਼ੈਕਟਲੀ cos ਥੀਟਾ ਲੈਣੇ ਫਿਰ ਉਹ 0। ਵੈਰੀ ਗੁੱਡ। ਹੁਣ ਮੈਨੂੰ ਥੋੜਾ ਤਸੱਲੀ ਹੋਈ ਕਿ ਮੈਂ ਜਿਹੜਾ ਕਰਾ ਰਿਹਾ ਸੀ ਇੰਨੀ ਦੇਰ ਤੋਂ ਜਾਂ ਇੰਨੇ ਦਿਨਾਂ ਤੋਂ, ਵੀ ਸੱਚੀ ਤੁਸੀਂ ਹੁਣ ਸਮਝਣ ਲੱਗ ਗਏ ਹੋ। ਸਿਮਰਨਜੋਤ ਕੌਰ, ਆ ਦੇਖੋ ਆ a ਵੈਕਟਰ ਹੈ, ਜਿਵੇਂ ਹੁਣ ਮੰਨ ਲਓ ਆ b ਵੈਕਟਰ ਹੈ। ਹੁਣ ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਜਿਓਮੈਟ੍ਰਿਕਲੀ ਹੀ ਕਿ ਜਿਹੜਾ a plus b ਆਊਗਾ। ਦੇਖੋ ਹੁਣ ਮੈਂ ਪੂਰਾ ਉਹ ਪੈਰਲਲੋਗ੍ਰਾਮ ਨਹੀਂ ਬਣਾਉਣ ਲੱਗਾ, ਮੈਂ ਤੁਹਾਨੂੰ ਸਿੱਧੇ ਦਿਖਾ ਦੇਣਾ a plus b ਆ ਆਊਗਾ, है ना। पैरेललोग्राम बना लियो प्रॉपरली, मैं बिना बनाए लिखता a plus b। लो आ गया a वेक्टर प्लस b वेक्टर, तो जो a क्रॉस b आऊगा आ थीटा वाला जी। a क्रॉस b दसो तुसी प्लेन तो बाहर नहीं आऊगा एकदम, इस तो स्क्रीन तो बाहर आ रहा होगा। a तो b वाले पासे में फिंगर कॉइल करो राइट हैंड दियां, अंगूठा बाहर आंदा ना, तां ओही हुंदा ना अपना क्रॉस प्रोडक्ट। ਤੇ ਜਦੋਂ a ਕ੍ਰਾਸ b ਬਾਹਰ ਨੂੰ ਆਊਗਾ ਤਾਂ ਉਹਦਾ ਐਂਗਲ a plus b ਵੈਕਟਰ ਦੇ ਨਾਲ ਕੀ ਬਣੂਗਾ? 90 ਡਿਗਰੀ ਨਹੀਂ ਬਣ ਜਾਊਗਾ? ਹਾਂਜੀ ਗੁਰਾਂਸ਼। ਕਸ਼ਵੀ ਰਿਪੀਟ ਕਰਿਓ। ਮੈਂ ਇਹ ਕਹਿ ਰਿਹਾ a plus b ਤਾਂ ਤੁਹਾਨੂੰ ਦਿਖ ਹੀ ਰਿਹਾ ਸਾਹਮਣੇ ਪਲੇਨ ਵਿੱਚ ਹੀ ਹੈ ਨਾ ਜੀ। ਤੇ a cross b ਕਿੱਧਰ ਹੁੰਦਾ ਆ? ਉਹ ਤਾਂ ਇਸ ਪਲੇਨ ਤੋਂ ਬਾਹਰ ਪਰਪੈਂਡੀਕੂਲਰ ਬਾਹਰ ਨੂੰ ਆ ਰਿਹਾ। ਆਪ ਦੇਖੋ a cross b, a ਤੋਂ b ਵਾਲੇ ਪਾਸੇ ਨੂੰ ਫਿੰਗਰ ਕॉइल ਕਰਕੇ ਦੇਖੋ।
ਹਾਂਜੀ ਸਰ। ਵੈਕਟਰ ਤਾਂ ਇਸੇ ਪਲੇਨ ਵਿੱਚ ਆ ਰਿਹਾ, ਪਰ ਜਿਹੜਾ ਆਹ ਵਾਲਾ ਵੈਕਟਰ ਹੈ ਇਹ ਤਾਂ ਇਸ ਦੇ ਪਰਪੈਂਡੀਕੂਲਰ ਹੋਊਗਾ ਇੱਕਦਮ, ਇੱਥੋਂ ਬਾਹਰ ਨੂੰ ਆਊਗਾ, ਸਮਝ ਲਓ ਇੱਥੋਂ ਬਾਹਰ ਨੂੰ, ਸਕਰੀਨ ਦੇ ਬਾਹਰ ਨੂੰ। ਤਾਂ ਫਿਰ ਇਹਨਾਂ 'ਚ ਐਂਗਲ ਕਿੰਨਾ ਹੋਊਗਾ, ਇਹਨਾਂ ਦੋਨਾਂ 'ਚ ਐਂਗਲ ਕਿੰਨਾ ਹੋਊਗਾ, cos 90 डिग्री। ਤਾਂ ਫਿਰ ਉਹ ਡਾਟ ਪ੍ਰੋਡਕਟ 0 ਹੋ ਜਾਂਦਾ, ਬਸ ਸਿੱਧੀ ਜੀ ਗੱਲ ਖਤਮ। cos 90 ਸਿੱਧਾ ਜਵਾਬ ਹੈ। ਅੱਛਾ ਚਲੋ ਹੁਣ ਮੈਂ ਇੱਕ ਹੋਰ ਜੀ ਦੱਸਦਾ ਵਾਂ, ਪੁੱਛਦਾ ਤੁਹਾਨੂੰ, ਜੇ ਮੰਨ ਲਓ ਇਸ ਤਰ੍ਹਾਂ ਹੋਵੇ, ਸਿਮਰਨਜੋਤ ਤੂੰ ਨਹੀਂ ਦੱਸਣਾ, ਕੋਈ ਹੋਰ ਦੱਸੇ ਹੁਣ ਬੱਚਾ। ਅੱਛਾ ਚਲੋ ਐਂ ਹੁਣ ਮੈਂ ਬਣਾਉਂਗਾ, ਮੈਨੂੰ ਡਾਇਗਰਾਮ ਕੀ ਬਣਾਉਣ ਦੀ ਲੋੜ, ਸਿੱਧੀ ਗੱਲ ਕਰਦਾ ਮੈਂ। ਫਿਰ A ਵੈਕਟਰ ਡਾਟ A क्रॉस B ਕੀ ਹੋਊਗਾ, ਜਾਂ ਫਿਰ B ਵੈਕਟਰ ਡਾਟ A क्रॉस B ਕੀ ਹੋਊਗਾ, A ਵੈਕਟਰ ਮਾਈਨਸ B ਵੈਕਟਰ ਡਾਟ A क्रॉस B ਕੀ ਹੋਊਗਾ, A ਵੈਕਟਰ ਪਲਸ 3 ਟਾਈਮਸ B ਵੈਕਟਰ डॉट A क्रॉस B की होगा। ये चार जीरो ही होंगे। 0 सर। हाँ सर, क्योंकि A तो प्लेन ची पे आया था, क्रॉस B बाहर जाऊंगा 90 डिग्री ते आ 0, आ भी 0, आ भी 0, आ क्यों 0 है? देखो जी आज 2 टाइम्स A वेक्टर प्लस 3 टाइम्स B वेक्टर, ओदा डॉट A क्रॉस B नाल की होगा, तब परपेंडिकुलर ही जाओ। एग्जैक्टली क्योंकि 2A करन नाल या 3B करन नाल भी प्लेन थोड़ी बदलूगा, प्लेन तो सेम ही होगा, है ना? हाँ जी सर। क्योंकि 2A प्लस 3B भी उसे प्लेन च आऊगा, इसलिए देखो इस तरह भी भुलेखा पै सकदा ते आपां नूं भुलेखा हुण पैना नहीं है कदी भी, क्योंकि आपां इह गल नूं सिख लिया वा। क्योंकि जिवें मैं आ दिखाना तुहानूं, आ देखो आ मान लो A वैक्टर है, छोटा जिहा बना दिंदा, ते आ मान लो B वैक्टर है, इन्ना ते हुण जे मैं 2 टाइम्स A बनाना तो 2 टाइम्स A की होगा, 2 टाइम्स A होगा, आ होगा 2 टाइम्स A, डबल हो गया। तो 3 टाइम्स B करूंगा तो 3 टाइम्स B कितना होगा, इथों 3 1 2 3 है ना, 3 टाइम्स B। तो फिर इन्होंने जो जोड़ूंगा 2A प्लस 3B, ਜਿਹੜਾ ਇਹਨਾਂ ਦਾ ਰਿਜ਼ਲਟੈਂਟ ਆਊਗਾ ਆ ਹੋਊਗਾ 2A प्लस 3B, ਜਿਹੜਾ ਇਹਦਾ देख लियो करके, है ना। तो आ बनूंगा तो वो प्लेन थोड़ी बदलिया, प्लेन तो ही रहा, है ना। तो आ बन गया 2A प्लस 3B। ਤੇ ਫਿਰ ਜਦੋਂ ਤੁਸੀਂ ਉਹਨਾਂ ਨੂੰ ਪ੍ਰੋਡਕਟ ਕਰੋਗੇ A क्रॉस B ਨੂੰ, ਆ ਵਾਲੇ ਇੱਥੇ ਤੱਕ ਸੀਗਾ, B ਇੱਥੇ ਤੱਕ ਸੀਗਾ, ਇਹਨਾਂ ਨੂੰ ਪ੍ਰੋਡਕਟ ਉਹ ਫਿਰ ਬਾਹਰ ਨੂੰ ਆ ਜਾਊਗਾ ਪਰਪੈਂਡੀਕੂਲਰ, ਤਾਂ ਫਿਰ 90 ਡਿਗਰੀ ਫਿਰ 0 ਆ ਵੀ 0 ਦੱਸੋ ਕੋਈ ਪ੍ਰੋਬਲਮ? नो सर। नो सर। ਸੋ ਬਹੁਤ ਸੌਖਾ ਹੈ। 5 ਮਿੰਟ ਹੋਰ ਲੈਣਾ ਮੈਂ ਤੁਹਾਡੇ ਤੇ ਗੱਲ ਮੁਕਾਨਾ। ਫਿਰ ਮੈਨੂੰ ਇਹ ਲੱਗ ਰਿਹਾ ਕਿ ਮੈਂ ਬੇਸਿਕ ਆਈਡੀਆ ਸਾਰੇ ਤੁਹਾਨੂੰ ਦੱਸ ਦਿੱਤੇ ਆ। ਕੱਲ ਹੁਣ ਮੈਂ ਤੁਹਾਨੂੰ ਟੈਸਟ ਡਿਸਕਸ ਕਰੂੰਗਾ, ਤੁਹਾਡੀਆਂ ਅਸਾਈਨਮੈਂਟ ਦੀ ਪ੍ਰੋਬਲਮ ਤੁਸੀਂ ਮੈਨੂੰ ਭੇਜੀਆਂ ਹੋਈਆਂ ਉਹ ਡਿਸਕਸ ਕਰੂੰਗਾ, ਤਾਂ ਤੁਹਾਨੂੰ ਹੋਰ ਸਮਝ ਆਉਂਦੀ ਰਹੂਗੀ ਚੀਜ਼ਾਂ ਦੀ। ਜਿਹੜੇ ਬੱਚਿਆਂ ਨੇ ਹਲੇ ਤੱਕ ਨਹੀਂ ਦੇਖੇ ਪਿਛਲੇ ਲੈਕਚਰ, ਕੋਈ ਕਿਸੇ ਦਾ ਰਹਿ ਗਿਆ ਸੀ, ਤਾਂ ਸਾਰੇ ਜ਼ਰੂਰ ਦੇਖ ਲਿਓ ਪਲੀਜ਼ ਉਹਨੂੰ, ਠੀਕ ਹੈ सर। हाँ जी सर कल कितनियां असाइनमेंट्स डिस्कस होणगीਆਂ? ਪਹਿਲੀ ਜਿਹੜੀ 3 ਅਸਾਈਨਮੈਂਟਸ ਸੀਗੀਆਂ ਉਹਦੀ ਪ੍ਰੋਬਲਮਸ ਡਿਸਕਸ ਹੋਣਗੀਆਂ, ਪਲੱਸ ਉਸ ਤੋਂ ਬਾਅਦ ਜੇ ਟਾਈਮ ਬਚਿਆ ਤਾਂ ਪਹਿਲਾਂ ਤੁਹਾਡਾ ਟੈਸਟ ਡਿਸਕਸ ਹੋਏਗਾ, ਕਿਉਂਕਿ ਜੋ ਮੈਂ ਤੁਹਾਨੂੰ ਅੱਜ ਕਰਵਾਇਆ, ਜੋ ਮੈਂ ਤੁਹਾਨੂੰ ਸੰਡੇ ਨੂੰ ਕਰਵਾਇਆ ਸੀ, ਉਹ ਸਾਰੇ ਦੇ ਨਾਲ ਤੁਹਾਡਾ ਟੈਸਟ ਹੀ ਸੋਲਵ ਹੋ ਗਿਆ ਪੂਰਾ, ਸਮਝ ਲਓ। ਜਿਹੜਾ ਟੈਸਟ ਤੁਸੀਂ ਦਿੱਤਾ ਸੀ 30 ਨੰਬਰ ਦਾ, ਉਹ ਸੌਰੀ 30 ਕੁਐਸਚਨਸ ਦਾ, ਉਹ ਮੈਂ ਟੈਸਟ ਡਿਸਕਸ ਕਰੂੰਗਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਕਿੰਨਾ ਸੌਖਾ ਕੰਮ ਸੀ ਉਹ, ਠੀਕ ਹੈ ਨਾ। ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਆਪਣੀਆਂ ਅਸਾਈਨਮੈਂਟਸ ਹੋਣਗੀਆਂ ਦੂਜੀਆਂ, ਬਾਕੀ ਉਹ ਚੱਲਦੀਆਂ ਰਹਿਣਗੀਆਂ ਆਪਣੇ ਨੋਟਸ ਵਿੱਚ, ਠੀਕ ਹੈ ਜੀ ਗੱਲ। ठीक है। ਹੁਣ ਦੇਖੋ, ਹੁਣ ਆਉਂਦੀ ਹੈ ਟ੍ਰਿਪਲ ਪ੍ਰੋਡਕਟ ਆਫ ਵੈਕਟਰਸ। ਟ੍ਰਿਪਲ ਪ੍ਰੋਡਕਟ ਮਤਲਬ ਕਿ ਜਿੱਥੇ 3 ਵੈਕਟਰਸ ਨੂੰ ਆਪਸ ਚ ਗੁਣਾ ਕਰਨਾ ਹੋਵੇ, ਪ੍ਰੋਡਕਟ ਕਰਨਾ ਹੋਵੇ। ਤਾਂ ਦੇਖੋ ਸਭ ਤੋਂ ਪਹਿਲਾਂ ਤਾਂ ਡਬਲ ਪ੍ਰੋਡਕਟ ਹੁੰਦਾ ਹੈ, ਡਬਲ ਤੋਂ ਬਾਅਦ ਹੀ ਟ੍ਰਿਪਲ ਹੋਏਗਾ ਨਾ। ਜਿਵੇਂ A ਵੈਕਟਰ ਹੈ ਤੇ ਇੱਕ B ਵੈਕਟਰ ਹੈ ਤੇ ਇੱਕ C ਵੈਕਟਰ ਹੈ, ਇਹਨਾਂ ਦਾ ਟ੍ਰਿਪਲ ਪ੍ਰੋਡਕਟ ਕਰਨਾ, ਕੋਮੇ ਪਾਏ ਨੇ ਵਿੱਚ, ਨਾ ਡਾਟ ਨਾ ਕ੍ਰੋਸ, ਠੀਕ ਹੈ। ਮੰਨ ਲਓ ਪਹਿਲਾਂ 2 ਵੈਕਟਰ ਲੈ ਲਓ, ਕੋਈ A ਤੇ B, ਤੇ ਤੁਸੀਂ A ਵੈਕਟਰ ਤੇ B ਵੈਕਟਰ ਦੇ ਨਾਲ ਜਦੋਂ ਕਰਦੇ ਹੋ ਪ੍ਰੋਡਕਟ, ਜਾਂ ਤਾਂ ਤੁਸੀਂ ਕਰੋਗੇ ਡਾਟ ਜਾਂ ਤੁਸੀਂ ਕਰੋਗੇ ਕ੍ਰੋਸ,
क्योंकि दो वैक्टर्स विच ही डॉट या क्रॉस हो सकता ना, तो इत्थे या तो तुसीं करोगे डॉट या तुसीं करोगे क्रॉस। जदों डॉट प्रोडक्ट करदे हो तो आंसर जिहड़ा आंदा है, आंसर की आंदा है? स्केलर आंसर की आंदा है, वैक्टर जिहड़ा कि इन्हां दे परपेंडिकुलर हुंदा है हमेशा। हुण स्केलर नूं अगे किसी होर वैक्टर नाल प्रोडक्ट कर ही नहीं सकते, क्योंकि ਜਿਹੜੇ ਉਹ ਤਾਂ ਸਕੇਲਰ ਦਾ ਵੈਕਟਰ ਨਾਲ ਮਲਟੀਪਲਾਈ ਕਰਨਾ ਹੋ ਜਾਊਗਾ ਨਾ, ਡਾਟ ਜਾਂ ਕ੍ਰਾਸ ਤਾਂ ਨਹੀਂ ਹੋਊਗਾ ਉਹਦੇ ਵਿੱਚ ਫਿਰ ਮਲਟੀਪਲੀਕੇਸ਼ਨ ਚ। ਸੋ ਇੱਥੇ ਆਪਾਂ ਨਹੀਂ ਕਰਾਂਗੇ ਕੁਝ ਵੀ, ਇੱਥੇ ਕਰ ਸਕਦੇ ਹਾਂ। ਹੁਣ a ਕ੍ਰਾਸ b ਨਾਲ c ਨੂੰ ਤੁਸੀਂ, ਕਿਉਂਕਿ ਇਹ ਵੈਕਟਰ ਆ, ਕਿਉਂਕਿ ਇਹ ਵੈਕਟਰ ਆ, c ਨੂੰ ਤੁਸੀਂ ਡਾਟ ਵੀ ਕਰ ਸਕਦੇ ਹੋ ਤੇ c ਨੂੰ ਤੁਸੀਂ ਕ੍ਰਾਸ ਵੀ ਕਰ ਸਕਦੇ ਹੋ। ਇਹਨੂੰ ਬੋਲਦੇ ਆ ਵੈਕਟਰ ਟ੍ਰਿਪਲ ਪ੍ਰੋਡਕਟ, ਇਹਨੂੰ ਕਹਿੰਦੇ ਸਕੇਲਰ ਟ੍ਰਿਪਲ ਪ੍ਰੋਡਕਟ, ਕਿਉਂਕਿ ਇਹਦਾ ਅਸਰ ਫਿਰ ਸਕੇਲਰ ਆ ਜਾਊਗਾ, क्योंकि फिर डॉट लग गया ना, इन्हां दोनों का तो वेक्टर होगा, वेक्टर ਨੂੰ ਫਿਰ ਇਹਦੇ ਨਾਲ ਡਾਟ ਕਰੋਗੇ ਤਾਂ ਫਿਰ ਸਕੇਲਰ ਆ ਜਾਊਗਾ। ਇਹਨੂੰ ਬੋਲਦੇ ਆ ਸਕੇਲਰ ਟ੍ਰਿਪਲ ਪ੍ਰੋਡਕਟ, ਇਹਨੂੰ ਕਹਿੰਦੇ ਆ ਵੈਕਟਰ ट्रिपल प्रोडक्ट। ਪਰ ਇਹ ਤੁਹਾਡੇ ਲਈ ਜ਼ਿਆਦਾ ਨਹੀਂ ਹੋਏਗਾ ਯੂਜ਼ਫੁਲ ਜਾਂ ਇੱਥੇ ਜਾਂ ਫਿਲਹਾਲ ਤੁਸੀਂ ਇਹਨੂੰ ਇਗਨੋਰ ਕਰਕੇ ਚੱਲ ਸਕਦੇ ਹੋ ਥੋੜਾ ਜਿਹਾ, ਕੋਈ ਗੱਲ ਨਹੀਂ, ਇਹਦੇ ਨਾਲ ਚੱਲ ਜਾਏਗਾ ਕੰਮ ਆਪਣਾ। ਇਗਨੋਰ ਨਾ ਕਰਿਓ ਸਕੇਲਰ ਪ੍ਰੋਡਕਟ। ਇਹਦਾ ਇੱਕ ਬੜਾ ਜਿਓਮੈਟ੍ਰਿਕ ਆਪਾਂ ਨੂੰ ਇੰਪੋਰਟੈਂਸ ਹੁੰਦਾ ਹੈ, ਇੱਕ ਫਾਇਦਾ ਹੁੰਦਾ ਇਹਦਾ, ਮੈਂ ਥੋੜਾ ਜਿਹਾ ਤੁਹਾਨੂੰ ਸਮਝਾ ਵੀ ਦਿੰਦਾ ਹੁਣੀ कि ये 3 डायमेंशन ਦੇ ਵਿੱਚ ਵੀ ਕੋਈ ਜਾਣਕਾਰੀ ਦਿੰਦਾ ਹੈ। ਜਿਵੇਂ ਦੇਖੋ, ਜੇ ਤੁਹਾਡੇ ਕੋਲ ਦੋ ਵੈਕਟਰ ਹੋਣ a ਤੇ b, ਜਿਹੜੇ ਕਿ ਪਲੇਨ 'ਚ ਹੀ ਹੁੰਦੇ ਨੇ, ਕਿਉਂਕਿ ਦੋ ਵੈਕਟਰ ਤਾਂ ਹਮੇਸ਼ਾ ਹੀ ਪਲੇਨ 'ਚ ਹੁੰਦੇ ਨੇ, ਜਿੱਦਾਂ ਮਰਜ਼ੀ ਨੂੰ ਬਣਾ ਲਓ ਉਹਨਾਂ ਦਾ। ਜਿਵੇਂ ਪੈਨ ਮੈਂ ਘੁਮਾ ਰਿਹਾ ਸੀ, ਪਲੇਨ ਉਹਨਾਂ ਦੇ ਬਦਲ ਜੂਗਾ, ਪਰ ਪਲੇਨ ਤਾਂ ਇੱਕ ਹੀ ਹੁੰਦਾ ਨਾ ਉਹਨਾਂ ਦਾ, ਕੋਈ ਨਾ ਕੋਈ। ਟੂ ਵੈਕਟਰਸ ਆਰ ਆਲਵੇਜ਼ ਕੋਪਲੇਨਰ। ਮੇਰਾ ਕਹਿੰਦਾ ਭਾਵੇਂ ਆ ਮੰਨ ਲਓ a ਵੈਕਟਰ ਹੈ ਤੇ ਆ ਮੰਨ ਲਓ b ਵੈਕਟਰ ਹੈ, ਤੇ ਤੁਹਾਨੂੰ ਇੱਕ ਗੱਲ ਪਤਾ ਹੋਣੀ ਹੈ, ਤੁਹਾਨੂੰ ਮੈਂ ਸਮਝਾਈ ਸੀ ਕਿ ਜੇ ਆ a ਵੈਕਟਰ ਹੈ, ਇਹ b ਵੈਕਟਰ ਹੈ, ਤਾਂ a ਵੈਕਟਰ ਕ੍ਰਾਸ b ਵੈਕਟਰ ਦੇ ਮੈਗਨੀਟਿਊਡ ਤੋਂ ਤੁਹਾਨੂੰ ਕੀ ਮਿਲਦਾ ਹੈ ਜਿਓਮੈਟ੍ਰਿਕਲੀ? ਏਰੀਆ ਆਫ ਪੈਰਲੈਲੋਗ੍ਰਾਮ, ਜਿਹੜਾ ਇੱਥੋਂ ਬਿਲਕੁਲ ਇਹਨਾਂ ਦੋਨਾਂ ਦੀ ਸਾਈਡਸ ਤੋਂ ਜਿਹੜਾ ਪੈਰਲੈਲੋਗ੍ਰਾਮ ਬਣੇਗਾ, है ना, पैरेललोग्राम बनेगा, उस पैरेललोग्राम ਦਾ जो एरिया आएगा, आ सारा एरिया वो होएगा a क्रॉस b ਦਾ ਮੈਗਨੀਟਿਊਡ, एरिया ऑफ पैरेललोग्राम। ਤੇ ਹੁਣ ਇੱਕ ਆਪਣੇ ਕੋਲ ਇੱਕ ਵਰਡ ਹੁੰਦਾ ਹੈ ਪੈਰਲੈਲੋਪਾਈਪਡ। ਪੈਰਲੈਲੋਪਾਈਪਡ ਸੁਣਿਆ ਸਾਰਿਆਂ ਨੇ ਕੀ ਹੁੰਦਾ ਕਿ ਨਹੀਂ ਸੁਣਿਆ ਕਦੀ? ਨਹੀਂ ਸੁਣਿਆ ਸਰ। ਜਿਵੇਂ ਰੈਕਟੈਂਗਲ ਆ, ਰੈਕਟੈਂਗਲ ਹੁੰਦਾ ਨਾ, ਰੈਕਟੈਂਗਲ ਦਾ ਸੁਣਿਆ ਹੈ। ਰੈਕਟੈਂਗਲ ਮੰਨ ਲਓ ਆ ਰੈਕਟੈਂਗਲ ਆ, ਰੈਕਟੈਂਗਲ ਦਾ 3 ਡਾਇਮੈਂਸ਼ਨਲ ਵਰਜ਼ਨ ਕੀ ਹੁੰਦਾ ਹੈ? 3 ਡਾਇਮੈਂਸ਼ਨਲ ਵਰਜ਼ਨ ਜਾਂ ਸਮਝ ਲਓ ਐ ਕਰਕੇ ਉਹਨੂੰ ਕੀ ਬੋਲਦੇ ਆ? ਰੈਕਟੈਂਗਲ ਦੇ 3 ਡਾਇਮੈਂਸ਼ਨਲ ਵਰਜ਼ਨ ਨੂੰ ਕੀ ਬੋਲਦੇ ਆ? क्यूबॉइड। क्यूबॉइड सही है, क्यूबॉइड। रैक्टेंगल नीचे रैक्टेंगल ਸੀਗਾ ਨਾ, ਤਾਂ ਇਹਦੇ ਉੱਪਰ ਆਪਾਂ ਸਮਝ ਲਓ ਹਾਈਟ ਜੀ ਗੇਨ ਕਰਕੇ ਉੱਪਰ ਰੈਕਟੈਂਗਲ ਇੱਕ ਹੋਰ ਰੱਖਿਆ ਵਾ, ਤਾਂ ਇਹ ਕਿਊਬॉइड ਬਣ ਗਿਆ। ਜੇ ਸਕੁਅਰ ਹੋਵੇ ਤਾਂ ਸਕੁਅਰ ਦਾ ਜਿਹੜਾ ਵਰਜ਼ਨ ਕੀ ਹੁੰਦਾ? ਹਾਂ, ਸਕੁਅਰ ਦਾ ਕੀ ਹੁੰਦਾ? ਕਿਊਬ ਹੁੰਦਾ। क्यूब। ਤੇ ਜੇ ਇਹਦਾ ਬੇਸ ਸਕੁਅਰ ਹੁੰਦਾ ਨਾ ਆ ਨੀਚੇ ਵਾਲਾ, ਜੇ ਇਸੇ ਤਰ੍ਹਾਂ ਨੀਚੇ ਇੱਕ ਪੈਰਲਲੋਗ੍ਰਾਮ ਹੋ ਜਾਵੇ, कोई भी पैरेललोग्राम, ऐ बना लो पैरेललोग्राम ਤੇ ਇਹਦੇ ਉੱਪਰ ਵੀ ਪੈਰਲਲੋਗ੍ਰਾਮ ਪਿਆ ਹੋਵੇ ਤੇ ਸਮਝ ਲਓ ਨਾ ਕਿਸੇ ਵੀ ਐਂਗਲ ਤੇ ਆ ਦੇਖੋ ਆ ਦੋਨੋਂ ਸਾਈਡਸ ਆਪਸ ਚ 90 ਡਿਗਰੀ ਹੁਣ ਜ਼ਰੂਰੀ ਨਹੀਂ ਹੈਗਾ, ਇਹ ਕੋਈ ਵੀ ਥੀਟਾ ਐਂਗਲ ਹੋ ਸਕਦਾ। ਇਸ ਤਰ੍ਹਾਂ ਫਿਰ ਇਸ ਤੋਂ ਬਾਅਦ ਜਿਹੜੀ ਇਹਦੇ ਉੱਪਰਲੀ ਜਿਹੜੀ ਹਾਈਟ ਆ ਇਹ ਤਾਂ ਸਿੱਧੀ ਹੁੰਦੀ ਹੈ ਨਾ, ਸਟ੍ਰੇਟ ਹੁੰਦੀ ਹੈ, 90 ਡਿਗਰੀ ਤੇ ਹੁੰਦੀ ਹੈ ਨਾ, ਇੱਥੋਂ ਆ ਵੀ 90 ਡਿਗਰੀ ਤੇ ਹੁੰਦੀ ਹਾਈਟ, ਇਹ 90 ਤੇ ਨਹੀਂ ਹੁੰਦੀ, ਇਹ ਪੈਰਲਲੋਪਾਈਪ ਦਾ, ਕਿਉਂਕਿ ਇਹ ਪੈਰਲਲ ਮਤਲਬ ਪੈਰਲਲ ਹੋਊਗੀ, ਆ ਇਧਰੋਂ ਟੇਢੀ ਵੀ ਹੋ ਸਕਦੀ ਹੈ ਇਸ ਤਰ੍ਹਾਂ, ਤੇ ਫਿਰ ਆ ਵੀ ਟੇਢੀ ਹੋਊਗੀ, ਆ ਵੀ ਟੇਢੀ ਹੋਊਗੀ, ਆ ਵੀ ਟੇਢੀ ਹੋਊਗੀ, ਉਹਦੇ ਉੱਪਰ ਵੀ ਆ ਪੈਰਲਲੋਗ੍ਰਾਮ ਐਸ ਸੱਚ ਆਈ ਵਾਲਾ ਜਿਹੜਾ ਪੈਰਲਲੋਗ੍ਰਾਮ ਆ ਉੱਪਰ ਵੀ ਪਿਆ ਹੋਊਗਾ ਇਸ ਤਰ੍ਹਾਂ। ਤਾਂ ਆ ਜਿਹੜੀ ਚੀਜ਼ ਬਣੂਗੀ, ਸ਼ੇਪ ਬਣੂਗੀ, ਜਿਵੇਂ ਆ ਸਕੁਅਰ ਦੇ ਉੱਪਰ ਕਰਕੇ ਕਿਊਬ ਬਣਿਆ, ਕਿਊਬ ਦੇ ਸੌਰੀ ਰੈਕਟੈਂਗਲ ਦੇ ਉੱਪਰ ਕਿਊਬॉइड ਬਣਿਆ, ਆ ਜਿਹੜੀ ਸ਼ੇਪ ਬਣੂਗੀ ਇਹਨੂੰ ਕੀ ਕਹਿੰਦੇ? ਪੈਰਲਲੋਪਾਈਪ।
ਪੈਰਲਲੋਪਾਈਪਡ। ਤਾਂ ਪੈਰਲਲੋਪਾਈਪਡ ਜਿਹੜਾ ਇਹਦਾ ਬਣਦਾ ਹੈ ਇੱਥੋਂ, ਤਾਂ ਉਹਦਾ ਵੋਲਿਊਮ ਮਿਲਦਾ ਹੈ ਆਪਾਂ ਨੂੰ ਕਿੱਥੋਂ, A ਡਾਟ B ਕ੍ਰਾਸ C ਤੋਂ, ਜਿਹੜਾ ਸਕੇਲਰ ਟ੍ਰਿਪਲ ਪ੍ਰੋਡਕਟ ਹੈ। ਇੱਥੋਂ ਸਾਨੂੰ ਕੀ ਮਿਲਦਾ ਹੈ, ਵੋਲਿਊਮ ਆਫ ਪੈਰਲਲੋਪਾਈਪਡ ਉਹ ਮਿਲਦਾ ਹੈ। ਅੱਛਾ ਮੈਨੂੰ ਇੱਕ ਗੱਲ ਦੱਸੋ, ਜੇ A ਵੈਕਟਰ ਤੇ B ਵੈਕਟਰ ਦੋਨੋਂ ਪੈਰਲਲ ਹੋ ਜਾਣ ਤਾਂ ਏਰੀਆ ਆਫ ਟ੍ਰਾਇੰਗਲ ਕਿੰਨਾ ਆਏਗਾ? ਜੇ A ਵੈਕਟਰ ਤੇ B ਵੈਕਟਰ ਦੋਨੋਂ ਪੈਰਲਲ ਹੋ ਜਾਣ ਤਾਂ A ਵੈਕਟਰ ਤੇ B ਦੋਨੋਂ ਪੈਰਲਲ ਹੋ ਜਾਣ 0 हाँ एरिया ऑफ ट्रायंगल 0 आएगा, तो इस बिल्कुल 0 आएगा। इसीलिए तो A वेक्टर क्रॉस B वेक्टर ही 0 आ जाएगा पहली गल, जो पैरेलल हो गया तो फिर एरिया ऑफ पैरेलल करना तो 0 आना ही है। तो पैरेललोपाइप समझ लो, जिवें मैं कह रहा ਤੁਹਾਨੂੰ कि ਉਹਦਾ 3 डायमेंशनल वर्जन ਆ पैरेललोग्राम ਦਾ। ਚਲੋ ਮੈਂ ਉਹਦੇ ਬਾਰੇ ਫਿਰ ਗੱਲ ਕਰ ਲੂੰਗਾ, ਇਹਦੇ ਬਾਰੇ ਥੋੜਾ ਜਿਹਾ ਹੁਣ ਨਾ ਐਵੇਂ ਕਾਲੀ ਆਪਾਂ ਕਾਹਨੂੰ ਕਰਨਾ, ਜੋ ਸਾਰਾ ਵੈਕਟਰ ਚੰਗੀ ਤਰ੍ਹਾਂ ਆਪਣਾ ਹੋਵੇ। ਸੋ ਆਪਾਂ ਪੈਰਲਲੋਪਾਈਪਡ ਦੇ ਬਾਰੇ ਤੇ ਇਹਦੇ ਵੋਲਿਊਮ ਬਾਰੇ ਤੇ ਕੋਪਲੇਨਰ ਵੈਕਟਰਸ ਦੇ ਬਾਰੇ ਆਖਰੀ ਜਿਹੜੀ ਗੱਲ ਆ ਉਹ ਕਰ ਲਾਂਗੇ, ਤੇ ਤੁਹਾਡੀਆਂ ਪ੍ਰੋਬਲਮਸ ਵੀ ਲਵਾਂਗੇ ਕੱਲ ਤੇ ਪਰਸੋਂ 2 ਦਿਨ। ਠੀਕ ਹੈ ਜੀ। ਮੈਨੂੰ ਇਹ ਲੱਗਦਾ ਕਿ ਤੁਹਾਡਾ ਸਾਰਾ ਟੈਸਟ ਵੀ ਡਿਸਕਸ ਹੋ ਜਾਊਗਾ, ਤਾਂ ਤੁਹਾਨੂੰ ਵੈਕਟਰਸ ਦੇ ਬਾਰੇ ਸਾਰਾ ਕੁਝ ਲਗਭਗ ਪਤਾ ਲੱਗ ਜਾਊਗਾ। ਤੇ ਤੁਹਾਡੇ ਚੋਂ ਜਿਨ੍ਹਾਂ ਦਾ ਵੀ ਕੋਈ ਵੀ ਲੈਕਚਰ ਮਿਸ ਹੋਇਆ ਹੈ, ਜਾਂ ਤੁਹਾਡੇ ਕੋਈ ਫਰੈਂਡ ਵੀ ਹੋਵੇ ਕੋਈ ਤੁਹਾਡਾ, ਜਾਂ ਤੁਹਾਡੇ ਨੋਨ ਚ ਜਿਹੜਾ ਆਪਣੇ ਬੈਚ ਵਿੱਚ ਹੈ ਪਰ ਕਲਾਸ ਨਹੀਂ ਲਗਾ ਪਾਇਆ ਕਦੀ, ਤਾਂ ਪਲੀਜ਼ ਤੁਸੀਂ ਇੱਕ ਦੂਜੇ ਦੀ ਮਦਦ ਕਰਿਆ ਕਰੋ। ਉਸ ਬੱਚੇ ਨੂੰ ਕਾਲ ਕਰਿਆ ਕਰੋ ਕਿ ਵੀ ਤੂੰ ਅੱਜ ਕਲਾਸ ਨਹੀਂ ਲਗਾਈ, ਵੀ ਆਹ ਫੜ ਵੀ ਵਰੁਣ ਸਰ ਦਾ ਜਿਹੜਾ ਲੈਕਚਰ ਸੀਗਾ ਉਹਦੀ ਵੀਡੀਓ, ਉਹ ਮੇਰੇ ਤੋਂ ਮੰਗ ਕੇ ਬੱਚੇ ਨੂੰ ਦਿਓ, ਜਾਂ ਬੱਚੇ ਨੂੰ ਕੋ ਮੈਨੂੰ ਮੰਗ ਲਵੇ ਆਪ। ਮੈਨੂੰ ਤੁਸੀਂ ਜਦੋਂ ਮਰਜ਼ੀ ਇਨਬਾਕਸ ਕਰ ਸਕਦੇ ਹੋ, ਮੈਂ ਤੁਹਾਨੂੰ ਆਪ ਵੀ ਭੇਜ ਸਕਦਾ ਵਾਂ। ਤੇ ਉਸ ਸੀਕੁਐਂਸ ਦੇ ਵਿੱਚ ਉਹਨੂੰ ਸਾਰਿਆਂ ਨੂੰ ਦੇਖੋ, ਸੁਣੋ ਚੰਗੀ ਤਰ੍ਹਾਂ ਟਾਈਮ ਕੱਢ ਕੇ। ਜੇ ਤੁਸੀਂ ਵੈਕਟਰਸ ਚੰਗੀ ਤਰ੍ਹਾਂ ਸਿੱਖ ਲਏ ਨੇ, ਜਿਹੜੇ ਕੱਲ ਤੇ ਪਰਸੋਂ ਚ ਮੈਂ ਹੋਰ ਵੀ ਵਧੀਆ ਤਰ੍ਹਾਂ ਪ੍ਰੋਬਲਮ ਸੋਲਵਿੰਗ ਕਰਕੇ ਕਰਾ ਦੂੰਗਾ ਤੁਹਾਨੂੰ, ਤਾਂ ਸਮਝ ਲਓ ਕਿ ਤੁਸੀਂ ਬਹੁਤ ਵੱਡਾ ਕੰਮ ਕਰ ਲਿਆ। ਫਿਜ਼ਿਕਸ ਸਿੱਖਣ ਦੇ ਲਈ ਜੋ ਕੰਮ ਕਰਨਾ ਜ਼ਰੂਰੀ ਸੀ, ਉਹ ਬਹੁਤ ਵੱਡਾ ਕੰਮ ਤੁਸੀਂ ਪਾਰ ਕਰ ਲਿਆ, ਜੇ ਵੈਕਟਰਸ ਤੁਹਾਨੂੰ ਸਮਝ ਆ ਗਏ ਨੇ ਹੁਣ ਤੱਕ ਸਾਰੇ। ਦੂਜਾ ਵੱਡਾ ਕੰਮ ਤੁਹਾਨੂੰ ਮੈਂ ਕਰਾਉਂਗਾ ਜਦੋਂ ਆਪਾਂ ਕੈਲਕੂਲਸ, ਥੋੜਾ ਬਹੁਤਾ ਲਿਮਿਟਸ ਬਾਰੇ ਸਿੱਖਾਂਗੇ, ਥੋੜਾ ਕੈਲਕੂਲਸ ਬਾਰੇ ਸਿੱਖਾਂਗੇ। ਤੇ ਕੈਲਕੂਲਸ ਬਾਰੇ ਸਿੱਖਣ ਤੋਂ ਬਾਅਦ ਉਹ ਵੀ ਬਹੁਤ ਜ਼ਿਆਦਾ ਨਹੀਂ, ਤੁਸੀਂ ਟੈਨਸ਼ਨ ਨਾ ਲਿਓ ਕਿ ਕੈਲਕੂਲਸ ਪਤਾ ਨਹੀਂ ਕੀ ਹੋਊਗਾ, ਬਹੁਤ ਥੋੜੀ ਜਿਹੀ ਬੇਸਿਕ ਗੱਲਾਂ ਜਿਹਦੀ ਆਪਾਂ ਨੂੰ ਲੋੜ ਪੈਣੀ ਕਾਈਨੈਮੈਟਿਕਸ, ਮੈਂ ਪਹਿਲਾਂ ਉਹਨੂੰ ਉਹੀ ਸਿਖਾਉਂਗਾ ਤੁਹਾਨੂੰ ਚੰਗੀ ਤਰ੍ਹਾਂ, ਤਾਂ ਕਿ ਆਪਾਂ ਕਾਈਨੈਮੈਟਿਕਸ ਬੜਾ ਵਧੀਆ ਕਰ ਲਈਏ, ਪ੍ਰੋਜੈਕਟਾਈਲ ਮੋਸ਼ਨ ਕਰ ਲਈਏ, ਰਿਲੇਟਿਵ ਵੈਲੋਸਿਟੀ ਇਨ ਪਲੇਨ, ਰਿਲੇਟਿਵ ਵੈਲੋਸਿਟੀ। ਹੁਣ ਮਾਮਲਾ ਇੰਟਰਸਟਿੰਗ ਹੋਣ ਵਾਲਾ ਸਮਝ ਲਓ ਇਸ ਤੋਂ ਬਾਅਦ। ਹੁਣ ਤੱਕ ਸਿਰਫ ਫਿਜ਼ਿਕਸ ਦੇ ਮੈਂ ਤੁਹਾਡੇ ਟੂਲ ਇਕੱਠੇ ਕਰ ਰਿਹਾ ਸੀ, ਆਹ ਟੂਲ ਹੀ ਹੈ ਇੱਕ ਤਰ੍ਹਾਂ ਦਾ, ਕੈਲਕੂਲਸ ਵੀ ਇੱਕ ਟੂਲ ਹੀ ਹੈ। ਤੇ ਇਸ ਤੋਂ ਪਹਿਲਾਂ ਜੋ ਟ੍ਰਿਗਨੋਮੈਟਰੀ ਕਰਾਈ ਸੀ ਉਹ ਵੀ ਟੂਲ ਹੀ ਸੀ, ਡਾਇਮੈਂਸ਼ਨਲ ਐਨਾਲਿਸਿਸ ਵੀ ਟੂਲ ਹੀ ਸਮਝੋ, ਕਿਉਂਕਿ ਉਹ ਬਹੁਤਾ ਐਸ ਡਾਇਰੈਕਟਲੀ ਫਿਜ਼ਿਕਸ 'ਚ ਨਹੀਂ ਕਰ ਰਹੇ ਕੰਮ। ਜਦੋਂ ਆਪਣਾ ਕਾਈਨੈਮੈਟਿਕ ਸ਼ੁਰੂ ਹੋਊਗਾ ਤੁਹਾਨੂੰ ਮਜ਼ਾ ਆਉਣਾ ਸ਼ੁਰੂ ਹੋ ਜਾਊਗਾ, ਫਿਰ ਤੁਸੀਂ ਸੋਚਣਾ ਸ਼ੁਰੂ ਕਰ ਦੋਗੇ ਆਪਣੀ ਲਾਈਫ 'ਚ ਜੋ ਕੁਝ ਆਪਾਂ ਦੇਖਦੇ ਹਾਂ, ਜੋ ਆਬਜ਼ਰਵ ਕਰਦੇ ਹਾਂ, ਇਹਦਾ ਕਿਉਂ ਕਰਦੇ। ਤੇ ਉਹ ਜਦੋਂ ਮਜ਼ਾ ਆਉਣ ਲੱਗ ਜਾਊਗਾ ਫਿਰ ਕੋਈ ਬਹੁਤ ਵੱਡਾ ਬੋਝ ਨਹੀਂ ਰਹਿਣਾ ਤੁਹਾਡੀ ਫਿਜ਼ਿਕਸ। ਠੀਕ ਹੈ ਜੀ ਸਾਰਿਆਂ ਨੂੰ, ਥੈਂਕ ਯੂ। ਤੁਸੀਂ ਮੈਂ ਤੁਹਾਨੂੰ ਭੇਜ ਦਿੰਦਾ ਵਾ ਜੋ ਵੀ ਅੱਜ ਦਾ ਲੈਕਚਰ ਦੀ ਰਿਕਾਰਡਿੰਗ ਆ, ਇਹ ਦੇਖੋ, ਤੇ ਕੱਲ ਮਿਲਦੇ ਆ ਸੇਮ ਟਾਈਮ ਤੇ 9:45 ਤੇ। ਸੌਰੀ, ਥੈਂਕ ਯੂ ਸਰ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਸਰ। Thank you, sir. Thank you, sir. Thank you, sir.